ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਨਾਨਕ ਦੇਓ ਗੁਰ ਅੰਗਦ ਗੁਰ ਅੰਗ ਤੇ ਸੱਚ ਸ਼ਬਦ ਸਮਿਓ ਦੋਹਰਾ ਮੋਹ ਭੂਤ ਨਾ ਮਨ ਲਗਿਓ ਕਿਤੇ ਉਪਾਏ ਨਾ ਜਾਏ ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹ ਭੂਤ ਨਾ ਮਨ ਲਗਿਓ ਕਿਤੇ ਉਪਾਏ ਨਾ ਜਾਏ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 54। ਇੱਥੇ ਕਵੀ ਸੰਤੋਖ ਸਿੰਘ ਜੀ ਆਪਾਂ ਨੂੰ ਜਿਹੜਾ ਹੈ ਇੱਕ ਮੰਗਲ ਜਿਹੜਾ ਕਰਦੇ ਹਨ, ਬੜਾ ਸੁੰਦਰ ਮੰਗਲ ਹੈ। ਇਸ ਮਨ ਦੇ ਉੱਤੇ ਦੁਨੀਆ ਦਾ ਪ੍ਰਭਾਵ ਪੈਂਦਾ ਹੈ। ਮਨ ਜਿਹੜਾ ਹੈ ਇਨਫਲੂਐਂਸ ਹੁੰਦਾ ਹੈ ਦੁਨੀਆ ਦੇ ਚੀਜ਼ਾਂ ਦੇ ਨਾਲ। ਇਹ ਜਿਹੜਾ ਹੈ ਦੁਨੀਆ ਦੇ ਚੀਜ਼ਾਂ ਨਾਲ ਖਿੱਚ ਇਹਨੂੰ ਪੈਂਦੀ ਹੈ। ਸੋ ਹੁਣ ਆਪਣੇ ਮਨ ਨੂੰ ਇੱਕ ਉਪਦੇਸ਼ ਦਿੰਦੇ ਨੇ ਭਾਈ ਸੰਤੋਖ ਸਿੰਘ ਜੀ। ਕੀ ਕਹਿੰਦੇ ਹਨ? ਮੋਹ ਭੂਤ ਨਾ ਮਨ ਲਗਿਓ। ਦੇਖੋ ਇੱਕ ਭੂਤ ਲੱਗਿਆ ਹੋਇਆ ਹੈ ਮਨ ਦੇ ਉੱਤੇ। ਜਿਵੇਂ ਆਪਾਂ ਕਹਿੰਦੇ ਨਾ ਕਿਸੇ ਬੰਦੇ ਨੂੰ ਭੂਤ ਚਿੰਬੜ ਜਾਂਦਾ ਹੈ, ਕਹਿੰਦੇ ਮੋਹ ਜਿਹੜਾ ਮਨ ਨੂੰ ਵੀ ਇੱਕ ਭੂਤ ਚਿੰਬੜਿਆ ਹੋਇਆ ਹੈ, ਉਹ ਭੂਤ ਦਾ ਨਾਂ ਹੈਗਾ ਮੋਹ, ਅਟੈਚਮੈਂਟ। ਅਟੈਚਮੈਂਟ ਜਿਹੜੇ ਹਨ ਮਨ ਨਾਲ ਚਿੰਬੜੇ ਹੋਏ ਨੇ ਤੇ ਮਨ ਨੂੰ ਦੁਖੀ ਕਰਕੇ ਰੱਖਦੇ ਹਨ। ਕਿਤੇ ਉਪਾਏ ਨਾ ਜਾਏ। ਇਹ ਜਿਹੜਾ ਭੂਤ ਹੈ ਨਾ ਮੋਹ, ਇਹ ਆਪਣੇ ਮਨ ਨੂੰ ਛੱਡਦਾ ਨਹੀਂ। ਆਲ ਦਾ ਟਾਈਮ ਇਹਨੂੰ ਜਕੜ ਕੇ ਰੱਖਦਾ ਹੈ। ਅਟੈਚਮੈਂਟਸ ਜਿਹੜੇ ਹੁੰਦੇ ਨੇ ਬੰਦੇ ਨੂੰ ਛੱਡਦੇ ਨਹੀਂ। ਮਰੇ ਹੋਇਆਂ ਨੂੰ ਨਹੀਂ ਛੱਡਦੇ। ਜਿਹੜਾ ਬੰਦਾ ਮਰ ਵੀ ਜਾਂਦਾ ਫਿਰ ਵੀ ਉਹਦਾ ਮੋਹ ਦੁਨੀਆ ਨਾਲ ਰਹਿੰਦਾ ਹੈ। ਸੋ ਇਸ ਪ੍ਰਕਾਰ ਕਰਕੇ ਜਿਹੜਾ ਹੈ ਇਹ ਮੋਹ ਬੜਾ ਹੀ ਵੱਡਾ ਭੂਤ ਹੈ ਜਿਹੜਾ ਕਿਤੇ ਵੀ ਇਹ ਮਨ ਨੂੰ ਨਹੀਂ ਛੱਡਦਾ। ਮੰਤਰ ਸਤਿਗੁਰ ਸ਼ਬਦ ਤੇ। ਹੁਣ ਜਿਹੜਾ ਭੂਤ ਹੁੰਦੇ ਆ ਨਾ, ਇਹਨਾਂ ਨੂੰ ਭਜਾਉਣ ਵਾਸਤੇ ਮੰਤਰ ਦੀ ਲੋੜ ਪੈਂਦੀ ਹੈ। ਕਹਿੰਦੇ ਹੁਣ ਮੰਤਰ ਕਿਹੜਾ? ਪਰ ਗੁਰੂ ਦਾ ਸ਼ਬਦ, ਗੁਰਬਾਣੀ ਜਿਹੜਾ ਉਹ ਮੰਤਰ ਹੈ। ਇਹ ਜਿਹੜਾ ਭੂਤ ਮਨ ਨੂੰ ਚਿੰਬੜਿਆ ਹੋਇਆ ਹੈ ਨਾ ਮੋਹ, ਇਹਨੂੰ ਛਡਾਉਣ ਵਾਸਤੇ ਤੈਨੂੰ ਮੰਤਰ ਦੀ ਲੋੜ ਹੈ। ਸੋ ਉਹ ਮੰਤਰ ਕੀ ਆ? ਮੂਲ ਮੰਤਰ, ਗੁਰ ਮੰਤਰ। ਇਹ ਮੰਤਰ ਨੇ ਸਾਰੇ। ਕਰ ਅਭਿਆਸ ਨਸਾਏ। ਇਹ ਤਾਂ ਅਭਿਆਸ ਕਰ, ਮੁੜ ਮੁੜ ਕੇ ਤੂੰ ਮੂਲ ਮੰਤਰ ਪੜ, ਤੂੰ ਗੁਰ ਮੰਤਰ ਪੜ, ਤੂੰ ਵਾਹਿਗੁਰੂ ਕਰ, ਤਾਂ ਕਰਕੇ ਇਹ ਭੂਤ ਤੈਨੂੰ ਛੱਡ ਜਾਵੇ। ਇਹ ਮੋਹ ਜਿਹੜਾ ਤੇਰੇ ਮਨ ਨੂੰ ਛੱਡ ਕੇ ਚਲਿਆ ਜਾਵੇ। ਸੋ ਇਹ ਜਿਹੜਾ ਹੈ ਇੱਥੇ ਮੰਗਲ ਕਰਕੇ ਕਵੀ ਸੰਤੋਖ ਜੀ ਹੁਣ ਕਥਾ ਸ਼ੁਰੂ ਕਰਦੇ ਹਨ। ਚੌਪਈ ਸ੍ਰੀ ਗੁਰ ਕਥਾ ਥੋਰ ਹੀ ਗਾਈ। ਦੇਖੋ ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਅੱਡੀ ਵੱਡੀ ਕਥਾ ਲਿਖ ਦਿੱਤੀ ਨਾ, ਇੱਥੇ ਆ ਕੇ ਕਹਿੰਦੇ ਨਾ ਮੈਂ ਥੋੜੀਓ ਕਹੀ ਆ, ਬਹੁਤੀ ਨਹੀਂ ਕਹੀ। ਹਾਂਜੀ ਆਪਾਂ ਤਾਂ ਥੱਕ ਗਏ ਜੀ, 2 ਸਾਲ ਹੋ ਗਏ ਕਥਾ ਨੂੰ। ਹਾਂਜੀ ਤੇ ਕਹਿੰਦੇ ਕਥਾ ਬਹੁਤੀ ਨਹੀਂ ਕਹੀ, ਹਜੇ ਮੈਂ ਥੋੜੀਓ ਕਹੀ ਹੈ। ਮਤਲਬ ਕਥਾ ਤਾਂ ਬਹੁਤ ਜ਼ਿਆਦਾ ਹੈ, ਮੈਂ ਥੋੜੀ ਲਿਖੀ ਹੈ ਹਜੇ। ਨਹਿਮੋ ਤੇ ਸਭ ਜਾਏ ਬਣਾਈ। ਕਹਿੰਦੇ ਮੇਰੇ ਤੋਂ ਸਾਰੀ ਲਿਖੀ ਨਹੀਂ ਜਾਣੀ। I cannot write the whole thing. I cannot complete the life of ਗੁਰੂ ਨਾਨਕ। ਮੈਂ ਤੋਂ ਨਹੀਂ ਹੋ ਸਕਦਾ। ਰੱਬ ਕੀ ਮਹਿਮਾ ਉੱਚੋ ਉੱਚੀ। ਕਿਉਂਕਿ ਗੁਰੂ ਨਾਨਕ ਦੀ ਮਹਿਮਾ ਜਿਹੜੀ ਉੱਚੀਆਂ ਤੋਂ ਵੀ ਉੱਚੀ ਹੈ, ਬਹੁਤ ਉੱਚੀ ਹੈ, ਜਿਹੜੀ ਸਮਝ ਤੋਂ ਪਰੇ ਹੈ। ਮੇਰੀ ਮਤ ਹੈ ਨੀਚ ਹੋ ਨੀਚੀ। ਤੇ ਮੇਰੀ ਮਤ ਜਿਹੜੀ ਕਵੀ ਸੰਤੋਖ ਜੀ ਨੀਚ ਹੈ। ਗੁਰੂ ਦੀ ਮਤ ਬਹੁਤ ਉੱਚੀ ਹੈ, ਮੈਂ ਨੀਚ ਹਾਂ। ਇਸ ਕਰਕੇ ਮੇਰੇ ਤੋਂ ਸਾਰੀ ਨਹੀਂ ਕਹੀ ਜਾਂਦੀ। ਕੈਸੇ ਸਮਤਾ ਤਿਸ ਕੀ ਹੋਏ। ਹਾਂ ਕੈਸੇ ਸਮਤਾ, ਕਹਿਣ ਲੱਗੇ ਮੈਂ ਨੀਚ ਹਾਂ। ਗੁਰੂ ਦੀ ਉਸਤਤ ਜਿਹੜੀ ਹੈ, ਗੁਰੂ ਦਾ ਜੀਵਨ ਉੱਚਾ ਹੈ, ਇਹਦੀ ਸਮਤਾ ਬਰਾਬਰੀ ਨਹੀਂ ਹੋ ਸਕਦੀ। ਇਕੁਅਲਨ ਅਸੀਂ ਨਹੀਂ ਹੋ ਸਕਦੇ। ਰੰਚਕ ਮੇਰ ਸਮਝੀਏ ਸੋਏ। ਇਸ ਕਰਕੇ ਕਹਿੰਦੇ ਇੱਕ ਪਾਸੇ ਇੱਕ ਕਿਣਕਾ ਹੈ, ਇੱਕ ਪਾਰਟੀਕਲ ਹੈ, ਤੇ ਦੂਜੇ ਪਾਸੇ ਸੁਮੇਰ ਪਰਬਤ ਮਾਊਂਟਨ ਹੈ। ਕਹਿੰਦੇ ਕਿਵੇਂ ਕੰਪੇਅਰ ਕਰ ਸਕਦੇ ਹਾਂ? ਕੀਟੀ ਚਹੈ ਜੇ ਸਾਗਰ ਤਰਨੋ। ਦੇਖੋ ਜੇ ਇੱਕ ਕੀੜੀ ਚਾਹੁੰਦੀ ਆ ਨਾ ਵੀ ਮੈਂ ਇੱਕ ਓਸ਼ਨ ਨੂੰ ਤਰ ਜਾਵਾਂ, ਕਹਿੰਦੇ ਨਹੀਂ ਹੋ ਸਕਦਾ ਨਾ। ਇੱਕ ਕੀੜੀ ਇੱਕ ਓਸ਼ਨ ਨੂੰ, ਇੱਕ ਸਮੁੰਦਰ ਨੂੰ ਕਿਵੇਂ ਤਰ ਸਕਦੀ ਹੈ? ਇਸ ਪ੍ਰਕਾਰ ਹੋਇ ਪਾਰਨ ਪਰਨੋ। ਇਸ ਕਰਕੇ ਕਹਿੰਦੇ ਕਿਸ ਪ੍ਰਕਾਰ ਮੇਰਾ ਪਾਰ ਜਿਹੜਾ ਸੰਸਾਰ ਸਾਗਰ ਤੋਂ ਕਿਵੇਂ ਹੋ ਸਕਦਾ ਹੈ? ਗੁਰੂ ਤੋਂ ਬਗੈਰ ਮੈਂ ਨਹੀਂ ਤਰ ਸਕਦਾ। ਕੰਪਲੀਟ ਗੁਰੂ ਦੀ ਕਥਾ ਮੈਂ ਨਹੀਂ ਕਹਿ ਸਕਦਾ। ਆਪ ਜਿਹੇ ਬਿਦ ਬੈਕੁੰਠ ਸਿਧਾਰੇ। ਹੁਣ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤਿਆਰੀਆਂ ਕੀਤੀਆਂ ਆਪਣੇ ਸੱਚਖੰਡ ਜਾਣ ਦੀਆਂ, ਆਪਣੀ ਜੋਤੀ ਜੋਤ ਸਮਾਉਣ ਦੀਆਂ। ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤਿਆਰੀਆਂ ਕਰ ਰਹੇ ਹਨ। ਤਿਉ ਮੈਂ ਕਹਾਂ ਸੁਨੋ ਹਿਤ ਧਾਰੇ। ਸੋ ਪਿਆਰ ਦੇ ਨਾਲ ਤੁਸੀਂ ਸਾਰੇ ਸੁਣੋ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤਿਆਰੀ ਕੀਤੀ। ਇੱਕ ਦਿਵਸ ਚਲ ਦਲ ਕੀ ਛਾਈ। ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਵਿੱਚ ਬੈਠੇ ਹਨ। ਸਾਹਮਣੇ ਇੱਕ ਪਿੱਪਲ ਦਾ ਦਰਖਤ ਹੈ, ਬਹੁਤ ਛਾਂ, ਬਹੁਤ ਸੁੰਦਰ ਹੈ ਉਹ ਦਰਖਤ, ਉਹ ਟਰੀ ਪਿੱਪਲ ਦਾ। ਉਹਦੇ ਥੱਲੇ ਸਤਿਗੁਰੂ ਜੀ ਬੈਠੇ ਹਨ। ਬੈਠੇ ਹੁਤੇ ਭੋਰ ਜਗ ਸਾਈ। ਜਦੋਂ ਸਵੇਰ ਹੋਈ ਸਤਿਗੁਰੂ ਜੀ ਉੱਥੇ ਹੀ ਬੈਠੇ ਸਨ। ਜਦੋਂ ਸੂਰਜ ਚੜਿਆ ਮਹਾਰਾਜ ਜੀ ਉਹ ਪਿੱਪਲ ਦੇ ਦਰਖਤ ਦੇ ਥੱਲੇ ਜਾ ਕੇ ਬੈਠ ਗਏ। ਮਹਿਖੀ ਬੜਵਾ ਛੁਦਾ ਵਿਸੇਖੀ। ਉਸ ਵੇਲੇ ਜਿਹੜੀਆਂ ਹਨ ਮੱਝੀਆਂ ਘੋੜੀਆਂ ਜਿਹੜੀਆਂ ਸਨ, ਉਹ ਸਾਰੀਆਂ ਜਿਹੜੀਆਂ ਭੁੱਖੀਆਂ ਬਹੁਤ ਸਨ। ਮੱਝਾਂ ਨੂੰ ਹਜੇ ਖਾਣਾ ਨਹੀਂ ਮਿਲਿਆ ਸੀ, ਘੋੜੀਆਂ ਨੂੰ ਹਜੇ ਖਾਣਾ ਨਹੀਂ ਪਾਇਆ ਸੀ। ਸੋ ਸਾਰੇ ਪਸ਼ੂ ਭੁੱਖੇ ਸਨ। ਤ੍ਰਿਣ ਬਹੀਨ ਜਬ ਸਗਰੀ ਦੇਖੀ। ਜਦੋਂ ਮਹਾਰਾਜ ਨੇ ਦੇਖਿਆ ਸਾਰੇ ਜਿਹੜੇ ਵਿਚਾਰਿਆਂ ਨੂੰ ਘਾਹ ਨਹੀਂ ਪਾਇਆ, ਪੱਠੇ ਨਹੀਂ ਪਾਏ, ਸੋ ਇਹ ਸਾਰੇ ਜਿਹੜੇ ਜਾਨਵਰ ਭੁੱਖੇ ਸਨ। ਕਮਲਾ ਨਾਮ ਦਾਸ ਇਹ ਆਹਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਇੱਕ ਦਾਸ, ਇੱਕ ਸੇਵਕ ਖੜਾ ਸੀ ਜਿਹਦਾ ਨਾਂ ਸੀ ਕਮਲਾ।
ਸੋ ਮਹਾਰਾਜ ਨੇ ਉਸ ਵੇਲੇ ਕਮਲੇ ਨੂੰ ਤਿਹ ਬੁਲਾਇ ਕੈ ਸ੍ਰੀ ਪ੍ਰਭ ਕਹਾ। ਮਹਾਰਾਜ ਨੇ ਕਮਲੇ ਨੂੰ ਸੱਦਿਆ। ਹੁਣ ਕਹਿੰਦੇ ਕਮਲਾ ਇੱਧਰ ਆ ਤੂੰ ਹੁਣ। ਭਏ ਛੁਦਾਤੁਰ ਪਸ਼ੂ ਸਮੂਹਾ। ਇਹ ਸਾਰੇ ਜਿਹੜੇ ਪਸ਼ੂ ਹੁਣ ਜਿਹੜੇ ਭੁੱਖੇ ਬੈਠੇ ਹਨ, ਇਹਨਾਂ ਨੂੰ ਖਾਣਾ ਨਹੀਂ ਮਿਲਿਆ। ਅੰਨ ਹੋ ਤ੍ਰਿੜੰਗ ਜਾਏ ਨਿਜ ਚੂਹਾ। ਕਹਿੰਦੇ ਜਾ ਖੇਤਾਂ ਦੇ ਵਿੱਚ ਕੁਝ ਪੱਠੇ ਵੱਢ ਕੇ ਲਿਆ, ਇਹਨਾਂ ਨੂੰ ਹੁਣ ਖਾਣਾ ਦੇ। ਦੇਖੋ ਗੁਰੂ ਨਾਨਕ ਨੂੰ ਇੱਕ ਪਸ਼ੂਆਂ ਦੀ ਭੁੱਖ ਦਾ ਵੀ ਫਿਕਰ ਲੱਗਿਆ ਹੋਇਆ। ਕਹਿੰਦੇ ਵੀ ਉਹ ਪਸ਼ੂ ਭੁੱਖੇ ਨੇ, ਇਹਨਾਂ ਵਾਸਤੇ ਘਾਹ ਵੱਢ ਕੇ ਲਿਆ, ਕੁਝ ਪੱਠੇ ਪਾ ਕੇ ਲਿਆ। ਸੁਨ ਤਿਨ ਬਚਨ ਬਿਆਨਾ ਕੀਨਾ। ਉਸ ਵੇਲੇ ਇਹ ਜਿਹੜਾ ਕਮਲਾ ਹੈ ਨਾ, ਇਹ ਮਹਾਰਾਜ ਦੇ ਬਚਨ ਸੁਣ ਕੇ ਉਹ ਪੱਠੇ ਲੈਣ ਵਾਸਤੇ ਚਲਿਆ ਗਿਆ। ਜਹਾਂ ਵਿਸਾਲ ਘਾਸ ਕੋ ਚੀਨਾ। ਜਿੱਥੇ ਬਹੁਤ ਸਾਰਾ ਘਾਹ ਪਿਆ ਸੀ, ਜਿੱਥੇ ਬਹੁਤ ਸਾਰਾ ਘਾਹ ਸੀਗਾ, ਉਹਨੂੰ ਕੱਟ ਕੇ, ਜਿਹੜਾ ਸਟ੍ਰੋ ਗ੍ਰਾਸ ਜਿਹੜੇ ਹੁੰਦੇ ਨੇ ਉਹ ਸਾਰੇ ਕੱਟ ਕੇ ਉਹਨੇ ਪੰਡਾਂ ਬੰਨ ਲੀਆਂ। ਤਿਹ ਛਿਨ ਆਇਸ ਕੋ ਧਰ ਬੇਸਾ। ਉਸ ਵੇਲੇ ਤੇ ਸ਼ਨੋ, ਜਦੋਂ ਇਹ ਹਜੇ ਘਾਹ ਵੱਢ ਰਿਹਾ ਸੀ ਨਾ, ਉਸ ਵੇਲੇ ਕੀ ਹੋਇਆ, ਜਿਹੜੇ ਦੇਵਤੇ ਆ ਨਾ, ਜਿਵੇਂ ਬਰਮਾ, ਸ਼ਿਵ ਜੀ, ਵਿਸ਼ਨੂੰ, ਇੰਦਰ ਦੇਵਤਾ, ਜਿਹੜੇ ਦੇਵਤਿਆਂ ਤੋਂ ਵੱਡੇ ਦੇਵਤੇ ਨੇ, ਉਹ ਸਾਰੇ ਇੱਕ ਜਿਹੜੇ ਹਨ ਜੱਟ ਦਾ ਰੂਪ ਧਾਰਨ ਕਰਕੇ ਨਾ ਆ ਗਏ ਉਹ ਖੇਤਾਂ ਦੇ ਵਿੱਚ। ਉਹ ਕਮਲੇ ਕੋਲ ਆ ਗਏ। ਆਏ ਤ੍ਰੈ ਬਿਦ ਸੁਭੰਗ ਸੁਰੇਸਾ। ਕਹਿਣਗੇ ਉਸ ਵੇਲੇ ਇਹ ਚਾਰੇ ਦੇਵਤੇ ਸਾਰੇ ਇਕੱਠੇ ਹੋ ਕੇ ਆ ਗਏ ਖੇਤਾਂ ਵਿੱਚ ਕਮਲਾ ਦੇ ਕੋਲ, ਜਿਹੜਾ ਕਮਲਾ ਹੁਣ ਘਾਹ ਵੱਢ ਰਿਹਾ ਹੈ। ਕਮਲਾ ਜਾਤ ਵਹਿਰ ਕੋ ਹੇਰਾ। ਉਸ ਵੇਲੇ ਕਮਲਾ ਜਾਤ, ਕਮਲਾ ਨੇ ਜਿਹੜਾ ਹੈ ਉਹਨਾਂ ਨੂੰ ਜਾਂਦਿਆਂ ਵਹਿਰ ਦੇਖ ਲਿਆ। ਉਹ ਖੜੇ ਹਨ ਉੱਥੇ ਚਾਰ ਬੰਦੇ, ਤੇ ਉਹ ਦੇਖ ਕੇ ਕਹਿੰਦਾ ਵੀ ਇਹ ਨਵੇਂ ਜੇ ਬੰਦੇ ਆ, ਕਰਤਾਰਪੁਰ ਕੇ ਜੇ ਦੇਖੇ ਨਹੀਂ ਇਹ। ਨਾਮ ਲੈ ਤਬ ਉੱਚੋ ਟੇਰਾ। ਉਸ ਵੇਲੇ ਉਹ ਚਾਰਾਂ ਨੇ, ਬਰਮਾ, ਵਿਸ਼ਨੂੰ ਤੇ ਸ਼ਿਵ ਜੀ ਨੇ, ਤੇ ਨਾਲ ਇੰਦਰ ਹੈ, ਉਹਨਾਂ ਨੇ ਉੱਚੀ ਆਵਾਜ਼ ਨਾਲ ਕਮਲਾ ਨੂੰ ਸੱਦਿਆ। ਕਹਿੰਦਾ ਕਮਲਾ ਇੱਧਰ ਆ। ਨਿਕਟ ਬੁਲਾਇਓ ਬਚਨ ਉਚਾਰਾ। ਤੇ ਕੋਲ ਸੱਦ ਕੇ ਕਮਲਾ ਨੂੰ ਇਹ ਚਾਰੇ ਦੇਵਤੇ ਕਹਿੰਦੇ, ਇੱਕ ਕਾਰਜ ਤੁਮ ਕਰੋ ਹਮਾਰਾ। ਕਹਿੰਦੇ ਦੇਖ ਭਾਈ, ਸਾਡਾ ਇੱਕ ਕੰਮ ਤੂੰ ਕਰ। ਇਹ ਚਾਰੇ ਦੇਵਤੇ ਕਮਲਾ ਨੂੰ ਕਹਿੰਦੇ ਇੱਕ ਕੰਮ ਤੂੰ ਸਾਡਾ ਕਰ, ਹੁਣ ਇੱਕ ਤੈਨੂੰ ਕੰਮ ਦੇਣਾ ਹੈ ਅਸੀਂ। ਇਹ ਬੇਭੂਤ ਲੈ ਕੇ ਕਰ ਮਾਹੀ। ਉਹਨੇ ਕੀ ਕੀਤਾ, ਉਹਨਾਂ ਨੇ, ਸ਼ਿਵ ਜੀ ਨੇ ਜਿਹੜਾ ਹੈ ਇੱਕ ਜਿਹੜੀ ਹੈ ਨਾ ਰੇਤੇ ਦੀ ਜਿਹੜੀ ਹੈ ਰੇਤਾ ਆਪਣੀ ਮੁੱਠ ਵਿੱਚ ਭਰ ਕੇ ਕਮਲੇ ਨੂੰ ਫੜਾਇਆ। ਕਹਿੰਦਾ ਇਹ ਮੁੱਠ ਜਿਹੜੀ ਆ ਨਾ, ਇਹ ਰੇਤੇ ਦੀ, ਸੈਨ ਦੀ, ਤੂੰ ਲੈ ਜਾ। ਜਾਬ ਹੋ ਸ੍ਰੀ ਨਾਨਕ ਕੇ ਪਾਹੀ। ਇਹ ਜਿਹੜੀ ਹਨ ਮੁੱਠ ਭਰ ਕੇ ਜਿਹੜੀ ਹੈ ਰੇਤੇ ਦੀ, ਤੂੰ ਜਾ ਕੇ ਗੁਰੂ ਨਾਨਕ ਨੂੰ ਦੇ ਦੇ, ਗੁਰੂ ਨਾਨਕ ਨੂੰ ਜਾ ਕੇ ਦਿਖਾ ਦੇ। ਸ਼ੋਈ ਟੂ ਗੁਰੂ ਨਾਨਕ। ਫਿਰ ਹਾਂਜੀ ਜਾਏ ਦਿਖਾਵਹਿਗੋ ਤੂੰ ਜਬ ਹੀ। ਹਾਂ, ਕਹਿਣਗੇ ਜਦੋਂ ਤੂੰ ਜਾ ਕੇ ਇਹ ਮਿੱਟੀ ਜਿਹੜਾ ਹਨ ਮੁੱਠੀ ਭਰੀ ਹੋਈ ਜਾ ਕੇ ਗੁਰੂ ਨਾਨਕ ਨੂੰ ਦਿਖਾਏਗਾ, ਉੱਤਰ ਕਛੂ ਦੇਹੇ ਪ੍ਰਭ ਤਬ ਹੀ। ਉਸ ਵੇਲੇ ਗੁਰੂ ਨਾਨਕ ਤੈਨੂੰ ਕੁਝ ਕਹੇਗਾ, ਗੁਰੂ ਨਾਨਕ ਨੇ ਤੈਨੂੰ ਕੁਝ ਆਨਸਰ ਦੇਗਾ ਇਹ ਰੇਤੇ ਨੂੰ ਦੇਖ ਕੇ। ਸੋ ਸੁਨ ਕੇ ਹਮ ਪਾਸ ਕਹੀ ਹਾਂ, ਤੂੰ ਉਹ ਉੱਤਰ ਸੁਣ ਕੇ ਤੂੰ ਸਾਨੂੰ ਆ ਕੇ ਦੱਸੀ ਵੀ ਗੁਰੂ ਨਾਨਕ ਦਾ ਕੀ ਉਪਦੇਸ਼ ਹੈ, ਗੁਰੂ ਨਾਨਕ ਕੀ ਕਹਿ ਰਿਹਾ ਹੈ। ਜਾਹੋ ਅਬੈ ਨਹਿ ਬਿਲਮ ਕੀਜੈ। ਸੋ ਇਸ ਕਰਕੇ ਤੂੰ ਛੱਤੀ ਜਾ, ਹੁਣ ਜਾ ਕੇ ਇਹ ਰੇਤੇ ਦੀ ਜਿਹੜੀ ਹਨ ਮੁੱਠ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦਿਖਾ। ਕਮਲੇ ਪਿਖ ਸਰੂਪ ਤਿਨ ਕੇਰਾ। ਕਮਲਾ ਉਹਨਾਂ ਵੱਲ ਦੇਖਦਾ ਵੀ ਇਹ ਕੌਣ ਹੈ, ਕਿਉਂ ਮੈਨੂੰ ਇੱਕ ਮੁੱਠੀ ਜਿਹੜੀ ਸਹਿੰਦੀ ਦੇ ਰਿਹਾ। ਹੁਣ ਕਮਲੇ ਨੂੰ ਤਾਂ ਪਤਾ ਨਹੀਂ ਸੀ ਵੀ ਇਹ ਚਾਰੇ ਦੇਵਤੇ ਨੇ। ਸੋ ਬੜਾ ਹੈਰਾਨ ਜਾ ਹੈ। ਕ੍ਰਾਂਤ ਮਾਨ ਅਤ ਸੁਬਤ ਕਨੇਰਾ। ਉਸ ਵੇਲੇ ਕ੍ਰਾਂਤ, ਉਹਨਾਂ ਦਾ ਮਨ ਜਿਹੜਾ ਬਹੁਤ ਸ਼ਕਤੀ ਵਿੱਚ ਸੀ, ਕਿਉਂਕਿ ਗੁਰੂ ਨਾਨਕ ਨੇ ਕਿਹਾ ਵੀ ਪੱਠੇ ਵੱਢ ਕੇ ਲਿਆਣਾ। ਸੋ ਕਮਲਾ ਹੁਣ ਉਹ ਸੋਚੀ ਜਾਂਦਾ ਹੈ ਕਿ ਮੈਂ ਪੱਠੇ ਵੱਢ ਕੇ ਮਿਲ ਕੇ ਪਸ਼ੂਆਂ ਨੂੰ ਪਾਉਣੇ ਹਨ, ਨਹੀਂ ਤਾਂ ਗੁਰੂ ਨਾਨਕ ਦੇਵ ਜੀ ਗੁੱਸੇ ਹੋਣਗੇ। ਸੋ ਉਹਨੂੰ ਇਹ ਫਿਕਰ ਲੱਗਿਆ ਹੋਇਆ ਹੈ। ਅਚਰਜ ਭਇਓ ਤਬੈ ਮਨ ਮਾਹੀ। ਉਸ ਜਿਹੜਾ ਹਨ ਕਮਲੇ ਨੂੰ ਬੜੀ ਹੈਰਾਨਗੀ ਹੈ ਵੀ ਮੈਂ ਇੱਥੇ ਪੱਠੇ ਲੈਣਾ ਹੈ, ਇਹਨਾਂ ਨੂੰ ਮਿੱਟੀ ਦੇਣ ਦੀ ਲੱਗੀ ਪਈ ਆ, ਇਹਨੂੰ ਵਾਟ ਹੈਪਨਿੰਗ ਹੈ ਨਾ। ਉਹ ਬੜਾ ਹੈਰਾਨ ਜਾ ਹੋਇਆ ਵਿਚਾਰਾ। ਲਖੇ ਨਾ ਚਾਹੇ ਕਿ ਸੁਰ ਨਰ ਆਹੀ। ਹਾਂ, ਕਹਿਣਗੇ ਪਰ ਉਹ ਤੋਂ ਜਾਣਿਆ ਨਹੀਂ ਜਾਂਦਾ ਵੀ ਇਹ ਤਾਂ ਸਾਰੇ ਦੇਵਤੇ ਨੇ ਜਿਨ੍ਹਾਂ ਦੀ ਦੁਨੀਆ ਲੋਕ ਪੂਜਾ ਕਰਦੀ ਹੈ, ਇਹ ਤਾਂ ਇੱਥੇ ਖੜੇ ਨੇ। ਹਟਣ ਲੱਗਿਓ ਉਰ ਭਈ ਵਿਚਾਰਾ। ਫਿਰ ਉਸ ਵੇਲੇ ਹਟਣ ਲੱਗਿਆ, ਹਟ ਕੇ ਆਉਣ ਲੱਗਿਆ ਵਾਪਸ, ਉਹਨਾਂ ਦੀ ਗੱਲ ਮੰਨ ਕੇ ਵਾਪਸ ਆਉਣ ਲੱਗਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਹੁਣ ਕਹਿ 300 ਬਚਨ ਉਚਾਰਾ। ਉਹਨੇ ਉਸ ਵੇਲੇ ਜਿਹੜਾ ਹੈ ਵਿਚਾਰ ਕਰਕੇ ਉਹ ਚਾਰਾਂ ਦੇਵਤਿਆਂ ਨੂੰ ਕਿਹਾ ਕਮਲੇ ਨੇ, ਸਤਿਗੁਰ ਕੀ ਆਇਸ ਅਸ ਮੋਹੀ। ਕਹਿਣਗੇ ਦੇਖੋ ਭਾਈ, ਤੁਹਾਡਾ ਕੰਮ ਵੀ ਠੀਕ ਆ, ਅਰਜੈਂਟ ਆ, ਪਰ ਮੈਨੂੰ ਤਾਂ ਗੁਰੂ ਨਾਨਕ ਨੇ ਕੋਈ ਕੰਮ ਵਾਸਤੇ ਭੇਜਿਆ ਨਾ, ਇੱਥੇ ਆ ਪੱਠੇ ਲਿਆਉਣ ਵਾਸਤੇ ਮੈਨੂੰ ਕਿਹਾ ਹੈ। ਹੁਣ ਜਾਵੋ ਤ੍ਰਿਣ ਭਾਰ ਜੇ ਹੋਹੀ। ਹਾਂ, ਕਹਿਣ ਲੱਗੇ ਜੇ ਮੈਂ ਉਹਨਾਂ ਕੋਲ ਚਲਿਆ ਗਿਆ ਤੇ ਮੈਂ ਇਹ ਘਾਹ ਨਾ ਲੈ ਕੇ ਗਿਆ ਤਾਂ ਮੈਂ ਤਾਂ ਗਾਲਾਂ ਹੀ ਖਾਊਂਗਾ ਨਾ। ਜਿਹੜੇ ਕੰਮ ਵਾਸਤੇ ਮੈਂ ਆਇਆ ਉਹ ਤਾਂ ਪੂਰਾ ਨਾ ਹੋਇਆ ਮੇਰਾ। ਓਏ ਮਹੂਰਤ ਮਹਿ ਕਰ ਲੈ ਹੋ। ਦੇਖੋ ਕਹਿੰਦੇ ਦੋ ਮੁਹੂਰਤ ਹੁੰਦੇ, ਇੱਕ ਮੁਹੂਰਤ ਦਾ 48 ਮਿੰਟਸ ਦਾ। ਸੋ ਦੋ ਮੁਹੂਰਤ ਮੀਨਸ 1.5 ਆਵਰਸ, 1.5 ਘੰਟਾ ਹੋ ਗਿਆ। ਹੁਣ ਤੁਮ ਜਾਏ ਸੰਦੇਸ਼ਾ ਦੇ ਹੋ। ਹਾਂ, ਕਹਿਣ ਲੱਗੇ ਮੈਂ ਜਾ ਕੇ ਨਾ ਪੱਠੇ ਵੱਢ ਕੇ ਮੈਂ ਉੱਥੇ ਜਾ ਕੇ ਪਸ਼ੂਆਂ ਨੂੰ ਖਿਲਾ ਕੇ ਮੈਂ ਫੇਰ ਤੁਹਾਡੇ ਕੋਲ ਆਵਾਂਗਾ, ਤੁਸੀਂ ਮੈਨੂੰ ਮਿੱਟੀ ਦੇ ਦਿਓ, ਮੈਂ ਜਾ ਕੇ ਦਿਖਾ ਦੂੰਗਾ, ਬਟ ਆਈ ਨੀਡ 1.5 ਆਵਰਸ, ਮੈਨੂੰ ਇੰਨਾ ਟਾਈਮ ਦੇ ਦਿਓ ਦੇਵਤਿਆਂ ਨੂੰ। ਕਹਿੰਦਾ ਕਮਲਾ। ਤਬ ਸੁਰੇਸ਼ ਉੱਠ ਐਸੋ ਕੀਨਾ। ਉਸ ਵੇਲੇ ਕੀ ਹੋਇਆ, ਇੰਦਰ ਬੈਠਾ ਸੀ। ਹੁਣ ਇੰਦਰ ਸੀ ਨਾ ਉਹਨਾਂ ਵਿੱਚੋਂ ਇੱਕ, ਇੰਦਰ ਉੱਠ ਖੜਿਆ। ਇੰਦਰ ਨੇ ਉੱਠ ਕੇ ਪਤਾ ਕੀ ਕੀਤਾ ਉਸ ਵੇਲੇ, ਭਾਰ ਤ੍ਰਿਣਨ ਮੁਸਕ ਕਰ ਦੀਨਾ। ਉਹਨੇ ਕੀ ਕੀਤਾ, ਐਂ ਲੈ ਕੇ ਨਾ ਆਪਣਾ ਹੱਥ, ਘਾਹ ਜਿਹੜਾ ਸੀ ਨਾ ਥੱਲੇ ਜਿਵੇਂ ਨੋਰਮਲ ਘਾਹ ਹੁੰਦਾ, ਉਹਨੇ ਘਾਹ ਚੱਕ ਕੇ ਆਪਣੇ ਹੱਥ ਦੇ ਵਿੱਚ ਪੰਡ ਬਣਾਤੀ, ਵੱਡੀ ਪੰਡ ਬਣਾ ਕੇ ਕਮਲੇ ਨੂੰ ਕਹਿੰਦਾ ਲੈ ਜਾ, ਲੈ, ਕੱਟਣ ਦੀ ਲੋੜ ਹੀ ਨਹੀਂ, ਰੈਡੀਮੇਡ ਮਿਲ ਗਿਆ ਤੈਨੂੰ। ਹਾਂਜੀ ਚੱਕ ਕਿੰਨੀਆਂ ਪੰਡਾਂ ਚਾਹੀਦੀਆਂ, ਉਹ ਚੱਕ ਕੇ ਬਸ ਐਂ ਪੰਡ ਬਣਾਤੀ ਉਸਨੇ।
ਚੱਕ ਕੇ ਫੜਾਤੀ ਜੀ ਕਮਲੇ ਨੂੰ। ਸਿਰ ਉਚਵਾਏ ਸੋ ਪੁਰੀ ਪਠਾਵਾ। ਸੋ ਉਹ ਸਿਰ ਤੇ ਚੁੱਕ ਕੇ ਕਮਲਾ ਵਾਪਸ ਆ ਰਿਹਾ ਹੈ। ਕਮਲੇ ਹਿਰਦੈ ਅਚਰਜ ਪਾਵਾ। ਹੁਣ ਕਮਲਾ ਬੜਾ ਹੈਰਾਨ ਹੈ ਕਿ ਇਹਦਾ ਬੰਦਾ ਕਿਹੋ ਜਿਹਾ ਸੀਗਾ ਹੈ। ਇੱਕ ਮੁੱਠੀ ਜਿਹੜਾ ਉਹਨੇ ਘਾ ਚੁੱਕ ਕੇ ਇੱਕ ਪੰਡ ਬਣਾਤੀ। ਹਾਂਜੀ ਵੀ ਇੱਕ ਨੋਰਮਲ ਬੰਦਾ ਤਾਂ ਹੋ ਨਹੀਂ ਸਕਦਾ। ਅਜਮਤ ਯੁਕਤ ਤੇਜ ਦੇ ਪਤਾਈ। ਉਹ ਜਿਹੜਾ ਅਜਮਤ ਕਹਿਣ ਲੱਗੇ, ਫਿਰ ਉਹ ਕਮਲਾ ਸੋਚਦਾ ਵੀ ਕਹਿੰਦਾ ਬੜੀ ਸ਼ਕਤੀ ਹੈ, ਇਹਦਾ ਮੂੰਹ ਤੋਂ ਵੀ ਜਿਹੜਾ ਪ੍ਰਕਾਸ਼ ਗਲੋ ਆ ਰਿਹਾ ਹੈ ਬੜਾ। ਭੇਵ ਨਾ ਇਨਕੋ ਜਾਣਿਓ ਜਾਏ। ਪਰ ਉਹ ਜਾਣਦਾ ਨਹੀਂ ਸੀ ਵੀ ਉਹ ਕੌਣ ਹਨ। ਪੁਰ ਮਹਿ ਤੂਰਨ ਜਬ ਹੀ ਆਵਾ। ਜਦੋਂ ਉਹ ਚੱਲ ਕੇ ਜਿਹੜਾ ਹਨ ਵਾਪਸ ਕਰਤਾਰਪੁਰ ਚ ਆ ਗਿਆ, ਉੱਥੇ ਧਰਮਸਾਲ ਕੋਲ ਆ ਗਏ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਵੇਖਤ ਹੋਤੇ ਪ੍ਰਭ ਬਚਨ ਅਲਾਵਾ। ਵੇਖਤ ਗੁਰੂ ਨਾਨਕ ਸਾਹਿਬ ਜੀ ਦੇਖ ਰਹੇ ਸਨ ਕਮਲੇ ਵੱਲ। ਉਹ ਰਸਤਾ ਦੇਖ ਰਹੇ ਜੋ ਕਮਲਾ ਆ ਗਿਆ ਨਾ ਪੰਡ ਚੁੱਕ ਕੇ ਸਾਰੀ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਮਲੇ ਜਸਪਦ ਤ੍ਰਿਣ ਲੈ ਆਇਓ। ਕਹਿਣ ਲੱਗੇ ਕਮਲਿਆ ਤੂੰ ਬੜੀ ਛੱਤੀ ਘਾਹ ਕੱਟ ਕੇ ਲਿਆਂਦਾ। ਤੂੰ ਕੱਟਣਾ ਸੀ ਉਹਨੂੰ, ਫੇਰ ਉਹਨੂੰ ਬੰਨਣਾ ਸੀ, ਤਾਂ ਤੂੰ ਚੱਕਣਾ ਸੀ। ਤੂੰ ਤਾਂ ਬਹੁਤ ਛੱਤੀ ਆ ਗਿਆ। ਐਡੀ ਪੰਡ ਵੀ ਤੂੰ ਚੁੱਕ ਲਿਆ ਕਿਉਂਕਿ ਉਹ ਇੰਦਰ ਨੇ ਦੇਤਾ ਨਾ। ਕਹਿੰਦਾ ਤੂੰ ਬੜੀ ਛੱਤੀ ਆ ਗਿਆ। ਕਿਦੋਂ ਕਿਸੂ ਕੋ ਜਾਏ ਚੁਰਾਇਓ। ਕਹਿਣ ਲੱਗੇ ਕਮਲਿਆ ਕਿਸੇ ਦਾ ਚੋਰੀ ਕਰਕੇ ਤਾਂ ਨਹੀਂ ਲਿਆਂਦਾ। ਹਾਂਜੀ ਕਿਸੇ ਦਾ ਵੱਡਿਆ ਪਿਆ ਹੋਣਾ, ਤੂੰ ਜਾ ਕੇ ਚੁੱਕ ਲਿਆਇਆ ਹੋਣਾ। ਕਹਿੰਦਾ ਇਹ ਤਾਂ ਨਹੀਂ ਕੰਮ ਹੋਇਆ ਤੇਰਾ ਕਿਤੇ। ਬਲ ਛਲ ਕਰ ਜੇ ਲੀਨੇ ਪਰ ਕੋ। ਮਹਾਰਾਜ ਕਹਿੰਦੇ ਜੇ ਤੂੰ ਇਹ ਪਰਾਇਆ ਧਨ ਲੈ ਕੇ ਆਇਆ ਨਾ, ਕਿਸੇ ਹੋਰ ਦਾ ਚੁੱਕ ਕੇ ਲਿਆਇਆ, ਤੂੰ ਜਾ ਕੇ ਚੋਰੀ ਕੀਤੀ ਜਾਂ ਕਿਸੇ ਦਾ ਚੁੱਕਿਆ ਹੈ, ਤਾਂ ਫਿਰ ਕੌਣ ਹੈ ਜਾਹੋ ਅਗਾਰੀ ਘਰ ਕੋ। ਫਿਰ ਤੂੰ ਘਰ ਚ ਨਾ ਜਾ। ਫਿਰ ਅਸੀਂ ਚੋਰੀ ਦਾ ਮਾਲ ਆਪਣੇ ਡੰਗਰਾਂ ਨੂੰ ਨਹੀਂ ਦੇਣਾ। ਦੇਖੋ ਗੁਰੂ ਨਾਨਕ ਸਾਹਿਬ ਦਾ ਕਨਸੈਪਟ ਕੀ ਹੈ, ਚੋਰੀ ਦਾ ਮਾਲ ਉਹਨਾਂ ਨੇ ਆਪਣੇ ਪਸ਼ੂਆਂ ਨੂੰ ਵੀ ਨਹੀਂ ਦੇਣਾ। ਆਪਾਂ ਬੰਦੇ ਆ ਜਿਹੜਾ ਚੋਰੀ ਦਾ ਮਾਲ ਲੈ ਕੇ ਆਪਣੇ ਬੱਚਿਆਂ ਨੂੰ ਵੀ ਖਿਲਾ ਦਿੰਦੇ ਆ। ਦੇਖੋ ਗੁਰੂ ਨਾਨਕ ਦਾ ਕਨਸੈਪਟ ਕੀ ਹੈ। ਕਹਿੰਦੇ ਵੀ ਜੇ ਚੋਰੀ ਦਾ ਮਾਲ ਹੈ ਤਾਂ ਸਾਡੇ ਪਸ਼ੂਆਂ ਨੂੰ ਨਾ ਖਿਲਾਵੇ, ਕਿਉਂਕਿ ਪਸ਼ੂਆਂ ਨੇ ਦੁੱਧ ਦੇਣਾ ਹੈ। ਐਂਡ ਆਫ ਦ ਡੇ ਆਪਾਂ ਦੁੱਧ ਪੀਣਾ, ਤੇ ਦੁੱਧ ਵੀ ਜੇ ਉਹ ਪੱਠੇ ਜਿਹੜੇ ਚੋਰੀ ਦੇ ਹੋਏ ਫਿਰ ਦੁੱਧ ਵੀ ਤਾਂ ਚੋਰੀ ਦਾ ਹੀ ਹੋਇਆ ਨਾ, ਹਨਾ। ਸੋ ਫਿਰ ਉਹ ਸਾਰਾ ਹੀ ਰਾਲ ਮਿਲ ਜਾਂਦਾ ਹੈ। ਹਮਰੇ ਮਹਿਖਨ ਨਾਹੇ ਖੁਆਏ। ਹਾਂ ਕਹਿਣ ਲੱਗੇ ਫਿਰ ਸਾਡੀਆਂ ਮੱਝਾਂ ਨੂੰ ਤੂੰ ਇਹ ਘਾਹ ਨਾ ਖਿਲਾਈ। ਮੋਹਰ ਧਰੋ ਜੇ ਤੇ ਤੂੰ ਲਿਆਏ। ਹਾਂ ਕਹਿਣ ਲੱਗੇ ਜੇ ਕਹਿਣਾ ਇਹ ਗੱਲ ਹੈ ਬੋਹਰ ਧਰੋ, ਕਹਿਣ ਲੱਗੇ ਫੇਰ ਜੇ ਤੂੰ ਲਿਆਂਦਾ ਹੈ ਤਾਂ ਫੇਰ ਤੂੰ ਜਾ ਕੇ ਉਹਨਾਂ ਦੇ ਦਰ, ਜੇ ਤੂੰ ਲੈ ਕੇ ਆਇਆ ਫਿਰ। ਦੋਹਰਾ ਕਮਲਾ ਬੋਲਿਓ ਬੰਦ ਕਰ ਨਹੀਂ ਚੁਰਾਇਓ ਜਾਏ। ਕਮਲਾ ਕਹਿੰਦਾ ਮਹਾਰਾਜ ਮੈਂ ਚੋਰੀ ਕਰਕੇ ਨਹੀਂ ਲਿਆਂਦਾ, ਮੈਂ ਇਹ ਚੋਰੀ ਨਹੀਂ ਕੀਤੀ, ਮੈਂ ਕਿਸੇ ਦਾ ਨਹੀਂ ਚੱਕਿਆ। ਜਿਉ ਅੰਨੇ ਤੂਰਨ ਤ੍ਰਿਣਨ ਤਿਉ ਸੁਣੀਏ ਸੁਖਦਾਏ। ਮਹਾਰਾਜ ਇਹ ਮੈਨੂੰ ਇੰਨਾ ਜਿਹੜਾ ਹੈ ਘਾਹ ਇੰਨੀ ਛੱਤੀ ਦੇ ਵਿੱਚ ਇੰਨੀ ਇੰਸਟੈਂਟਲੀ ਕਿਸ ਤਰ੍ਹਾਂ ਮਿਲ ਗਿਆ ਮਹਾਰਾਜ, ਉਹ ਸੁਣ ਲਓ ਹੁਣ। ਚੌਪੇ ਤ੍ਰੈ ਜੋਗੀ ਬਾਹਰ ਹੈ ਵੈਸੇ। ਮਹਾਰਾਜ ਮੈਂ ਨਾ ਉੱਥੇ ਨਾ 3 ਜੋਗੀ ਦੇਖੇ ਸੀ ਬੈਠੇ। ਸੋ ਹੁਣ ਉਹ 4 ਦੇਵਤੇ ਸੀ ਨਾ, ਪਰ ਦੇਖਣ ਨੂੰ ਹੁਣ 3 ਲੱਗਦੇ ਸੀ, ਬਿਕੋ ਸ਼ਿਵ ਜੀ ਹੁਣ ਜਿਹੜੇ ਹਨ ਉਹ ਆਪਣੇ ਦਿਖਾਈ ਨਹੀਂ ਦਿੰਦੇ, ਉਹ ਮੌਤ ਦਾ ਦੇਵਤਾ ਹੈ ਨਾ। ਸੋ ਕਹਿੰਦੇ ਉਹ 3 ਦੇਵਤੇ ਉੱਥੇ ਬੈਠੇ ਮੈਂ ਦੇਖੇ ਮੈਂ ਸੋ ਅਜਮਤੀ ਜੈਸੇ। ਕਹਿਣਗੇ ਮੈਂ ਦੇਖਿਆ ਵੀ ਕਰਾਮਾਤੀ ਸੀ, ਉਹਨਾਂ 'ਚ ਸ਼ਕਤੀਆਂ ਵਾਲੇ ਹਨ। ਏਕ ਮੁਸਤ ਮਹਿ ਤ੍ਰਿਣ ਤਿਨ ਕੇ। ਕਹਿਣਗੇ ਇੱਕ ਮੁੱਠੀ ਘਾਹ ਵਿੱਚੋਂ ਉਹਨਾਂ ਨੇ ਇੱਕ ਪੰਡ ਬਣਾਤੀ। ਭਾਰ ਬੰਦਾਏ ਉਚਾਏ ਦਿਓ ਤੇ ਉਹਨਾਂ ਨੇ ਆਪੇ ਬੰਨ ਕੇ ਮੈਨੂੰ ਦੇਤਾ, ਮੈਨੂੰ ਚਕਾਤਾ ਸਿਰ ਤੇ। ਤੁਮਕੋ ਇੱਕ ਸੰਦੇਸ਼ਾ ਦੀਨੋ। ਪਰ ਕਹਿੰਦੇ ਤੁਹਾਡੇ ਵਾਸਤੇ ਇੱਕ ਮੈਸੇਜ ਭੇਜਿਆ ਉਹਨਾਂ ਨੇ, ਕਿ ਸੰਦੇਸ਼ਾ ਤੁਹਾਨੂੰ ਦਿੱਤਾ ਹੈ। ਕਹਿ ਪਟ ਗਾਂਠੀ ਖੋਲਣ ਕੀਨੋ। ਉਹਨੇ ਕੀ ਕੀਤਾ, ਆਪਣੇ ਬਸਤਰ ਦੇ ਨਾਲ ਨਾ ਉਹ ਮਿੱਟੀ ਜਿਹੜੀ ਉਹਨਾਂ ਦਿੱਤੀ ਸੀ ਨਾ ਆਪਣੇ ਚੋਲੇ ਨਾਲ ਬੰਨ ਲਈ ਸੀ। ਸੋ ਗੰਢ ਜੀ ਦੇਤੀ ਸੀ, ਉਹ ਗੰਢ ਖੋਲੀ ਹੁਣ ਕਮਲਾ ਨੇ ਖੋਲ ਕੇ ਉਹ ਗੰਢ। ਦਈ ਵਿਭੂਤ ਗੁਰੂ ਕਰ ਮਹਿ ਜਬ। ਉਹਨਾਂ ਨੇ ਕੀ ਕੀਤਾ, ਚੱਕ ਕੇ ਉਹ ਜਿਹੜੀ ਰੇਤਾ ਸੀ ਮਹਾਰਾਜ ਦੇ ਹੱਥ 'ਚ ਫੜਾਤੀ ਗੁਰੂ ਨਾਨਕ ਦੇਵ ਜੀ ਦੇ। ਸ਼ੰਕਰ ਪਰ ਕੀ ਜਾਣ ਲਈ ਤਬ। ਮਹਾਰਾਜ ਨੇ ਜਾਣ ਲਿਆ। ਉਹਦਾ ਮੈਸੇਜ ਪਤਾ ਕੀ ਸੀਗਾ, ਕਿ ਗੁਰੂ ਨਾਨਕ ਨੂੰ ਇਹ ਮੈਸੇਜ ਸੀਗਾ ਵੀ ਤੁਸੀਂ ਹੁਣ ਸੱਚਖੰਡ ਜਾਣਾ। ਦੈਟ ਵਾਸ ਦ ਮੈਸੇਜ। ਵੀ ਜਿਹੜਾ ਹਨ ਉਹ ਜਿਹੜੀ ਉਹ ਰੇਤਾ ਸੀ ਨਾ, ਵੀ ਉਹ ਸ਼ਿਵ ਜੀ ਦਾ, ਸ਼ਿਵ ਜੀ ਆਪਣੇ ਸਰੀਰ ਤੇ ਨਹੀਂ ਮਲਦਾ। ਹਾਂ ਉਹ ਰੇਤਾ ਕਹਿੰਦੇ ਉਹ ਦਿਖਾ ਦਿੱਤਾ ਵੀ ਤੁਹਾਡਾ ਹੁਣ ਜਿਹੜਾ ਹੈ ਤੁਸੀਂ ਸੱਚਖੰਡ ਆ ਜਾਓ ਵਾਪਸ, ਕਮ ਬੈਕ ਟੂ ਸੱਚਖੰਡ। ਉਹ ਸੀਗਾ ਮੈਸੇਜ। ਹਾਂਜੀ ਕਮਲਾ ਹਮਰੋ ਲਿਆਏ ਸੰਦੇਸ਼ਾ। ਮਹਾਰਾਜ ਜੀ ਹੱਸ ਕੇ ਕਹਿੰਦੇ ਕਮਲਾ ਨੂੰ, ਕਮਲਿਆ ਤੂੰ ਸਾਡੇ ਵਾਸਤੇ ਬੜਾ ਵੱਡਾ ਮੈਸੇਜ ਲੈ ਕੇ ਆਇਆ ਹਾਂ। ਦੀਨ ਬੇਰ ਇਉਂ ਕਹਿ ਜਗਤੇਸਾ। 3 ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਰਿਪੀਟ ਕੀਤੀ, ਕਹਿੰਦੇ ਵੱਡਾ ਸੰਦੇਸ਼ਾ ਲੈ ਕੇ ਆਇਆ ਹਾਂ। ਬਹੁਰ ਬਚਨ ਉਚਰੇ ਸ੍ਰੀ ਬਦਨਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ, ਕਮਲੇ ਜਾਹੋ ਸਧਾਰਨ ਸਦਨਾ। ਕਹਿਣਗੇ ਕਮਲਿਆ ਤੂੰ ਐਂ ਕਰ, ਸਧਾਰਨ ਭਾਈ ਸਧਾਰਨ ਜੀ ਜਿਹੜੇ ਹੋਏ ਆ ਨਾ, ਭਾਈ ਲਹਿਣਾ ਜੀ ਜਦੋਂ ਵਾਪਸ ਖਡੂਰ ਸਾਹਿਬ ਨੂੰ ਚਲੇ ਗਏ ਸੀ ਨਾ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੇਵਾਦਾਰ ਸੀ ਉਹ ਭਾਈ ਸਧਾਰਨ ਜੀ ਸੀਗਾ। ਸੋ ਭਾਈ ਸਧਾਰਨ ਜੀ ਮਹਾਰਾਜ ਦੀ ਸੇਵਾ ਕਰਿਆ ਕਰਦਾ ਸੀ। ਸੋ ਮਹਾਰਾਜ ਨੇ ਕਿਹਾ ਕਿ ਕਮਲਿਆ ਜਾ ਕੇ ਸਧਾਰਨ ਨੂੰ ਸਦਕੇ ਲਿਆ ਹੁਣ। ਅਨਹੋ ਹਮਰੇ ਨਿਕਟ ਬੁਲਾਈ। ਜਾ ਉਹਨੂੰ ਸਦਕੇ ਸਾਡੇ ਕੋਲ ਲੈ ਕੇ ਆ ਹੁਣ। ਕਮਨਿਓ ਕਮਲਾ ਆਏ ਸਪਾਈ। ਸੋ ਮਹਾਰਾਜ ਦੀ ਆਗਿਆ ਪਾ ਕੇ ਕਮਲਾ ਜਿਹੜਾ ਸੀ ਭਾਈ ਸਧਾਰਨ ਨੂੰ ਸੱਦਣ ਚਲਿਆ ਗਿਆ। ਸ੍ਰੀ ਅੰਗਦ ਤੇ ਸੋ ਪਛਾਤੀ। ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਕਰਤ ਰਹਿਤ ਸੇਵਾ ਦਿਨ ਰਾਤ। ਭਾਈ ਸਧਾਰਨ ਜਿਹੜਾ ਸੀ ਦਿਨ ਰਾਤ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕਰਿਆ ਕਰਦਾ ਸੀ। ਰਾਤ ਦਿਨ ਉਹਨਾਂ ਨੇ ਸੇਵਾ ਕਰਨੀ। ਸਗਰੇ ਬਸਤਰ ਸਵੱਛ ਸੋ ਕਰਹੀ। ਦੇਖੋ ਉਹਦਾ ਕੀ ਕਰਦਾ ਹੁੰਦਾ ਸੀ, ਮਹਾਰਾਜ ਦੇ ਕੱਪੜੇ
ਕੱਪੜੇ ਧੋਇਆ ਕਰਦਾ ਸੀਗਾ। ਜਿਹੜੇ ਮਹਾਰਾਜ ਦੇ ਉਤਲੇ ਕੱਪੜੇ ਆ ਨਾ, ਉਹ ਭਾਈ ਸਧਾਰਨ ਜੀ ਧੋ ਕੇ ਉਹਨਾਂ ਨੂੰ ਸਾਫ਼ ਕਰਿਆ ਕਰਦਾ ਸੀ। ਚਰਨ ਪਖਾਰ ਹਰਖ ਔਰ ਭਰਹੀ, ਫਿਰ ਹਮੇਸ਼ਾ ਮਹਾਰਾਜ ਦੇ ਚਰਨ ਉਹੀ ਧੋਂਦਾ ਹੁੰਦਾ ਸੀ। ਇਤੇ ਆਦਿਕ ਜੋ ਸੇਵਾ ਸਾਰੀ। ਸੋ ਇਹ ਸਾਰੀ ਜਿੰਨੀ ਵੀ ਸੇਵਾ ਹੈ ਨਾ ਭਾਈ ਸਧਾਰਨ ਜੀ ਕਰਿਆ ਕਰਦੇ ਸਨ, ਜਿਹੜੀ ਪਰਸਨਲ ਸੇਵਾ ਸੀ ਗੁਰੂ ਨਾਨਕ ਸਾਹਿਬ ਜੀ ਦੀ। ਕਰਤ ਸਦਾ ਪ੍ਰੀਤੀ ਔਰ ਧਾਰੀ, ਕਹਿੰਦੇ ਪ੍ਰੀਤੀ, ਬਹੁਤ ਹੀ ਪ੍ਰੀਤ, ਬੜੇ ਪ੍ਰੇਮ ਦੇ ਨਾਲ ਉਹ ਸੇਵਾ ਕਰਿਆ ਕਰਦਾ ਸੀ। ਸੋ ਬੁਲਵਾਏ ਲੀਨ ਨਿਜ ਸੰਗਾ, ਸੋ ਮਹਾਰਾਜ ਨੇ ਉਹਨੂੰ ਬੁਲਵਾ ਲਿਆ, ਭਾਈ ਸਧਾਰਨ ਜੀ ਨੂੰ ਸੱਦ ਲਿਆ। ਕਮਨੇ ਬਾਹਿਰ ਗੁਰੂ ਉਤੰਗਾ, ਸੋ ਉਸ ਵੇਲੇ ਜਿਹੜਾ ਹੈ ਬੜੀ ਸ਼ਕਤੀ ਦੇ ਨਾਲ ਭਾਈ ਸਧਾਰਨ ਜਦੋਂ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਸੱਦ ਰਹੇ ਨੇ, ਉਹ ਭੱਜ ਕੇ ਆਇਆ। ਔਰ ਦਾਸ ਸਭ ਦੀਨ ਹਟਾਈ, ਤੇ ਮਹਾਰਾਜ ਨੇ ਬਾਕੀ ਦੇ ਦਾਸ ਸੇਵਕ ਸਾਰੇ ਹਟਾਤੇ, ਕਹਿੰਦੇ ਤੁਸੀਂ ਜਾਓ, ਇੱਕ ਸਧਾਰਨ ਨੇ ਆਏਗਾ ਹੁਣ। ਪਹੁੰਚਤ ਭਏ ਜਾਏ ਤੇ ਥਾਈ, ਜਦੋਂ ਪਹੁੰਚਿਆ ਭਾਈ ਸਧਾਰਨ ਜੀ ਗੁਰੂ ਨਾਨਕ ਦੇਵ ਜੀ ਕੋਲ, ਕਿਤਕ ਦੂਰ ਬੈਠਾਏ ਸਧਾਰਨ, ਮਹਾਰਾਜ ਨੇ ਕੁਝ ਕੁ ਦੂਰ ਤੇ ਬਿਠਾ ਲਿਆ, ਕਹਿੰਦੇ ਸਧਾਰਨ ਜਾ ਕੇ ਉੱਥੇ ਬਹਿ ਜਾ, ਦੂਰ ਹੋ ਕੇ ਬਹਿ ਜਾ। ਮਿਲੇ ਜਾਏ ਤੇ ਨਰਕ ਨਿਵਾਰਨ, ਸੋ ਮਿਲੇ ਜਾਏ, ਮਹਾਰਾਜ ਜੀ ਆਪ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਗਏ ਸਧਾਰਨ ਨੂੰ ਮਿਲਣ ਵਾਸਤੇ। ਜਯਤ ਸੱਚ ਦਾ ਆਨੰਦ ਸਦੋਹੰ, ਦੇਖੋ ਜਯਤ ਸੱਚ ਦਾ ਆਨੰਦ ਸਦੋਯੰ, ਇੱਥੇ ਜਿਹੜਾ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ, ਕਹਿੰਦੇ ਉਹ ਆਪ ਜਿਹੜਾ ਹਨ, ਆਪ ਪਰਮੇਸ਼ਰ ਰੂਪ ਹਨ, ਉਹ ਸਤ ਚੇਤਨ ਆਨੰਦ ਰੂਪ ਗੁਰੂ ਨਾਨਕ ਦੇਵ ਜੀ ਹਨ। ਕਹਿੰਦੇ ਸੰਦੋਹੰ, ਕਹਿੰਦੇ ਐਸਾ ਜਿਹੜਾ ਹੈ, ਇਹ ਜਿਹੜਾ ਸਾਰਾ ਹੀ ਕਾਰਜ ਹੈ ਨਾ ਦੁਨੀਆ ਦਾ, ਗੁਰੂ ਨਾਨਕ ਬਣਾਉਂਦਾ ਨਾ। ਪਰ ਹੁਣ ਗੁਰੂ ਨਾਨਕ ਨੇ ਜਿਹੜਾ ਹੈ ਉਹ ਆਪ ਪਰਮੇਸ਼ਰ ਹੁੰਦਿਆਂ ਹੋਇਆਂ ਵੀ ਉਹ ਕਾਰਜ ਕਿਸੇ ਨੂੰ ਦਿੰਦੇ ਨੇ ਕਰਨ ਵਾਸਤੇ, ਭਾਵੇਂ ਆਪ ਹੀ ਸਭ ਕੁਝ ਨੇ। ਪਰ ਦੇਖੋ ਜਿਵੇਂ ਇੱਕ ਬੱਚਾ ਹੁੰਦਾ ਹੈ ਨਾ, ਜਦੋਂ ਉਹਦੇ ਮਾਪੇ ਉਹਨੂੰ ਕੋਈ ਕੰਮ ਦਿੰਦੇ, ਇਹ ਨਹੀਂ ਮਤਲਬ ਉਹਦੇ ਮਾਂ ਜਾਂ ਪਿਓ ਉਹ ਕੰਮ ਨਹੀਂ ਕਰ ਸਕਦੇ ਨੇ, ਪਰ ਬੱਚੇ ਨੂੰ ਵਡਿਆਈ ਦੇਣ ਵਾਸਤੇ, ਉਹਨੂੰ ਕੌਨਫੀਡੈਂਸ ਦੇਣ ਵਾਸਤੇ ਉਹਨੂੰ ਕੰਮ ਦਿੱਤਾ ਜਾਂਦਾ ਵੀ ਤੂੰ ਕਰ ਲਾ। ਸੋ ਬੱਚਾ ਕਰਕੇ ਫਿਰ ਖੁਸ਼ ਹੁੰਦਾ, ਮੈਂ ਕਰ ਲਿਆ। ਪਰ ਬੱਚਾ ਜੇ ਸੋਚੇ ਇਹ ਕੰਮ ਮੈਂ ਹੀ ਕਰ ਸਕਦਾ ਸੀ, ਮੇਰਾ ਮਾਂ-ਬਾਪ ਨਹੀਂ ਕਰ ਸਕਦਾ ਸੀ, ਇਹ ਤਾਂ ਗਲਤ ਹੋ ਗਿਆ ਨਾ ਕੰਮ, ਕਿਉਂਕਿ ਉਹਨਾਂ ਨੇ ਤਾਂ ਵਡਿਆਈ ਦੇਣ ਵਾਸਤੇ ਬੱਚੇ ਨੂੰ ਕੰਮ ਦਿੱਤਾ ਨਾ। ਜੇ ਬੱਚਾ ਉਹ ਕੰਮ ਲੈ ਕੇ ਹੰਕਾਰੀ ਹੋ ਜਾਵੇ, then it's something wrong, ਹੈ ਨਾ। ਸੋ ਐਸਾ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਕਹਿ ਅਸ ਉੱਠੇ ਪਰਮ ਸੁਖ ਹੋਹੰ, ਕਹਿ ਲਗੇ ਉਸ ਵੇਲੇ ਜਿਹੜਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮਹਾਰਾਜ ਨੇ ਕਿਹਾ ਜਯਤ ਸੱਚ ਦਾ ਆਨੰਦ ਸਦੋਹੰ, ਕਹਿੰਦੇ ਉਹੀ ਪਰਮਾਤਮਾ ਸਭ ਕੁਝ ਹੈ। ਕਹਿ ਅਸ, ਮਹਾਰਾਜ ਜੀ ਐਸਾ ਕਹਿ ਕੇ ਉੱਠ ਖੜੇ ਹੁਣ। ਦੇਖ ਸਰੂਪ ਹਿਰਦੇ ਹਰ ਖਾਏ, ਮਹਾਰਾਜ ਦਾ ਸਰੂਪ ਦੇ ਕੇ ਬੜੇ ਖੁਸ਼ ਹੋਏ। ਇਹ ਸਾਰੇ ਦੇਵਤੇ ਨੇ। ਹੁਣ ਦੇਖੋ ਭਾਈ ਸਧਾਰਨ ਨੂੰ ਮਹਾਰਾਜ ਨੇ ਦੂਰ ਕਿਉਂ ਬਿਠਾਇਆ? ਕਿਉਂਕਿ ਉੱਥੇ ਦੇਵਤੇ ਆਏ ਰਹੇ। ਸੋ ਕਿਉਂਕਿ ਦੇਵਤੇ ਕਿਉਂ ਆਉਂਦੇ ਨੇ, ਜਿਹੜਾ ਹਨ ਦੇਵਤਿਆਂ ਨੇ ਅੱਜ ਬੇਨਤੀ ਕਰਨੀ, ਮਹਾਰਾਜ ਆਜੋ ਵਾਪਸ ਸਾਡੇ ਕੋਲ ਆਜੋ ਹੁਣ, ਹਾਂਜੀ ਤੁਸੀਂ ਨੇੜੇ ਹੋ ਜਾਓਗੇ ਸਾਡੇ, ਹਾਂਜੀ ਜਿਹੜਾ ਹਨ ਸੱਚਖੰਡ ਆਜੋ ਵਾਪਸ। ਸੋ ਲੈਣ ਵਾਸਤੇ ਆਪ ਦੇਵਤੇ ਜਾਂਦੇ ਨੇ, ਕਿਉਂਕਿ ਦੇਵਤੇ ਮਹਾਰਾਜ ਦੇ ਸੇਵਕ ਨੇ। ਹੁਣ ਗੁਰੂ ਨਾਨਕ ਤਾਂ ਪਰਮੇਸ਼ਰ ਹੈ ਨਾ, ਦੇਵਤੇ ਤਾਂ ਸਾਰੇ ਉਹਨਾਂ ਦੇ ਸੇਵਕ ਨੇ। ਸੋ ਉਹ ਲੈਣ ਵਾਸਤੇ ਸਤਿਗੁਰੂ ਨੂੰ ਆਏ ਹਨ। ਤਾਂ ਉਸ ਵੇਲੇ ਲੋਚਨ ਕਮਲ ਪਰ ਫੁੱਲ ਸੁਹਾਏ, ਦੇਖੋ ਉਹਨਾਂ ਦੇ ਜਿਹੜੇ ਹਨ ਲੋਚਨ, ਜਿਹੜੇ ਹਨ ਕਮਲ ਵਰਗੇ, ਗੁਰੂ ਨਾਨਕ ਸਾਹਿਬ ਜੀ ਦੇ ਬੜੇ ਖਿੜੇ ਹੋਏ ਹਨ। ਬਹੁਤ ਪ੍ਰੇਮ ਯੁਤ ਉਸਤਤ ਠਾਨੀ, ਬਹੁਤ ਪ੍ਰੇਮ ਦੇ ਨਾਲ ਇਹ ਦੇਵਤਿਆਂ ਨੇ ਉੱਠ ਕਰਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਤੇ ਮਹਾਰਾਜ ਦੀ ਉਸਤਤ ਕੀਤੀ। ਪਰਮ ਮਨੋਹਰ ਕਰਮ ਮਨ ਬਾਣੀ, ਦੇਖੋ ਮਨ ਬਾਣੀ ਕਰਮ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਹ ਸਰੈਂਡਰ ਹੁੰਦੇ ਨੇ। ਇਹ ਆਪ ਆ ਕੇ ਉਸਤਤ ਕਰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਟੋਟਕ ਛੰਦ ਅਬਿਰਾਮ ਸਦਾ ਸੁਖ ਧਾਮ ਪ੍ਰਭੂ, ਹੇ ਪ੍ਰਭੂ ਤੁਸੀਂ ਅਬਰਾਮ ਹੋ, ਤੁਸੀਂ ਸੁੰਦਰ ਹੋ, ਤੁਸੀਂ ਸੁੱਖਾਂ ਦੇ ਘਰ ਹੋ। ਕਹਿੰਦੇ ਐਸਾ ਪ੍ਰਭੂ ਤੁਸੀਂ ਸਾਰੇ ਹੀ ਸੰਸਾਰ ਨੂੰ ਪਾਲਣ ਵਾਲੇ ਹੋ। ਇਹ ਦੇਵਤੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ। ਗਤ ਦਾਇਕ ਨਾਇਕ ਲੋਕ ਸਭੋ, ਪਾਤਸ਼ਾਹ ਜੀ ਤੁਸੀਂ ਸਾਰਿਆਂ ਦੇ ਸਵਾਮੀ ਹੋ, ਸਾਰਿਆਂ ਦੇ ਮਾਸਟਰ ਹੋ, ਤੁਸੀਂ ਗਤੀ ਦੇਣ ਵਾਲੇ ਹੋ। ਨਾਇਕ ਤੁਸੀਂ ਉਹਨਾਂ ਨੂੰ ਪਾਲਣ ਵਾਲੇ ਹੋ। ਪਾਤਸ਼ਾਹ ਜੀ ਸਾਰੇ ਤੁਹਾਡੇ ਕਰਕੇ ਹੀ ਐਗਜ਼ਿਸਟ ਕਰਦੇ ਹਨ। ਦੁਖ ਆਇਕ ਸਾਇਕ ਬੈਨ ਤੁਯੰ, ਦੁੱਖ ਘਾਇਕ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਤੁਸੀਂ। ਸਾਇਕ, ਤੁਸੀਂ ਆਪ ਜਿਹੜੇ ਹੋ ਇੱਕ ਤਲਵਾਰ ਦੀ ਤਰ੍ਹਾਂ ਹੋ। ਤੁਹਾਡੇ ਬਚਨ ਇੱਕ ਤਲਵਾਰ ਹੈ, ਇੱਕ ਤੀਰ ਹੈ। ਜੋ ਵੀ ਬਚਨ ਤੁਸੀਂ ਕਰਦੇ ਉਹ ਹੋ ਜਾਂਦਾ ਹੈ। ਭਵ ਪਾਲਕ ਕਾਲਕ ਨਿੰਤ ਜਯੰ, ਇਸ ਕਰਕੇ ਭਵ ਸੰਸਾਰ ਪਾਲਕ, ਤੁਸੀਂ ਜਨਮ ਤੋਂ ਲੈ ਕੇ ਮੌਤ ਤੱਕ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ। ਪਾਤਸ਼ਾਹ ਜੀ ਕਾਲਕ, ਤੁਸੀਂ ਆਪ ਉਹਨਾਂ ਦਾ ਨਾਸ਼ ਵੀ ਕਰਦੇ ਹੋ। ਤੁਸੀਂ ਜਨਮ ਵੀ ਦਿੰਦੇ ਹੋ, ਉਹਨਾਂ ਨੂੰ ਜਿਹੜਾ ਹਨ ਪਾਲਦੇ ਵੀ ਹੋ, ਤੇ ਉਹਨਾਂ ਦਾ ਖਾਤਮਾ ਵੀ ਤੁਸੀਂ ਕਰਦੇ ਹੋ। ਨਿਤੰ ਜਯੰ, ਸਦਾ ਹੀ ਤੁਹਾਡੀ ਜੈ ਹੋਵੇ, ਜੈ ਹੋਵੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਤੁਮ ਪਾਵਨ ਪੂਰਬ ਰੂਪ ਧਰਿਓ, ਕਹਿੰਦੇ ਦੇਖੋ ਸਤਜੁਗ ਵਿੱਚ ਤੁਸੀਂ 52 ਰੂਪ ਧਾਰਨ ਕੀਤਾ। ਬਲ ਰਾਜੇ ਨੂੰ ਤੁਸੀਂ ਛਲਿਆ ਜਾ ਕੇ। ਬਲ ਰਾਜੇ ਨੂੰ ਥੋੜਾ ਜਿਹਾ ਹੰਕਾਰ ਹੋ ਗਿਆ ਸੀ ਵਿਚਾਰੇ ਨੂੰ, ਉਹਨੂੰ ਵੀ ਜਾ ਕੇ ਤੁਸੀਂ ਛਲਣਾ ਕੀਤਾ। ਕਿਉਂਕਿ ਬਲ ਰਾਜਾ ਕੌਣ ਸੀਗਾ? ਭਗਤ ਪ੍ਰਹਿਲਾਦ ਦਾ ਪੋਤਰਾ ਸੀਗਾ। ਸੋ ਭਗਤ ਪ੍ਰਹਿਲਾਦ ਦਾ ਪੋਤਰਾ ਹੁੰਦਿਆਂ ਹੋਇਆਂ ਉਹਦਾ ਗ੍ਰੈਂਡਸਨ ਸੀਗਾ, ਉਹਨੇ ਵੀ ਬੜੀ ਭਗਤੀ ਕੀਤੀ ਵਿਚਾਰੇ ਨੇ। ਪਰ ਜਦੋਂ ਉਹਦੇ ਮਨ 'ਚ ਥੋੜਾ ਜਿਹਾ ਹੰਕਾਰ ਗਿਆ, 52 ਅਵਤਾਰ ਧਾਰ ਕੇ
ਉਹਦਾ ਵੀ ਜਾ ਕੇ ਉਹਨਾਂ ਨੇ ਛਲਿਆ ਜਾ ਕੇ ਹੰਕਾਰ। ਹੋਏ ਰਾਘਵ ਰਾਵਣ ਦੈਂਤ ਹਰਿਓ। ਦੇਖੋ ਫਿਰ ਤੁਸੀਂ ਰਾਮਚੰਦਰ ਰੂਪ ਹੋ ਕੇ ਸੰਸਾਰ ਤੇ ਆਏ ਤੇ ਆ ਕੇ ਰਾਵਣ ਨੂੰ ਮਾਰਿਆ। ਕਿਉਂ? ਦੇਖੋ ਇਹ ਸ਼ਕਤੀ ਹੈ ਨਾ, ਇੱਕ ਦੇਖਣ ਦਾ ਤਰੀਕਾ ਹੈ। ਕਈ ਲੋਕ ਕਹਿੰਦੇ ਆਪਾਂ ਹੁਣ ਗੁਰੂ ਨਾਨਕ ਨੂੰ ਰਾਮਚੰਦਰ ਨਹੀਂ ਕਹਿ ਸਕਦੇ, ਕਰੈਕਟ। ਹੁਣ ਜੇ ਆਪਾਂ ਰਾਮਚੰਦਰ ਨੂੰ ਗੁਰੂ ਨਾਨਕ ਨਹੀਂ ਕਹਿ ਸਕਦੇ ਤਾਂ ਗੁਰੂ ਨਾਨਕ ਤਾਂ ਕਹਿੰਦਾ ਆਪਣੇ ਵਿੱਚ ਵੀ ਤਾਂ ਉਹੀ ਸਰੂਪ ਹੈ। ਦੇਖੋ ਜਦੋਂ ਬ੍ਰਹਮ ਗਿਆਨ ਹੁੰਦਾ ਨਾ, ਸਾਰਿਆਂ ਵਿੱਚ ਪਰਮੇਸ਼ਰ ਹੈ। ਜੇ ਸਾਰਿਆਂ ਵਿੱਚ ਪਰਮੇਸ਼ਰ ਦੇਖਿਆ ਜਾਵੇ ਤਾਂ ਆਪਣੇ ਵਿੱਚ ਵੀ ਪਰਮੇਸ਼ਰ ਹੈ, ਤੇ ਜਿੰਨੇ ਕਾਰਜ ਕਰਦਾ ਪਰਮੇਸ਼ਰ ਹੀ ਕਰਦਾ ਹੈ ਨਾ। ਰਾਮਚੰਦਰ ਤਾਂ ਸਿਰਫ ਇੱਕ ਨਾਮ ਹੈ, ਇੱਕ ਉਹਨੂੰ ਜਿਹੜਾ ਹੈ ਵਡਿਆਈ ਦੇਣ ਵਾਸਤੇ ਇੱਕ ਪ੍ਰੋਫਿਟ ਬਣਾਇਆ, ਪਰ ਉਹਦੇ ਵਿੱਚ ਕੰਮ ਕੌਣ ਕਰ ਰਿਹਾ ਹੈ? ਉਹੀ ਪਰਮਾਤਮਾ ਹੀ ਕਰ ਰਿਹਾ ਹੈ ਨਾ, ਹੋਰ ਤਾਂ ਨਹੀਂ ਕੋਈ ਕਰ ਸਕਦਾ। ਸੋ ਇਸ ਕਰਕੇ ਜਿਹੜਾ ਜਦੋਂ ਆਪਾਂ ਇਹ ਦ੍ਰਿਸ਼ਟੀ ਆ ਨਾ, ਇੱਕ ਹੁੰਦੀ ਆ ਬਾਹਰ ਮੁਖੀ ਦ੍ਰਿਸ਼ਟੀ। ਬਾਹਰ ਮੁਖੀ ਦ੍ਰਿਸ਼ਟੀ ਹੁੰਦੀ ਆ ਜੋ ਦੇਖਿਆ ਸੋ ਪਛਾਣਿਆ, ਪਰ ਇੱਕ ਹੋਰ ਹੁੰਦੀ ਆ ਅੰਦਰ ਮੁਖੀ ਦ੍ਰਿਸ਼ਟੀ। ਅੰਦਰ ਮੁਖੀ ਦ੍ਰਿਸ਼ਟੀ ਕੀ ਹੁੰਦੀ ਹੈ? ਜਿਹੜਾ ਬੰਦੇ ਨੂੰ ਅੰਦਰ ਤੋਂ ਦੇਖਣਾ, ਵੀ ਅੰਦਰ ਕੀ ਚੱਲ ਰਿਹਾ ਹੈ। ਹੁਣ ਦੇਖੋ ਨਾ, ਆਪਣੇ ਅੰਦਰ ਆਪਣਾ ਸਰੀਰ ਹੈ। ਇਹ ਸਰੀਰ ਆਪਾਂ ਦੇਖਦੇ ਹਾਂ ਵੀ ਮੇਰਾ ਸਰੀਰ ਹੈ, ਕਾਹਦਾ ਬਣਿਆ? ਉਹ 5 ਤੱਤਾਂ ਦਾ ਬਣਿਆ ਹੋਇਆ ਹੈ। 5 ਪ੍ਰਿੰਸੀਪਲ ਐਲੀਮੈਂਟਸ ਹਨ ਮੇਰੇ ਅੰਦਰ। ਇਹੀ ਹੈ ਨਾ, ਮੇਰੇ ਅੰਦਰ ਕੀ ਹੈ ਜੀ? ਸੋਲ ਹੈ। ਵੱਧ ਤੋਂ ਵੱਧ ਆਪਾਂ ਸੋਲ ਕਵਾਂਗੇ, ਆਈ ਹੈਵ ਅ ਸੋਲ ਇਨ ਮੀ। ਬਟ ਆਤਮਾ ਦੀ ਗੱਲ ਆਪਾਂ ਨਹੀਂ ਕਰਦੇ। ਹੁਣ ਦੇਖੋ, ਜੇ ਇਹ 5 ਭੂਤਕ ਸਰੀਰ ਹੈ, 5 ਭੂਤਕ ਸਰੀਰ, 5 ਜਿਹੜੇ ਤੱਤ ਨੇ, ਇਹ ਸਾਰੇ ਆਪਣੇ ਆਪਸ ਵਿੱਚ ਅਗੇਂਸਟ ਨੇ। ਅੱਗ ਆ, ਪਾਣੀ ਹੈ, ਹਵਾ ਹੈ, ਧਰਤੀ ਹੈ, ਆਕਾਸ਼ ਹੈ, ਸਾਰੇ ਇੱਕ ਦੂਜੇ ਤੋਂ ਅਗੇਂਸਟ ਹਨ। ਪਾਣੀ ਤੇ ਅੱਗ ਤੁਸੀਂ ਇਕੱਠੇ ਰੱਖ ਸਕਦੇ ਹੋ? ਨਹੀਂ ਰੱਖੇ ਜਾਂਦੇ ਨਾ, ਇੱਕ ਚੀਜ਼ ਰਹੇਗੀ ਨਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਵਿਰੋਧੀ ਨੇ, ਪਰ ਇਹ ਸਾਰੀਆਂ ਇਕੱਠੀਆਂ ਹੋ ਕੇ ਆਪਣੀ ਬੋਡੀ ਵਿੱਚ ਨੇ ਨਾ। ਜਦੋਂ ਤੱਕ ਇਹਦੇ ਵਿੱਚ ਆਤਮਾ ਹੈ, ਜਿਹੜੀ ਆਤਮਾ ਨੂੰ ਆਪਾਂ ਨਹੀਂ ਦੇਖਦੇ, ਅੰਤਰਮੁਖੀ ਦ੍ਰਿਸ਼ਟੀ ਨਾਲ ਦਿਸੇਗਾ ਨਾ, ਆਪਣੇ ਵਿੱਚ ਆਤਮਾ ਹੈ। ਹੁਣ ਆਤਮਾ ਕਰਕੇ ਇਹ 5 ਤੱਤ ਇਕੱਠੇ ਨੇ। ਸੋ 5 ਤੱਤ ਇਕੱਠੇ ਹੋ ਕੇ ਇੱਕ ਦੂਜੇ ਨੂੰ ਕੰਪਲੀਮੈਂਟ ਕਰਕੇ ਆਪਾਂ ਨੂੰ ਪਾਲ ਰਹੇ ਨੇ। ਦ ਬੋਡੀ ਇਜ਼ ਇੰਟੈਕਟ। ਪਰ ਜਿੱਦਣ ਆਪਾਂ ਮਰਦੇ ਆ ਨਾ, ਗੱਲ ਕੀ ਹੁੰਦੀ ਹੈ? ਸੋਲ ਦੀ ਗੱਲ ਨਾ ਕਰੋ, ਕਿਉਂਕਿ ਸੋਲ ਜੇ ਹਜੇ ਉਹਦੀ ਗਤੀ ਨਹੀਂ ਹੋਈ, ਦ ਸੋਲ ਵਿਲ ਟਰੈਵਲ ਟੂ ਦ ਨੈਕਸਟ ਵਰਲਡ। ਸੋਲ ਤਾਂ ਜਾਏਗੀ ਜਿੱਥੇ ਜਾਂਦੀ ਹੈ, ਪਰ ਇਹ ਸਰੀਰ ਦਾ ਕੀ ਬਣਦਾ? ਇਹਦੇ 'ਚ ਆਤਮਾ ਨਹੀਂ ਰਹੇਗੀ। ਦੈਟਸ ਵਾਈ ਵੀ ਡਾਈ। ਹੁਣ ਉਹ ਆਤਮਾ ਵਿੱਚੋਂ ਨਿਕਲ ਕੇ ਕੀ ਹੁੰਦਾ ਸਰੀਰ ਦਾ? ਦ 5 ਪ੍ਰਿੰਸੀਪਲ ਐਲੀਮੈਂਟਸ ਗੋ ਅਗੇਂਸਟ ਈਚ ਅਦਰ। ਇਸ ਕਰਕੇ ਬੋਡੀ ਗਲਣ ਲੱਗ ਜਾਂਦੀ ਹੈ। ਦ ਹੋਲ ਬੋਡੀ ਵਾਸ ਸਟਾਰਟ ਟੂ ਰੋਟਨ ਅਪ। ਉਹ ਰੋਟਨ ਹੋਣ ਲੱਗ ਜਾਂਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉਹ 5 ਤੱਤ ਇੱਕ ਦੂਜੇ ਦੇ ਅਗੇਂਸਟ ਹੋ ਗਏ। ਪਾਣੀ ਤੇ ਅੱਗ ਨੇ ਉਹ ਕੰਮ ਕਰ ਦੇਣਾ ਸਾਰਾ, ਤਾਂ ਆਪਣੀ ਬੋਡੀ ਰੋਟਨ ਹੋਣੀ ਸ਼ੁਰੂ ਕਰਦੀ, ਬੋ ਮਾਰਨ ਲੱਗ ਜਾਏਗੀ, ਸਾਰਾ ਖਤਮ ਹੋ ਗਿਆ ਕੰਮ। ਬਿਕੋਜ਼ ਉਹਦੇ 'ਚ ਆਤਮਾ ਨਹੀਂ ਰਹੀ ਨਾ। ਆਤਮਾ ਇਜ਼ ਦ ਵਨ ਹੂ ਕੰਟਰੋਲਸ ਦ 5 ਪ੍ਰਿੰਸੀਪਲ ਐਲੀਮੈਂਟਸ। ਉਹ ਕੰਟਰੋਲ ਕਰਦੀ ਹੈ। ਇਸੇ ਕਰਕੇ ਇੱਥੇ ਜਿਹੜਾ ਇਹੀ ਲਿਖਿਆ, ਕਹਿੰਦੇ ਹੁਣ ਅੰਤਰਮੁਖੀ ਦ੍ਰਿਸ਼ਟੀ ਨਾਲ ਦੇਖੀਏ। ਉਹ ਦੇਵਤੇ ਕਹਿੰਦੇ ਪਾਤਸ਼ਾਹ, ਜੇ ਕਿਤੇ ਰਾਮਚੰਦਰ ਦੀ ਅੱਜ ਰਾਮਾਇਣ ਲਿਖੀ ਹੋਈ ਹੈ, ਕਹਿੰਦੇ ਪਾਤਸ਼ਾਹ ਉਹ ਵੀ ਤੁਸੀਂ ਸੀਗੇ ਜਿਹਨੇ ਰਾਵਣ ਨੂੰ ਮਾਰਿਆ ਹੈ। ਹੁਣ ਜਾਦਵ ਬੰਸ ਹੈ ਕੰਸ ਮਰਿਓ। ਫਿਰ ਹੁਣ ਜਾਦਵ ਵੰਸ਼ੀ ਹੋ ਕੇ ਤੁਸੀਂ ਕ੍ਰਿਸ਼ਨ ਰੂਪ ਹੋ ਕੇ ਸੰਸਾਰ ਵਿੱਚ ਆਏ ਤੇ ਕੰਸ ਨੂੰ ਆ ਕੇ ਮਾਰਿਆ। ਕੰਸ ਦਾ ਜਿਹੜਾ ਹੈ ਉਹ ਜਿਹੜਾ ਵਿਦਰੋਹ ਕਰਦਾ ਸੀ, ਲੋਕਾਂ ਦਾ ਮਾੜਾ ਕਰਦੇ ਸੀ, ਤਾਂ ਕੰਸ ਨੂੰ ਮਾਰ ਦਿੱਤਾ ਜੀ। ਕਲ ਕਾਲ ਸੋ ਨਾਨਕ ਨਾਮ ਫਿਰ ਪਰਿਓ। ਤੁਸੀਂ ਕਲਯੁਗ ਦੇ ਵਿੱਚ ਆਪਣਾ ਨਾਮ ਨਾਨਕ ਰੱਖ ਲਿਆ। ਤੁਸੀਂ ਨਾਨਕ ਹੋ ਕੇ ਪ੍ਰਗਟ ਹੋ ਗਏ ਇਹ ਕਲਯੁਗ ਦੇ ਸਮੇਂ ਦੇ ਵਿੱਚ। ਤਵ ਸੀਸ ਸਹੰਸਰ ਨਾ ਏਕ ਸਿਰੰਗ। ਦੇਖੋ ਤਵ ਕਹਿਣਗੇ, ਭਾਵੇਂ ਕਹਿੰਦੇ ਤੁਹਾਡੇ ਸਹੰਸਰ ਸਿਰ, ਹਜ਼ਾਰਾਂ ਸਿਰ ਵਾਲਾ ਤੁਹਾਨੂੰ ਅਸੀਂ ਸ਼ੇਸ਼ ਨਾਗ ਮੰਨ ਲਈਏ, ਪਰ ਤੁਸੀਂ ਤਾਂ ਉਹ ਸਰੂਪ ਹੋ ਜਿਹਦਾ ਕੋਈ ਸਿਰ ਹੀ ਨਹੀਂ। ਜੇ ਦੇਖੀਏ ਤਾਂ ਤੁਸੀਂ ਹਜ਼ਾਰਾਂ ਸਿਰ ਵਾਲੇ ਹੋ, ਪਰ ਜੇ ਦੇਖੀਏ ਤੁਸੀਂ ਤਾਂ ਬਿਨਾਂ ਸਿਰ ਤੋਂ ਹੋ। ਹੁਣ ਇੱਥੇ 2 ਚੀਜ਼ਾਂ ਆ ਗਈਆਂ ਨਾ, ਸਰਗੁਣ ਨਿਰਗੁਣ। ਨਿਰਗੁਣ ਫਾਰਮਲੈਸ, ਸਰਗੁਣ ਫਾਰਮ ਵਾਲਾ ਹੈ। ਕਹਿੰਦੇ ਜੇ ਫਾਰਮਲੈਸ ਦੇਖੀਏ ਤਾਂ ਤੁਸੀਂ ਤੁਹਾਡੇ ਰੂਪ, ਤੁਹਾਡੇ ਸਭ ਕੁਝ ਤੁਹਾਡਾ ਹੈ, ਪਰ ਜੇ ਦੇਖੀਏ ਨਿਰਗੁਣ, ਤੁਹਾਡਾ ਸਿਰ ਹੈ ਨਹੀਂ। 1000 ਤੇ 1 ਸਿਰ ਹੈ। ਕਰ ਪਾਦ ਅਨੇਕ ਨਾ ਏਕ ਕਰੰਗ। ਦੇਖੋ ਜਿਹੜਾ ਹਨ ਕਰ ਪਾਦ, ਜਿਹੜਾ ਕਰ ਹੱਥ ਪੈਰ, ਤਾਂ ਦੇਖੀਏ ਤਾਂ ਕਹਿੰਦੇ ਤੁਹਾਡੇ ਅਨੇਕਾਂ ਹੀ ਹੱਥ ਪੈਰ ਨੇ। ਕਿਉਂ ਨੇ? ਕਿਉਂਕਿ ਹਰ ਇੱਕ ਹੱਥ ਵਿੱਚ ਪਰਮੇਸ਼ਰ ਦੀ ਸ਼ਕਤੀ ਹੈ। ਇਹ ਉਂਗਲੀ ਹਿਲਦੀ ਹੈ, ਹੱਥ ਹਿਲਦਾ, ਪਰਮੇਸ਼ਰ ਦੀ ਸ਼ਕਤੀ ਹੈ ਇਹ। ਜਿੱਦਣ ਬੰਦਾ ਮਰਦਾ ਆਪਣੀ ਉਂਗਲੀ ਹਿਲਾ ਸਕਦਾ ਹੈ, ਆਪਣਾ ਹੱਥ ਹਿਲਾ ਲੇਗਾ, ਇਹ ਸਭ ਕੁਝ ਉਹਦੀ ਸ਼ਕਤੀ ਹੈ ਨਾ। ਕਹਿੰਦੇ ਹਰ ਇੱਕ ਹੱਥ ਵਿੱਚ ਤੁਸੀਂ ਹੋ, ਹਰ ਇੱਕ ਪੈਰ ਲੱਤ ਵਿੱਚ ਤੁਸੀਂ ਹੋ। ਇਸ ਕਰਕੇ ਹਜ਼ਾਰਾਂ ਕਰੋੜਾਂ ਤੁਹਾਡੀਆਂ ਹੱਥ ਹਨ, ਕਰੋੜਾਂ ਤੁਹਾਡੇ ਪੈਰ ਹਨ, ਨਾ ਏਕ ਕਰੰਗ ਨਾ ਪਰ ਇੱਕ ਵੀ ਤੁਹਾਡਾ ਹੱਥ ਹੈ ਨਹੀਂ। ਜੇ ਨਿਰਗੁਣ ਸਰੂਪ ਚ ਦੇਖੀਏ, ਦੈਟਸ ਨਨ, ਇਟਸ ਐਵਰੀਵੇਅਰ ਬਟ ਯੈਟ ਇਜ਼ ਨਨ। ਫਿਰ ਬਿਨ ਅੰਤ ਬਿਲੋਚਨ ਕੋਈ ਨਾ ਹੈ। ਦੇਖੋ ਤੁਸੀਂ ਬੇਅੰਤ ਅੱਖਾਂ ਵਾਲੇ ਹੋ ਨਾ, ਅੱਖਾਂ ਸਾਰਿਆਂ ਨੂੰ ਦੇਖਦੀਆਂ। ਹੁਣ ਇਹ ਅੱਖਾਂ ਜਿਹੜੀਆਂ, ਇਹਦੇ ਵਿੱਚ ਜੋਤ ਕਿਹਦੀ ਹੈ? Now look at it, you are looking from the eye. ਹੁਣ ਆਈ ਨੂੰ ਜੇ ਤੁਸੀਂ ਮਾਸ ਦਾ ਟੁਕੜਾ ਮੰਨੋ, ਉਹ ਦੇਖ ਸਕਦੀ ਹੈ। ਜੇ ਵਿੱਚ ਨਰਵ ਨਾ ਕੰਮ ਕਰਨ, ਲਹੂ ਨਾ ਚੱਲੇ, ਤੁਸੀਂ ਦੇਖ ਸਕਦੇ ਹੋ, ਉਹ ਤਾਂ ਮਾਸ ਦਾ ਟੁਕੜਾ ਹੀ ਆ।
ਪਰ ਇਹਦੇ ਵਿੱਚ ਜੋਤ ਹੈ, ਇਹਦੇ ਤੇ ਜੋਤ। ਦੇਖਣ ਵਾਲਾ ਕੌਣ ਆ? ਪਰਮਾਤਮਾ। ਦਿਸਦਾ ਕੀ ਆ? ਪਰਮਾਤਮਾ। ਬਟ ਇਟਸ ਓਨਲੀ ਆਵਰ ਹੰਕਾਰ ਦੈਟ ਮੇਕਸ ਅਸ ਲੁੱਕ ਡਿਫਰੈਂਟਲੀ, we perceive differently, but actually the God is looking at the God। ਉਹ ਪਰਮਾਤਮਾ ਹੀ ਪਰਮਾਤਮਾ ਨੂੰ ਦੇਖ ਰਿਹਾ ਹੈ। ਇਸ ਕਰਕੇ ਕਹਿੰਦੇ ਤੁਹਾਡੀਆਂ ਹਜ਼ਾਰਾਂ ਹੀ ਅੱਖਾਂ ਨੇ, ਪਰ ਜੇ ਗਿਆਨ ਦ੍ਰਿਸ਼ਟੀ ਨਾਲ ਦੇਖੀਏ ਤਾਂ ਇੱਕ ਵੀ ਅੱਖ ਹੈ ਨਹੀਂ। ਬਹੁ ਮੂਰਤ ਹੋ ਅਨਮੂਰਤ ਹੈ। ਦੇਖੋ ਤੁਹਾਡੀਆਂ ਮੂਰਤਾਂ, ਤੁਹਾਡੇ ਫਾਰਮ ਬਹੁਤ ਜ਼ਿਆਦੇ ਨੇ, ਬਟ ਤੁਸੀਂ ਫਾਰਮਲੈਸ ਵੀ ਹੋ ਐਟ ਦ ਸੇਮ ਟਾਈਮ। ਹਾਂਜੀ, ਜਗ ਨਾਮ ਸਹੰਸਰ ਅਨਾਮ ਅਹੋ। ਦੇਖੋ ਤੁਹਾਡੇ ਸੰਸਾਰ ਵਿੱਚ ਹਜ਼ਾਰਾਂ ਹੀ ਨਾਮ ਨੇ, ਪਰ ਜੇ ਨਿਰਗੁਣ ਸਰੂਪ 'ਚ ਦੇਖੀਏ ਤੁਸੀਂ ਨੇਮਲੈਸ ਹੋ, ਤੁਹਾਡਾ ਕੋਈ ਨਾਮ ਹੀ ਨਹੀਂ। ਹਾਂਜੀ, ਸਾਰੇ ਨਾਮ ਵੀ ਤੁਹਾਡੇ ਨੇ, ਬਿਨਾ ਨਾਮ ਕੋਈ ਤੁਸੀਂ ਹੋ। ਸੀ ਯੂ ਆਰ ਟੇਕਿੰਗ ਐਂਡ ਟੂ ਐਕਸਟੈਂਸ, ਟੂ ਐਂਡਸ। ਇੱਕ ਐਂਡ ਉਹ ਹੈ ਜਿੱਥੇ ਨਾਮ ਹੀ ਨਾਮ ਹੈ, ਤੇ ਦੂਜਾ ਐਂਡ ਦੇਖੋ ਜਿੱਥੇ ਨਾਮ ਹੈ ਨਹੀਂ। ਕਹਿੰਦੇ ਪਰਮਾਤਮਾ ਤੂੰ ਇਹ ਵੀ ਐਂਡ ਆ, ਤੂੰ ਉਹ ਵੀ ਐਂਡ ਆ। ਪਰ ਐਂਡ ਕਿਉਂ ਬਣਿਆ? ਕਿਉਂਕਿ ਉਹ ਬੇਅੰਤ ਹੈ। ਐਂਡ ਤਾਂ ਬਣਿਆ ਨਾ ਕਿਉਂਕਿ ਆਪਾਂ ਦੇਖ ਰਹੇ ਹਾਂ। ਸੀ ਇਸ ਜਿਹੜਾ ਹਿਊਮਨ, ਯੂ ਹੈਵ ਟੂ ਪੁੱਟ ਅ ਐਂਡ ਟੂ ਸੀ ਸਮਥਿੰਗ, ਪਰ ਪਰਮਾਤਮਾ ਦਾ ਤਾਂ ਐਂਡ ਹੈ ਨਹੀਂ। ਇਸ ਕਰਕੇ ਮਹਾਰਾਜ ਤੁਸੀਂ ਸਭ ਕੁਝ ਹੋ। ਬਹੁਤ ਸਰੋਣਨ ਤੇ ਬਿਨ ਸਰੋਣ ਰਹੋ। ਤੋ ਸਾਰੇ ਜਿਹੜੇ ਹਨ ਬੜੇ ਕੰਨ ਵੀ ਤੁਹਾਡੇ ਹਜ਼ਾਰਾਂ ਕੰਨ ਨੇ, ਪਰ ਬਿਨਾ ਕੰਨ ਤੋਂ ਵੀ ਤੁਸੀਂ ਹੋ। ਬ੍ਰਹਮੰਡ ਬਰਾਠ ਸਰੂਪ ਤੁਯੰ। ਮਹਾਰਾਜ ਇਹ ਸਾਰਾ ਸੰਸਾਰ ਇੱਕ ਵਿਰਾਟ ਰੂਪ ਹੈ। ਵਿਰਾਟ ਸਰੂਪ ਹੁੰਦਾ ਹੈ। ਨਾਓ ਯੂ ਟੇਕ ਦ ਐਂਟਾਇਰ ਕ੍ਰੀਏਸ਼ਨ ਇਨਟੂ ਵਨ ਫਾਰਮ ਆਫ ਗॉड, ਉਹਨੂੰ ਵਿਰਾਟ ਸਰੂਪ ਕਹਿੰਦੇ ਹਾਂ। ਹੁਣ ਉਹ ਜਿਹੜਾ ਕਵੀ ਜੀ ਇੱਥੇ ਲਿਖਦੇ ਹਨ ਵੀ ਵਿਰਾਟ ਸਰੂਪ ਕੀ ਹੁੰਦਾ ਹੈ। ਲੋਚਨ ਭਾਨਮ ਅੰਕ ਦੁਯੰ। ਦੇਖੋ ਕਹਿੰਦੇ ਤੁਹਾਡੇ ਜਿਹੜੇ ਨੇਤਰ ਹਨ ਨਾ, ਦੋ ਅੱਖਾਂ ਨੇ। ਪਰਮਾਤਮਾ ਦੀਆਂ ਦੋ ਅੱਖਾਂ ਕਿਹੜੀਆਂ ਨੇ? ਇੱਕ ਸੂਰਜ, ਇੱਕ ਚੰਦਰਮਾ। ਇਹ ਦੋ ਅੱਖਾਂ ਨੇ ਪਰਮਾਤਮਾ, ਵਿਰਾਟ ਸਰੂਪ। ਨਾਓ ਵੀ ਆਰ ਟੇਕਿੰਗ ਦ ਐਂਟਾਇਰ ਕ੍ਰੀਏਸ਼ਨ ਇਨਟੂ ਵਨ ਫਾਰਮ ਆਫ ਗॉड। ਓਕੇ, ਨਾਓ ਇਮੇਜਿਨ ਗੁਰੂ ਨਾਨਕ ਅੱਗੇ ਪਰਮਾਤਮਾ ਦੇ ਦੋ ਅੱਖਾਂ ਨੇ, ਇੱਕ ਸੂਰਜ, ਇੱਕ ਚੰਦਰਮਾ। ਅਸਤਾਦਸ ਭਾਰ ਰੁਮਾਵਲਯੰ। ਸੋ ਦੇਖੋ ਗੁਰੂ ਜਿਹੜਾ ਹਨ ਫਿਰ ਜਿਹੜਾ 18 ਭਾਰ ਸੰਸਾਰ ਦੇ ਜਿੰਨੇ ਵੀ ਜਿਹੜੇ ਹਨ ਵੈਜੀਟੇਸ਼ਨਸ ਹਨ, ਜਿੰਨਾ ਘਾਹ ਹੈ, ਦਰਖਤ ਹੈ, ਕਹਿੰਦੇ ਮਹਾਰਾਜ ਦੀ ਰੁਮਾਵਲੀ ਹੈ। ਇਸ ਮਹਾਰਾਜ ਦੀ ਰੁਮਾਵਲੀ ਹੈ। ਮਹਾਰਾਜ ਦੇ ਫੋਸਿਲ ਕੀ ਕਹਿੰਦੇ ਨੇ ਅਰੋਮਾ ਨੂੰ, ਚਲੋ ਰੂਮ ਕਹਿ ਲਓ, ਬੋਡੀ ਹੈ ਕਹਿ ਲਓ। ਹਾਂ, ਉਹ ਪਰਮਾਤਮਾ ਦੀ ਸਾਰੀ ਵੈਜੀਟੇਸ਼ਨ ਹੈ ਦੁਨੀਆ ਦੀ। ਉਦਰੋਦਿਤ ਹੈ ਸਰਤਾ ਨਸਿਯੰ। ਹਾਂ, ਕਹਿਣਗੇ ਇਹ ਸਮੁੰਦਰ, ਜਿੰਨਾ ਸਮੁੰਦਰ ਹੈ, ਜਿੰਨਾ ਪਾਣੀ ਹੈ, ਉਹ ਮਹਾਰਾਜ ਦਾ ਢਿੱਡ ਹੈ। The entire seas represents the stomach। ਹਾਂਜੀ, ਫਿਰ ਮੁਖ ਪਾਵਕ ਦਾੜ ਜਮੰ ਜਨੀਏ। ਹਾਂ, ਮੁਖ ਪਾਵਕ ਕਹਿੰਦੇ ਅਗਨੀ, ਅੱਗ ਜਿਹੜੀ ਮਹਾਰਾਜ ਪਰਮੇਸ਼ਰ ਦਾ ਮੂੰਹ ਹੈ। ਹਾਂਜੀ, ਮੂੰਹ ਅੱਗ ਹੈ। ਤੇ ਫਿਰ ਜਿਹੜਾ ਹੈ ਜਮ, ਜਿਹੜੇ ਹਨ ਜਮ ਨਹੀਂ, ਜਮ ਜਿਹੜੇ ਆਪਣੇ ਧਰਮਰਾਜ ਦੇ ਜਮ ਹੁੰਦੇ ਆ, ਉਹ ਮਹਾਰਾਜ ਦੇ ਦੰਦ ਨੇ ਪਰਮੇਸ਼ਰ ਦੇ। ਸੋ ਫਿਰ ਭੁਜ ਲੋਕਪਤੀ ਤੁਮਰੀ ਗਨੀਏ। ਹਾਂ, ਕਹਿਣਗੇ ਭੁਜ ਲੋਕ, ਇਹ ਜਿਹੜੇ ਹਨ ਮਹਾਰਾਜ ਦਾ ਬਾਵਾਂ ਕਿਹੜੀਆਂ ਨੇ? ਜਿਹੜੇ 8 ਡਾਇਰੈਕਸ਼ਨ ਦੇ ਪਾਲਕ ਮੰਨੇ ਨੇ। ਇਹ ਡਾਇਰੈਕਸ਼ਨਸ ਆਫ ਦ ਵਰਲਡ ਇਜ਼ ਦ ਹੈਂਡਸ ਆਫ ਗॉड। ਹੁਣ ਕਹਿੰਦੇ ਤੁਸੀਂ ਇਉਂ ਮੰਨ ਵੀ ਸਾਰੇ ਪਾਸੇ ਪਰਮਾਤਮਾ ਦੇ ਹੱਥ ਨੇ। ਸੋ ਇਹ ਜਿਹੜੇ ਹੱਥ ਨੇ, ਇਹ ਮੰਨਿਆ ਜਾਂਦਾ ਹੈ ਨਾ, ਕਹਿੰਦੇ ਵੀ ਇਹ 8 ਡਾਇਰੈਕਸ਼ਨਸ ਨੇ, ਕਿਉਂਕਿ ਹੌਰੀਜ਼ੌਂਟਲੀ ਜੇ ਦੇਖਿਆ ਜਾਵੇ 8 ਨੇ। ਸੋ 2 ਵਰਟੀਕਲ ਅਪ ਐਂਡ ਡਾਊਨ, ਸੋ 10 ਡਾਇਰੈਕਸ਼ਨ ਬਣਦੇ ਨੇ। ਸੋ ਇਹਦੇ ਵਿੱਚ ਕੀ ਆ? ਇੰਦਰ ਟੇਕਸ 1 ਡਾਇਰੈਕਸ਼ਨ। ਦੈਟਸ ਵਾਈ ਯੂ ਸੀ ਹਾਊ ਦਿਸ ਵਾਸਤੂ ਸ਼ਾਸਤਰਾ ਵਰਕਸ। ਇਹ ਸ਼ਾਸਤੂ ਵਾਸਤਰਾ ਜਿਹੜਾ ਇੱਥੋਂ ਹੀ ਕੰਮ ਕਰਦਾ ਹੈ, ਡਾਇਰੈਕਸ਼ਨਸ ਤੋਂ। ਸੋ 8 ਡਾਇਰੈਕਸ਼ਨ, ਇੱਕ ਇੰਦਰ ਦਾ ਹੋ ਜਾਂਦਾ ਹੈ, ਇੱਕ ਅਗਨੀ ਦਾ, ਇੱਕ ਯਮ ਦਾ, ਇੱਕ ਸੂਰਜ ਦਾ, ਇੱਕ ਵਰਨ ਦਾ, ਇੱਕ ਵਾਯੂ ਦਾ, ਤੇ ਫੇਰ ਹੁੰਦਾ ਜੀ ਇੱਕ ਕੁਬੇਰ ਦਾ, ਤੇ ਇੱਕ ਚੰਦ ਦਾ। ਸੋ ਇਹ 8 ਜਿਹੜੇ ਹਨ ਇਹਨਾਂ ਦੇ ਰੱਖੀਅਕ ਹਨ। ਸੋ ਵਾਟ ਦੇ ਯੂਜੂਅਲੀ ਡੂ ਇਨ ਵਾਸਤੂ ਸ਼ਾਸਤਰਾ, ਤੁਹਾਡਾ ਜਨਮ ਦੇਖ ਕੇ ਕਿਹੜੇ ਟਾਈਮ ਤੇ ਤੁਹਾਡਾ ਜਨਮ ਹੋਇਆ, ਕਿਹੜੇ ਨਛੱਤਰ ਵਿੱਚ ਹੋਇਆ, then they will tell you okay for you the north east is good, but doesn't mean that for your wife will be good as well। ਤੁਹਾਡੇ ਵਾਈਫ ਦਾ ਕੀ ਪਤਾ ਸਾਊਥ ਵੈਸਟ ਹੋਵੇ। ਸੋ ਯੋਰ ਬੇਟ ਹੈਵ ਟੂ ਬੀ ਲਾਈਕ ਦੈਟ, one facing here, one facing here। okay, so because ਹਰ ਇੱਕ ਡਿਫਰੈਂਟ ਹੈ ਨਾ, ਇਕੱਠਾ ਤਾਂ ਹੈ ਨਹੀਂ। ਹਾਂਜੀ, ਸੋ ਬੱਚੇ ਕੀ ਪਤਾ ਐਂ ਸੌਣਗੇ, ਤੁਸੀਂ ਐਂ ਸੌਣਗੇ। ਸੋ your house will become like ਇੱਕ ਗੋਲ ਘਰ ਬਣਾ ਲਓ, ਸਾਰੇ ਕਿਤੇ ਸੌਂ ਜਾਓ, ਕੋਈ ਫਰਕ ਨਹੀਂ ਪੈਂਦਾ। ਓਕੇ, ਸਤ ਲੋਕ ਸਿਰੰਗ ਸੋ ਪਤਾਲ ਪਦੰ। ਹੁਣ ਦੇਖੋ ਸਿਰ ਕੀ ਹੈ ਪਰਮਾਤਮਾ ਦਾ? ਕਹਿੰਦੇ 7 ਜਿਹੜੇ ਲੈਵਲਸ ਹਨ ਅਬਵ ਹੇਅਰ, 7 ਲੋਕ, 7 ਆਕਾਸ਼, ਤੇ ਮਹਾਰਾਜ ਦੇ ਚਰਨ ਕਿਹੜੇ? 7 ਪਤਾਲ ਡਾਊਨ। ਸੋ ਇਹਦੇ ਵਿੱਚ ਵੀ ਕਨਫਿਊਜ਼ ਨਹੀਂ ਹੋਣਾ ਹੈ। ਮਹਾਰਾਜ ਕਹਿੰਦੇ ਪਾਤਾਲ ਲੱਖ ਆਗਾਸਾਂ ਆਗਾਸ। ਪਰ ਜੇ ਦੇਖੀਏ ਇੱਕ ਬ੍ਰਹਮਾ, ਇੱਕ ਅੰਡਾਕਾਰ ਸ੍ਰਿਸ਼ਟੀ ਹੈ। ਅੰਡਾਕਾਰ ਸ੍ਰਿਸ਼ਟੀ ਦੇ ਵਿੱਚ 7 ਪਤਾਲ ਤੇ 7 ਆਕਾਸ਼ ਨੇ। ਦੈਟਸ ਕਰੈਕਟ। ਬਟ ਹਾਊ ਮਨੀ ਅੰਡਾਕਾਰਸ ਆਰ देयर? There are millions, billions।
ਸੋ ਇਸ ਕਰਕੇ ਕਨਫਿਊਜ਼ ਨਹੀਂ ਹੋਣਾ। ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਆ। ਮਹਾਰਾਜ ਕਹਿੰਦੇ ਬੇਅੰਤ ਨੇ ਇੱਥੇ 7 ਲਿਖੇ ਨੇ ਇੱਕ ਅੰਡਾਕਾਰ ਵਿੱਚ। So yeah, like I take the whole Srishti, I take it like that. Okay, this is one galaxy, one universe, or whatever I can call it. But there are many like this. It's not only one. So ਉਹਨੂੰ ਅੰਡਰਸਟੈਂਡ ਕਰਨ ਵਾਸਤੇ ਹਾਂਜੀ ਫਿਰ ਮਦ ਦੇਸ ਚਿਤੰਗ ਬਚ ਬੇਦ ਬਦੰ। ਸੋ ਇਸ ਕਰਕੇ ਜਿਹੜਾ ਮੱਧ ਦੇਸ਼ ਚਿਤੰਗ ਕਹਿੰਦੇ ਕਿ ਵਿਚਲਾ ਜਿਹੜਾ ਇਹ ਵਿਚਾਲਾ ਹਿੱਸਾ ਹੈ ਪਰਮਾਤਮਾ ਦੇ ਸਰੀਰ ਦਾ, ਕਹਿੰਦੇ ਇਹ ਕੀ ਹੈ? ਸੋ ਧਰਤੀ ਹੈ। ਇਹ ਸਾਰੀ ਧਰਤੀ ਹੈ, ਵਿਚਾਲਾ ਹਿੱਸਾ ਧਰਤੀ ਹੈ। ਤੇ ਗਿਆਨ ਦਾ ਕਥਨ ਜਿਹੜਾ ਗਿਆਨ ਹੈ ਉਹ ਮਹਾਰਾਜ ਪਰਮੇਸ਼ਰ ਦੇ ਬਚਨ ਹਨ। The words of God is His knowledge, ਗਿਆਨ। ਫਿਰ ਧਰਮ ਪੂਰਬ ਭਾਗ ਅਧਰਮ ਪਿਠੰ। ਹਾਂ ਦੇਖੋ ਜਿਹੜਾ ਹਨ ਪਰਮਾਤਮਾ ਦਾ ਮੂਰਲਾ ਪਾਸਾ ਐਂਡ ਪਿਛਲਾ ਪਾਸਾ ਕੀ ਹੈ? ਕਹਿੰਦੇ ਜਿੱਥੇ ਧਰਮ ਹੁੰਦਾ ਹੋਵੇ ਉੱਥੇ ਪਰਮਾਤਮਾ ਸਾਹਮਣੇ ਹੈ। ਜਿਹੜਾ ਪਿੱਠ ਪਾਸੇ ਹੋਵੇ ਉਹ ਅਧਰਮ ਪਾਪ ਹੈ। ਪਾਪ ਪਿਛਲਾ ਪਾਸਾ ਹੈ, ਸਾਹਮਣਾ ਪਾਸਾ ਧਰਮ ਹੈ। ਸੋ ਫਿਰ ਪ੍ਰਭ ਕਾਲ ਪ੍ਰਭੰਜਨ ਸਵਾਸ ਨਿਨੰ। ਉਹ ਪਰਵੱਟੇ ਜਿਹੜੇ ਪਰਵੱਟੇ ਨਾ ਆਈਬ੍ਰੋਜ਼ ਕਹਿੰਦੇ ਇਹ ਕੀ ਹੈ? ਇਹ ਕਾਲ ਹੈ, ਇਹ ਸਮਾਂ ਹੈ, ਟਾਈਮ। ਪਰਮਾਤਮਾ ਦਾ ਜਿਹੜਾ ਸਾਰੀ ਸ੍ਰਿਸ਼ਟੀ ਵੱਲ ਦੇਖੀਏ ਮਹਾਰਾਜ ਦੇ ਜਿਹੜੇ ਆਈਬ੍ਰੋਜ਼ ਆ ਇਹ ਟਾਈਮ ਹੈ, ਜਿਹੜਾ ਟਾਈਮ ਆਪਣਾ ਚੱਲਦਾ ਹੈ ਹਰ ਵੇਲੇ। ਤੇ ਕਹਿੰਦੇ ਇਸ ਕਰਕੇ ਮਹਾਰਾਜ ਦੇ ਬ੍ਰੈਥ ਕੀ ਹਨ? ਇਹ ਸਾਰੀ ਆਕਸੀਜਨ ਜਿਹੜੀ ਦੁਨੀਆ ਦੀ ਹੈ। ਫਿਰ ਤਵ ਰੂਪ ਚਰਾਚਰ ਸਰਬ ਹਰੇ। ਇਸ ਕਰਕੇ हे ਪਰਮਾਤਮਾ ਤੂੰ ਹੀ ਜਿਹੜਾ ਹੈ ਐਨੀਮੇਟਡ ਐਂਡ ਅਨਐਨੀਮੇਟਡ ਸ੍ਰਿਸ਼ਟੀ ਦਾ ਮਾਲਕ ਹੈ। ਤੂੰ ਦੋਵੇਂ ਹੈ, ਸਾਰੀ ਦਾ ਮਾਲਕ ਤੂੰ ਹੈ। ਔਰ ਮਾਹੇ ਗੁਰੰਗ ਅਸ ਧਿਆਨ ਧਰੇ। ਕਹਿਣਗੇ ਔਰ ਮੈਂ। ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਵੀ ਪੁਰਸ਼ ਇਸ ਸੰਸਾਰ ਦੇ ਵਿੱਚ ਨਾ ਐਸਾ ਰੂਪ ਆਪਣੇ ਅੰਦਰ ਧਾਰੇਗਾ, ਐਸਾ ਜਿਹੜਾ ਧਿਆਨ ਧਾਰੇਗਾ ਪਰਮੇਸ਼ਰ ਦਾ ਆਪਣੇ ਅੰਦਰ, ਨਰ ਤੇ ਭਵ ਸਿੰਧ ਨਾ ਬੀਚ ਪਰੇ। ਉਹ ਕਿਤੇ ਵੀ ਸੰਸਾਰ ਵਿੱਚ ਮੁੜ ਕੇ ਜਨਮ ਲੈ ਕੇ ਨਹੀਂ ਆਏਗਾ, ਉਹਦੀ ਮੁਕਤੀ ਹੋ ਜਾਏਗੀ। ਜਿਹੜਾ ਕਿ ਸਾਰੇ ਸੰਸਾਰ 'ਚ ਪਰਮਾਤਮਾ ਨੂੰ ਦੇਖੇਗਾ, ਸਾਰੇ ਕਿਤੇ ਹੀ ਪਰਮਾਤਮਾ ਨੂੰ ਦੇਖੇਗਾ। ਹੁਣ ਦੇਖੋ ਸੂਰਜ ਤੇ ਚੰਦਰਮਾ ਹੈ ਨਾ, ਦੇਖੋ ਜੇ ਆਪਾਂ ਡੂੰਘਾਈ 'ਚ ਜਾਈਏ ਕਥਾ ਬਹੁਤ ਲੰਮੀ ਹੈ। ਅੱਖਾਂ ਦੋ ਜਿਹੜੀਆਂ ਆਪਾਂ ਕਹੀਆਂ ਨਾ ਸੂਰਜ ਐਂਡ ਚੰਦ, ਮਤਲਬ ਤੁਸੀਂ ਪਾਪ ਕਿਵੇਂ ਕਰੋਗੇ? ਮਹਾਰਾਜ ਦੀਆਂ ਅੱਖਾਂ ਸੂਰਜ ਆ, ਇੱਕ ਚੰਦ ਆ, ਪਤਾ ਹੁਣ ਤੁਸੀਂ ਪਾਪ ਕਿਵੇਂ ਕਰੋਗੇ? ਪਰਮਾਤਮਾ ਤਾਂ ਦੇਖਦਾ ਹੀ ਹੈ ਨਾ। ਸੋ the awareness will always be there that I cannot do wrong because ਪਰਮਾਤਮਾ ਦੇਖ ਰਿਹਾ ਹੈ। ਸੋ this is where you are coming from। ਇਹਨੂੰ ਕਿੰਨੇ ਵਿਰਾਟ ਸਰੂਪ ਇਸ ਕਰਕੇ ਆਪਾਂ ਕਹਿੰਦੇ ਹਾਂ ਕਿਉਂਕਿ ਸਾਰਾ ਹੀ ਰੂਪ ਪਰਮਾਤਮਾ ਦਾ ਹੈ। You cannot hide and do something wrong because you can't hide from him। ਇਹੀ ਗੱਲ ਨੂੰ ਸਮਝਾਉਂਦੇ ਹਨ। ਹੋਏ ਮੋਖ ਕੁਬੰਧਨ ਨਾਸ ਕਰੇ। ਇਸ ਕਰਕੇ ਜਿਹੜੇ ਹਨ ਭੈੜੇ ਜਿਹੜੇ ਕਰਮ ਨੂੰ ਖਤਮ ਕਰਕੇ ਤੁਸੀਂ ਮੁਕਤੀ ਨੂੰ ਦੇਣ ਵਾਲੇ ਹੋ। ਸਭ ਠੌਰ ਤੁਸੀਂ ਨਿਰਲੇਪ ਰਹੋ। ਇਸ ਕਰਕੇ ਤੁਸੀਂ ਸਾਰੇ ਥਾਵਾਂ ਤੇ ਹੋ ਪਰ ਨਿਰਲੇਪ ਹੋ। ਯੂ ਆਰ ਅਨਟੱਚੇਬਲ। ਯੂ ਐਗਜ਼ਿਸਟ ਵਿਦਿਨ ਐਵਰੀਥਿੰਗ ਬਟ ਯੂ ਆਰ ਅਨਟੱਚੇਬਲ। ਤੁਸੀਂ ਨਿਰਲੇਪ ਹੋ, ਸਾਰਿਆਂ ਦੇ ਅੰਦਰ ਵਸਦੇ ਹੋ ਕੇ ਵੀ ਨਿਰਲੇਪ ਹੋ। ਨਿਜ ਦਾਸਨ ਕੋ ਅਗਿਆਨ ਦਹੋ। ਇਸ ਕਰਕੇ ਤੁਸੀਂ ਦਾਸਾਂ ਆਪਣੇ ਸੇਵਕਾਂ ਦਾ ਅਗਿਆਨ ਇਗਨੋਰੈਂਸ ਨੂੰ ਖਤਮ ਕਰਨ ਵਾਲੇ ਹੋ। ਹਮਰੇ ਤੁਮਕੋ ਪਦ ਬੰਧਨ ਹੋ। ਇਸ ਕਰਕੇ ਇਹ ਦੇਵਤੇ ਕਹਿੰਦੇ ਸਾਡੀ ਤੁਹਾਨੂੰ ਨਮਸਕਾਰ ਹੈ ਗੁਰੂ ਨਾਨਕ ਸਾਹਿਬ ਜੀ, ਤੁਸੀਂ ਆਪ ਪਰਮੇਸ਼ਰ ਹੋ। ਧਨ ਗਿਆਨ ਪਖੰਡ ਨਿਕੰਦਨ ਹੋ। ਇੱਕ ਰਸ ਗਿਆਨ ਨੂੰ ਤੇ ਅਗਿਆਨਤਾ ਨੂੰ ਕੱਟਣ ਵਾਲੇ ਤੁਸੀਂ ਹੋ। ਦੇਖੋ ਇਹ ਮਨੁੱਖ ਨਹੀਂ ਮਹਾਰਾਜ ਦੀ ਜਸ ਕਰ ਰਹੇ, ਇਹ ਦੇਵਤੇ ਕਰ ਰਹੇ ਨੇ ਕਿਉਂਕਿ ਦੇਵਤਿਆਂ ਨੂੰ ਉਹਨਾਂ ਦੀ ਕਦਰ ਹੈ। You see, sometimes what you have you don't value, ਪਰ ਦੇਵਤਿਆਂ ਨੂੰ ਉਸ ਦੀ ਵੈਲਿਊ ਹੈ। ਪਰ ਹੁਣ ਦੇਵਤਿਆਂ ਵਿੱਚ ਕਮੀ ਕੀ ਹੈ? they cannot become the Sikhs of Guru Nanak because they don't have this body। ਇਹ ਬੋਡੀ ਉਹਨਾਂ ਕੋਲ ਹੈ ਨਹੀਂ ਵਿਚਾਰਿਆਂ, ਉਹ ਕਿਵੇਂ ਸੇਵਾ ਕਰਨਗੇ? they are not humans। ਉਹ ਡੇਟੀ ਹੁੰਦੇ ਹੋਏ ਵੀ ਉਹ ਸੇਵਾ ਨਹੀਂ ਕਰ ਸਕਦੇ। ਜਿਹੜੀ ਓਪਰਚੁਨਿਟੀ ਆਪਾਂ ਨੂੰ ਮਿਲੀ ਹੈ ਨਾ ਉਹ ਕਿਸੇ ਨੂੰ ਨਹੀਂ ਹੈਗੀ। ਉਹ ਦੇਵਤੇ ਵੀ ਤਰਸਦੇ ਆ, ਇਸ ਦੇਹੀ ਕੋ ਸਿਮਰਾਏ ਦੇਵ ਸੋ ਦੇਹੀ ਭਜ ਹਰ ਕੀ ਸੇਵ। ਸਿੱਧੀ ਜੀ ਗੱਲ ਹੈ। ਦੇਵਤੇ ਜਿਹੜੇ ਤੁਸੀਂ ਬਰਮਾ ਨੂੰ ਦੋ ਨਾ ਚੋਇਸ, ਉਹ ਕਹਿੰਦਾ ਮੈਂ ਮੁੜ ਕੇ ਧਰਤੀ ਤੇ ਆਉਣਾ, ਆਈ ਵਾਂਟ ਟੂ ਬਿਕਮ ਦ ਸਿੱਖ, ਮੈਂ ਗੁਰੂ ਨਾਨਕ ਦੀ ਸੇਵਾ ਕਰਨੀ ਹੈ, ਮੈਂ ਆਪਣੇ ਆਪ ਨੂੰ ਸਫਲ ਕਰਨਾ ਹੈ, ਬਟ ਹੀ ਇਜ਼ ਨਾਟ ਗੈਟਿੰਗ ਦ ਓਪਰਚੁਨਿਟੀ। ਸੋ ਇਸ ਕਰਕੇ ਚੌਪੇ ਇਸ ਪ੍ਰਕਾਰ ਕਰ ਰੁਚਿਰ ਵਡਾਈ। ਯਾਨੀ ਕਿ ਇਸ ਪ੍ਰਕਾਰ ਕਰਕੇ ਉਹਨਾਂ ਨੇ ਬੜੀ ਸੁੰਦਰ ਵਡਿਆਈ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ। ਪੁੰਨ ਬਿਰਾਂਚ ਅਸ ਗਿਰਾ ਅਲਾਈ। ਫਿਰ ਬਰਮਾ ਨੇ ਇਹ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ, ਨਿਜ ਤਨ ਅੰਗਦ ਕਰ ਪਲਟਾਏ। ਪਾਤਸ਼ਾਹ ਜੀ ਤੁਸੀਂ ਹੁਣ ਆਪਣਾ ਤਨ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਚ ਪ੍ਰਕਾਸ਼ ਕਰਤੀ। ਹੁਣ ਤੁਹਾਡਾ ਸਰੂਪ ਜਿਹੜਾ ਹੈ ਗੁਰੂ ਅੰਗਦ ਦੇਵ ਜੀ ਹਨ। ਕੀਨ ਸਥਾਪ ਨੀਕ ਮਨ ਭਾਇਓ। ਮਹਾਰਾਜ ਤੁਸੀਂ ਚੰਗੀ ਤਰ੍ਹਾਂ ਸਥਾਪਨਾ ਕੀਤਾ ਆਪਣਾ ਥਾਂ ਆਪਣੀ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾਤਾ। ਹੁਣ ਨਾਮ ਪ੍ਰਗਟਿਓ ਜਗ ਜਾਪੂ। ਤੁਸੀਂ ਸਤਨਾਮ ਪਰਮੇਸ਼ਰ ਦਾ ਸੱਚਾ ਨਾਮ ਜਿਹੜਾ ਹੈ ਉਹ ਪ੍ਰਗਟ ਕਰਤਾ ਸੰਸਾਰ ਦੇ ਵਿੱਚ। ਸੱਚਖੰਡ ਗਮਨ ਹੋ ਅਬ ਆਪੂ। ਮਹਾਰਾਜ ਹੁਣ ਸੱਚਖੰਡ ਚਲੋ, ਹੁਣ ਕਿਰਪਾ ਕਰਕੇ ਤੁਸੀਂ ਜਿਹੜਾ ਹਨ ਸੱਚਖੰਡ ਜਾ ਕੇ ਵਸੋ। ਹੁਣ ਆਜੋ ਸਾਡੇ ਨਾਲ, ਤੁਸੀਂ ਸੱਚਖੰਡ ਵਸੋ ਹੁਣ। ਸੋ ਇਸ ਪ੍ਰਕਾਰ ਕਰਕੇ ਇੱਥੇ ਹੁਣ ਗੱਲ ਜਿਹੜੀ ਆਈ ਹੈ, ਕਹਿੰਦੇ ਸਤਨਾਮ ਨੂੰ ਪ੍ਰਗਟ ਕੀਤਾ। ਦੇਖੋ ਅੱਜ ਤੱਕ ਦੁਨੀਆ ਦੇ ਵਿੱਚ ਨਾ ਪਰਮੇਸ਼ਰ ਦੇ ਨਾਮ ਨੂੰ ਕਿਸੇ ਨੇ ਪ੍ਰਗਟ ਨਹੀਂ ਕੀਤਾ ਕਿਉਂਕਿ ਉਹ ਯੁਗਾਂ ਦੇ ਵਿੱਚ ਕਈ ਜਿਹੜੇ ਹਨ ਉਹ ਦੇਵਤਿਆਂ ਨੂੰ ਪੂਜਦੇ ਸਨ।
ਦੇਵਤਿਆਂ ਨੂੰ ਪੂਜਦੇ ਵੀ ਕਿਸ ਵਾਸਤੇ ਸਨ? ਆਪਣੇ ਮਨੋਰਥ ਵਾਸਤੇ। ਕਿਸੇ ਨੇ ਬਰਮਾ ਨੂੰ ਪੂਜ ਲਿਆ, ਉਹਨੂੰ ਇਹ ਚੀਜ਼ ਦੀ ਲੋੜ ਹੈ। ਕਿਸੇ ਨੇ ਵਿਸ਼ਨੂੰ ਨੂੰ ਪੂਜ ਲਿਆ, ਉਹਦੀ ਇਹ ਲੋੜ ਹੈ। ਕਿਸੇ ਨੇ ਸ਼ਿਵ ਜੀ ਨੂੰ ਪੂਜ ਲਿਆ, ਉਹਦੀ ਇਹ ਲੋੜ ਹੈ। ਸੋ ਐਵਰੀਥਿੰਗ ਵਾਸ that you have to see what you want and which ਦੇਵਤੇ ਦੀ ਪੂਜਨਾ ਕਰਨੀ ਹੈ। ਸਾਰਾ ਫਿਰ ਕੀ ਹੁੰਦਾ ਹੈ ਸੰਸਾਰ ਦੇ ਵਿੱਚ, ਲੋਕਾਂ ਨੂੰ ਇਹ ਸਮਝ ਨਹੀਂ, ਸਾਰੇ ਮਤਲਬੀ ਹੋ ਗਏ। ਹੁਣ ਪਰਮੇਸ਼ਰ ਦਾ ਨਾਮ ਕਿਹਨੇ ਜਪਿਆ ਫਿਰ? ਸੋ ਇਸ ਕਰਕੇ ਪਰਮੇਸ਼ਰ ਆਪ ਗੁਰੂ ਨਾਨਕ ਬਣ ਕੇ ਆਇਆ ਆਪਣੇ ਨਾਮ ਨੂੰ ਪ੍ਰਗਟ ਕਰਨ ਵਾਸਤੇ, ਕਿਉਂਕਿ ਨਾਮ ਨੇ ਮੁਕਤੀ ਕਰਨੀ ਹੈ। ਬਾਕੀ ਤਾਂ ਆਪਾਂ ਨੂੰ ਸਵਰਗਾਂ ਤੱਕ ਤਾਂ ਲਿਜਾ ਸਕਦੇ ਨੇ। ਤੁਸੀਂ ਦੇਵਤਿਆਂ ਦੀ ਪੂਜਾ ਕਰ ਲਓ, ਤੁਹਾਨੂੰ ਸਵਰਗਾਂ ਤੱਕ, ਹੈਵਨ ਤੱਕ ਤੁਸੀਂ ਚਲੇ ਜਾਓਗੇ। ਪਰ ਹੈਵਨ 'ਚ ਕੀ ਹੋਵੇਗਾ? ਤੁਹਾਡੇ ਪੁੰਨ ਮੁੱਕ ਗਏ, ਦੈਨ ਯੂ ਕਮ ਬੈਕ ਅਗੇਨ, ਯੂ ਆਰ ਇਨਟੂ ਦ ਸੇਮ ਥਿੰਗ ਅਗੇਨ। ਸੋ ਇਸ ਕਰਕੇ ਇਹ ਕੰਮ ਕਿਤੇ ਮੁੱਕਦਾ ਨਹੀਂ। ਸੁਣ ਕੇ ਬਚ ਸ੍ਰੀ ਨਾਨਕ ਮਾਨੇ। ਇਹ ਜਿਹੜਾ ਹਨ ਉਹਨਾਂ ਦਾ ਜਿਹੜਾ ਹਨ ਬਰਮਾ ਦੇ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਨਿਜ ਸਥਾਨ ਸੋ ਤੀਨ ਸਿਧਾਨੇ। ਮਹਾਰਾਜ ਨੇ ਕਿਹਾ ਠੀਕ ਹੈ। ਸੋ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਬਰਮਾ, ਵਿਸ਼ਨੂੰ, ਸ਼ਿਵ ਜੀ ਜਿਹੜੇ ਸਨ ਇੰਦਰ ਆਪਣੇ ਆਪਣੇ ਜਿਹੜਾ ਸਵਰਗਾਂ ਨੂੰ ਮੁੜ ਗਏ ਵਾਪਸ। ਹਟ ਤਬ ਆਏ ਸਧਾਰਨ ਮਿਲੇ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਵਾਪਸ ਭਾਈ ਸਧਾਰਨ ਨੂੰ ਆ ਕੇ ਮਿਲੇ। ਹੁਣ ਭਾਈ ਸਧਾਰਨ ਤਾਂ ਹੀ ਤਾਂ ਦੂਰ ਬਿਠਾਏ ਸੀ ਨਾ ਕਿ ਗੁਰੂ ਨਾਨਕ ਸਾਹਿਬ ਜੀ ਇਹ ਦੇਵਤਿਆਂ ਨਾਲ ਗੱਲ ਕਰ ਰਹੇ ਸੀ। ਸੋ ਹੁਣ ਵਾਪਸ ਸਧਾਰਨ ਕੋਲ ਆਏ ਤੇ ਕੋ ਠੌਰ ਦਿਖਾਵਨ ਚਲੇ। ਉਹਨੂੰ ਉਹ ਥਾਂ ਦਿਖਾਉਣ ਚੱਲੇ। ਕਹਿੰਦੇ ਸਧਾਰਨ ਆ ਤੈਨੂੰ ਇੱਕ ਥਾਂ ਦਿਖਾਈਏ ਹੁਣ। ਅਸ਼ਟ ਵਿਗੇ ਕੋ ਏਕ ਕਿਦਾਰਾ। ਓਕੇ, ਉੱਥੇ ਹੁਣ 8 ਬਿੱਗੇ ਸਨ। 8 ਬਿੱਗਿਆਂ ਜਿੰਨੀ ਜ਼ਮੀਨ ਹੈ। ਹੁਣ ਤੁਸੀਂ ਇੰਡੀਆ ਵਿੱਚ ਜਾਓ ਨਾ, ਬਿੱਗੇ ਬਣਦੇ ਹਨ। ਜੇ ਤੁਸੀਂ ਕਹੋਗੇ ਤੁਹਾਡੀ ਜ਼ਮੀਨ ਕਿੰਨੀ ਹੈ, ਪਟਵਾਰੀ ਸਾਰੇ ਲਿਖਦੇ ਕੀ ਆ, ਬਿੱਗੇ। ਸੋ ਬਿੱਗੇ ਜਿਹੜੇ ਹਨ ਉਹ ਆਮ ਕਰਕੇ 1 ਬਿੱਗਾ ਹੁੰਦਾ ਹੈ ਇਕੁਅਲੈਂਟ ਟੂ 0.2 ਏਕਸ। 0.2 ਏਕਸ ਦਾ 1 ਬਿੱਗਾ ਬਣਦਾ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ 8 ਬਿੱਗਿਆਂ ਵਾਲੀ ਜ਼ਮੀਨ ਦਿਖਾਈ। ਦੈਟ ਮੀਨ ਇਟ ਵਾਸ 1.6 ਏਕਸ ਜ਼ਮੀਨ ਭਾਈ ਸਧਾਰਨ ਨੂੰ ਦਿਖਾਈ। ਤਹਾਂ ਠਾਂਡ ਹੋਏ ਬਚਨ ਉਚਾਰਾ। ਮਹਾਰਾਜ ਨੇ ਖੜ ਕੇ ਉੱਥੇ ਭਾਈ ਸਧਾਰਨ ਨੂੰ ਕਿਹਾ, ਸੁਣੋ ਸਧਾਰਨ ਇਹ ਅਸਥਾਨਾ। ਮਹਾਰਾਜ ਨੇ ਕਿਹਾ ਸਧਾਰਨ ਇਹ ਜਿਹੜਾ ਥਾਂ ਹੈ ਨਾ, ਇਹ ਪਾਰਟਿਕੂਲਰ ਜਿਹੜੀ ਜ਼ਮੀਨ ਹੈ, ਕਾਸਟ ਹਮਰੇ ਡਰ ਹੋ ਆਨਾ। ਕਹਿਣ ਲੱਗੇ ਮੇਰੇ ਵਾਸਤੇ, ਮੇਰੇ ਸੰਸਕਾਰ ਵਾਸਤੇ, ਮੇਰੇ ਸਰੀਰ ਦੇ ਸੰਸਕਾਰ ਵਾਸਤੇ ਇੱਥੇ ਲੱਕੜਾਂ ਕੀ ਇਕੱਠੀਆਂ ਕਰ ਦੋ। ਇੱਥੇ ਅੱਗੇ ਲੱਕੜਾਂ ਰੱਖੋ ਸਾਰੀਆਂ, ਸਾਡਾ ਸੰਸਕਾਰ ਇੱਥੇ ਹੋਣਾ ਹੈ। ਜੇ ਕੋ ਪਰਜ ਹੈ ਕਹਿ ਥਲ ਔਰੀ। ਕਹਿਣ ਲੱਗੇ ਜੇ ਕਿਸੇ ਨੇ ਤੈਨੂੰ ਹਟਾਇਆ ਵੀ ਆਪਾਂ ਜਿਹਦਾ ਸੰਸਕਾਰ ਹੋਰ ਕਿਤੇ ਕਰਨਾ ਹੈ, ਕਹਿੰਦਾ ਤੂੰ ਨਹੀਂ ਕਰਨਾ, ਤੂੰ ਸਾਡੀ ਗੱਲ ਮੰਨ, ਇੱਥੇ ਇਹੀ ਥਾਂ ਹੋਵੇਗਾ। ਮਹਿਮਾਨ ਹੋ ਅੰਨ ਹੋ ਇਸ ਠੌਰੀ। ਹਾਂ, ਕਹਿੰਦੇ ਨਾ ਮੰਨੀ ਕਿਸੇ ਦੀ ਗੱਲ, ਤੂੰ ਲੱਕੜਾਂ ਲਿਆ ਕੇ ਇੱਥੇ ਇਕੱਠਿਆ ਕਰੀ ਸਾਰੀਆਂ। ਨੀਕੇ ਵਿਦ ਸਮਝਾਇਓ ਤਾਂ ਉਹਨੂੰ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਮਝਾ ਦਿੱਤਾ ਭਾਈ ਸਧਾਰਨ ਜੀ ਨੂੰ। ਆਏ ਪ੍ਰਵੇਸੇ ਪੁਰਪਨ ਮਾਹੀ। ਮਹਾਰਾਜ ਫੇਰ ਆਪਣੇ ਜਿਹੜੇ ਹੰਸ ਕਰਤਾਰਪੁਰ ਵਿੱਚ ਆ ਗਏ ਵਾਪਸ। ਚੱਲ ਤਲ ਤਰੇ ਵਿਰਾਜੇ ਆਏ। ਮਹਾਰਾਜ ਫੇਰ ਪਿੱਪਲ ਦੇ ਦਰਖਤ ਹੇਠ ਆ ਕੇ ਬਹਿ ਗਏ ਧਰਮਸ਼ਾਲਾ ਦੇ ਕੋਲ। ਸਰਬ ਸਿੱਖ ਤਹਿ ਦਰਸ ਕਰਾਈ। ਸਾਰੇ ਜਿਹੜੇ ਸਿੱਖ ਆਉਂਦੇ ਹਨ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਦੋਹਰਾ ਚਤੁਰ ਚਾਦਰੇ ਰੁਚਿਰ ਗੁਰ ਰਾਖਤ ਆਪਣੇ ਪਾਸ। ਮਹਾਰਾਜ ਜੀ ਨਾ ਆਪਣੇ ਕੋਲ ਹਮੇਸ਼ਾ 4 ਚਾਦਰਾਂ ਰੱਖਦੇ ਸਨ। ਗੁਰੂ ਨਾਨਕ ਸਾਹਿਬ ਜੀ ਦੀਆਂ 4 ਚਾਦਰਾਂ ਹੁੰਦੀਆਂ ਸੀ, ਜਿਹੜਾ ਮਹਾਰਾਜ ਜੀ ਉੱਤੇ ਲਿਆ ਕਰਦੇ। ਪਾਪਾ ਸ਼ਾਲ ਨਹੀਂ ਲੈਂਦੇ, ਮਹਾਰਾਜ ਦੀਆਂ 4 ਚਾਦਰਾਂ ਹੁੰਦੀਆਂ ਸੀਗੀਆਂ, ਬਲੈਂਕਟਸ ਜਿਹੜੀਆਂ ਮਹਾਰਾਜ ਜੀ ਰੱਖਿਆ ਕਰਦੇ ਸਨ। ਤੇ ਇੱਕ ਸਮੇਂ ਵਿੱਚ ਮਾਰੇ ਕੋਲ 2 ਚਾਦਰਾਂ ਉਹਨਾਂ ਦੇ ਸਰੀਰ ਤੇ ਹੁੰਦੀਆਂ ਸਨ, 2 ਚਾਦਰਾਂ ਘਰੇ ਹੁੰਦੀਆਂ ਸਨ। ਦੈਟ ਮੀਨਸ ਹਰ ਰੋਜ਼ ਮਹਾਰਾਜ ਚੇਂਜ ਕਰਦੇ ਸਨ। 2 ਰੱਖ ਲੈਣੀਆਂ, 2 ਧੋ ਲੈਣੀਆਂ। ਸੋ ਇਹ 4 ਚਾਦਰਾਂ ਮਹਾਰਾਜ ਦੇ ਕੋਲ ਹਮੇਸ਼ਾ ਰਿਹਾ ਕਰਦੀਆਂ ਸਨ। ਬਿਮਲ ਜੁਗਲ ਕੋ ਕਰ ਭਲੇ ਧਰੈ ਸੁਰ ਹੈ ਆਵਾਸ। ਹਾਂ, ਤੇ ਉਹ 2 ਨੂੰ ਜਿਹੜਾ ਹਮੇਸ਼ਾ ਸਾਫ਼ ਕਰਕੇ ਘਰੇ ਤਿਆਂ ਲਾ ਕੇ ਰੱਖਿਆ ਕਰਦੇ ਸਨ। ਚੌਪੇ ਦਵੈ ਸਰੀਰ ਪਰ ਪਹਿਰੈ ਦਿਆਲਾ। ਹਮੇਸ਼ਾ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਜੀ 2 ਚਾਦਰਾਂ ਆਪਣੇ ਸਰੀਰ ਤੇ ਲਿਆ ਕਰਦੇ ਸਨ। ਜਿਨ ਕੇ ਨਾਮ ਟੁੱਟੈ ਜਮ ਜਾਲਾ। ਉਹ ਗੁਰੂ ਨਾਨਕ ਜੀ ਦਾ ਨਾਮ ਲਿਆ ਵੀ ਜਮਦੂਤ ਦੂਰ ਹੋ ਜਾਂਦੇ ਨੇ। ਜਦੋਂ ਮੌਤ ਆ ਗਈ ਨਾ, ਭਾਵੇਂ ਕੋਈ ਕਿੱਡਾ ਵੱਡਾ ਵੀ ਪਾਪੀ ਕਿਉਂ ਨਾ ਹੋਵੇ ਨਾ, ਜਮਦੂਤ ਉਹਦੇ ਕੋਲ ਆ ਜਾ ਨਾ, ਤੁਸੀਂ ਗੁਰੂ ਨਾਨਕ ਦਾ ਨਾਮ ਲੈ ਦਿਓ, ਬਸ ਉਹ ਜਮਦੂਤ ਭੱਜ ਜਾਂਦੇ। ਉਹ ਜਿਹੜਾ ਛੁਟਕਾਰਾ ਦੇ ਦਿੰਦੇ ਨੇ ਜੇ ਗੁਰੂ ਨਾਨਕ ਦਾ ਨਾਮ ਲਿਆ ਜਾਵੇ। ਕਹਿੰਦੇ ਉਹ ਗੁਰੂ ਨਾਨਕ ਹੈ ਜਿਹਦਾ ਨਾਮ ਤੁਸੀਂ ਲੈ ਲਓ, ਜਮਦੂਤ ਭੱਜ ਜਾਂਦੇ ਹਨ। ਤੇ ਛਿਨ ਭਨਿਓ ਸਧਾਰਨ ਤਾਈ। ਉਸ ਵੇਲੇ ਭਾਈ ਸਧਾਰਨ ਨੂੰ ਸੱਦ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਵਸਤਰ ਪਖਾਰ ਹੋ ਜਲ ਮਹਿ ਜਾਈ। ਕਹਿਣਗੇ ਜਾ ਸਧਾਰਨ, ਅੱਜ ਜਿਹੜੀਆਂ ਸਾਡੀਆਂ 2 ਉੱਤੇ ਚਾਦਰਾਂ ਲਈਆਂ ਹੋਈਆਂ ਨੇ, ਇਹਨਾਂ ਨੂੰ ਜਾ ਕੇ ਧੋ ਕੇ ਲਿਆ ਹੁਣ। ਸੁਨ ਰਜਾਏ ਲੈ ਪਟ ਸੰਗ ਹਾਥਾ। ਉਸ ਵੇਲੇ ਆਪਣੇ ਹੱਥਾਂ ਵਿੱਚ ਭਾਈ ਸਧਾਰਨ ਦੀ ਜੋ ਚਾਦਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਲੈ ਕੇ 2 ਚਾਦਰਾਂ ਚਲੇ ਗਏ ਧੋਣ ਵਾਸਤੇ। ਪਹਿਰ ਪਖਾਰੇ ਜਲ ਕੇ ਸਾਥਾ। ਤੇ ਜਾ ਕੇ ਰਾਵੀ ਤੇ ਜਾ ਕੇ ਧੋਤੀਆਂ ਉਹ 2 ਚਾਦਰਾਂ। ਨੀਕੇ ਬਿਲਮ ਪ੍ਰੇਮ ਔਰ ਧਾਰੇ। ਜਦੋਂ ਚੰਗੀ ਤਰ੍ਹਾਂ ਸਾਫ਼ ਹੋ ਗਈਆਂ, ਪ੍ਰੇਮ ਨਾਲ ਪਿਆਰ ਨਾਲ ਲੈ ਕੇ ਉਹ ਚਾਦਰਾਂ ਸੁਕਾ ਕੇ ਭਾਈ ਸਧਾਰਨ ਜੀ ਲੈ ਕੇ ਆਏ। ਆਤ ਪਸੰਗ ਸੁਕਾਏ ਸਵਾਰੇ। ਸਾਰੀਆਂ ਚੰਗੀ ਤਰ੍ਹਾਂ ਸੁਕਾਈਆਂ ਹੋਈਆਂ ਸਨ ਧੁੱਪ ਦੇ ਵਿੱਚ। ਉਦੋਂ ਡਰਾਈਅਰ ਤਾਂ ਨਹੀਂ ਹੁੰਦੇ ਸਨ। ਹਾਂਜੀ, ਹੁਣ ਫਿਰ ਧੁੱਪ 'ਚ ਸੁਕਾਉਣੀਆਂ ਸੀਗੀਆਂ, ਚੰਗੀ ਤਰ੍ਹਾਂ ਧੁੱਪ 'ਚ ਸੁਕਾ ਕੇ ਲਿਆਂਦੀਆਂ। ਲੈ ਕਰ ਆਇਓ ਜਬੈ ਸਮੀਪਾ। ਜਦੋਂ ਮਹਾਰਾਜ ਦੇ ਕੋਲ ਲੈ ਕੇ ਆਏ, ਵਿਖ ਬੋਲੇ ਬੇਦੀ ਕੁਲ ਦੀਪਾ। ਉਹਨੂੰ ਦੇਖ ਕੇ ਸਧਾਰਨ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਨ ਕੋ ਰੱਖੋ ਅੰਤਰ ਠੌਰੇ। ਕਹਿਣਗੇ ਜਾ ਸਧਾਰਨ ਨੂੰ ਚੱਕ ਕੇ ਅੰਦਰ ਅਲਮਾਰੀ 'ਚ ਰੱਖ ਦੇ, ਚੰਗੀ ਤਰ੍ਹਾਂ ਨੂੰ ਟਿਕਾ ਕੇ ਰੱਖ ਦੇ। ਸਰਬ ਸਦਨ ਕੋ ਲਿੰਬ ਬਹੋਰੀ। ਤੇ ਕਹਿੰਦੇ ਹੁਣ ਐਂ ਕਰ ਸਧਾਰਨ, ਸਾਰੇ ਘਰ ਦੀ ਸਫਾਈ ਕਰਨੀ ਹੈ। ਕਹਿੰਦੇ ਲਿਪਣਾ ਹੁੰਦਾ ਨਾ, ਜਿਵੇਂ ਅੱਜ ਕੱਲ੍ਹ ਆਪਾਂ ਮੋਪ ਕਰਦੇ ਹਾਂ,
ਹਾਂਜੀ ਪਾਣੀ ਨਾਲ ਸਾਫ਼ ਕਰਦੇ ਆ। ਕਹਿੰਦੇ ਸਾਰਾ ਘਰ ਤੋਂ ਹੁਣ ਸਾਫ਼ ਕਰਦੇ ਚੰਗੀ ਤਰ੍ਹਾਂ। ऊपर तरे स्वच्छ को करिए। ਹਾਂ ਕਹਿੰਦੇ ਉੱਤੇ ਤੇ ਥੱਲੇ ਸੀਲਿੰਗ ਵੀ ਸਾਫ਼ ਕਰਨੀ ਹੈ, ਫਲੋ ਵੀ ਸਾਫ਼ ਕਰਨਾ ਹੈ, ਚੰਗੀ ਤਰ੍ਹਾਂ ਸਭ ਕੁਝ ਸਾਫ਼ ਕਰਨਾ ਹੈ। दिन रहे थोर बिलम पर हरिए। ਕਹਿਣ ਲੱਗੇ ਹੁਣ ਤੂੰ ਦੇਰੀ ਨਾ ਲਾਈ, ਦਿਨ ਥੋੜੇ ਰਹਿ ਗਏ ਹੈ। ਮਹਾਰਾਜ ਜੀ ਕਹਿੰਦੇ ਨੇ ਵੀ ਸਾਡੇ ਜੋਤੀ ਜੋਤ ਸਮਾਉਣ ਚ ਸਮਾਂ ਥੋੜਾ ਰਹਿ ਗਿਆ, ਹੁਣ ਛੱਤੀ ਘਰ ਦੀ ਸਫਾਈ ਕਰਦੇ ਹੁਣ। सुन आयस गमनियो ते थाई। ਉਸ ਵੇਲੇ ਸੁਣ ਆਇਸ ਮਹਾਰਾਜ ਦੀ ਆਗਿਆ ਸੁਣ ਕੇ ਭਾਈ ਸੁਧਾਰਨ ਜੀ ਚਲੇ ਗਏ ਆਪਣੇ ਕੰਮ ਲੱਗੇ। इस मह टिकही जहां गुसाई। ਜਿੱਥੇ ਮਹਾਰਾਜ ਜੀ ਰਾਤ ਨੂੰ ਰਿਹਾ ਕਰਦੇ ਨੇ ਉਹ ਕਮਰੇ ਦੀ ਸਫਾਈ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ। अतिक प्रीत और बहु कर दीना। ਕਹਿਣਗੇ ਉੱਥੇ ਜਾ ਕੇ ਭਾਈ ਸੁਧਾਰਨ ਝਾੜੂ ਫੇਰਿਆ, ਝਾੜੂ ਜਿਹੜਾ ਦਿੱਤਾ ਚੰਗੀ ਤਰ੍ਹਾਂ ਡਸਟ ਨੂੰ ਬਾਹਰ ਕੱਢਿਆ, ਚੰਗੀ ਸਫਾਈ ਕੀਤੀ। सर्ब सदन पुन लीपन कीना। ਫਿਰ ਸਾਰਾ ਜਿਹੜਾ ਮੋਪ ਕਰ ਲਿਆ, ਚੰਗੀ ਤਰ੍ਹਾਂ ਸਾਫ਼ ਕਰ ਲਿਆ ਘਰ ਸਾਰਾ। पूरद तरह स्वच्छ कर सारे। ਸਾਰਾ ਸਾਫ਼ ਕਰਤਾ ਜੀ, ਉੱਤੇ ਥੱਲੇ ਸਾਫ਼ ਹੋ ਗਿਆ ਪੂਰਾ। गयो बहर जह मोख उदारे। ਫਿਰ ਗਿਓ ਬਹਰ, ਕਹਿੰਦੇ ਉੱਥੇ ਚਲਿਆ ਗਿਆ ਸੁਧਾਰਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। हाथ जोड़ के बचन बखाना। ਹੱਥ ਜੋੜ ਕੇ ਭਾਈ ਸੁਧਾਰਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, घर बिलोक ले हो कृपा निधाना। हे ਕਿਰਪਾ ਦੇ ਖਜ਼ਾਨੇ ਜਾ ਕੇ ਘਰ ਦੇਖ ਲਓ ਮਹਾਰਾਜ, ਜੇ ਤੁਹਾਨੂੰ ਠੀਕ ਲੱਗਦਾ ਹੈ। ਮਹਾਰਾਜ ਜਾ ਕੇ ਇੱਕ ਵਾਰੀ ਵਿਜ਼ਿਟ ਕਰ ਲਓ, ਇਨਸਪੈਕਟ ਕਰ ਲਓ। होए जे नूनता देह मह कह। ਮਹਾਰਾਜ ਜੇ ਕੋਈ ਕਸਰ ਰਹਿ ਗਈ ਤਾਂ ਦੱਸ ਦਿਓ, ਜੇ ਹੋਰ ਕੁਝ ਰਹਿ ਗਿਆ ਨਹੀਂ ਸਾਡੇ ਤੋਂ ਸਾਫ਼ ਹੋਇਆ ਜਾਂ ਤੁਹਾਡੇ ਸਟੈਂਡਰਡ ਦੇ ਨਾਲ ਸਾਫ਼ ਨਹੀਂ ਹੋਇਆ ਤੁਸੀਂ ਦੱਸ ਦਿਓ ਸਾਨੂੰ। देहो बताए सुधारो तहवा। ਕਹਿਣਗੇ ਦੱਸ ਦਿਓ ਸਾਨੂੰ, ਅਸੀਂ ਠੀਕ ਕਰ ਦਿਆਂਗੇ ਸਾਰਾ। सुन कर उठे कृपाल ਉਸ विसाला। ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਕਿਰਪਾ ਦੇ ਘਰ ਉੱਠ ਖੜੇ, ਉੱਠ ਕਰਕੇ ਸਤਿਗੁਰੂ ਜੀ ਚੱਲੇ ਭਾਈ ਸੁਧਾਰਨ ਦੇ ਨਾਲ। चिर बनाई पिख धर्मशाला। ਮਹਾਰਾਜ ਨੇ ਜਾ ਕੇ ਦੇਖਿਆ ਧਰਮਸਾਲ ਤਾਂ ਜਿਹੜੇ ਹਨ ਬੜੀ ਸਾਫ਼ ਕੀਤੀ ਪਈ ਹੈ, ਚੰਗੀ ਤਰ੍ਹਾਂ ਚਲਕਾਈ ਪਈ ਹੈ। खुशी सधारण पर बहु कर के। ਬਹੁਤ ਖੁਸ਼ੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸੁਧਾਰਨ ਤੇ ਬੜਾ ਸੋਹਣਾ ਕੰਮ ਕੀਤਾ ਤੂੰ। आत्म ज्ञान दीन भ्रम हर के। ਦੇਖੋ ਉਸ ਵੇਲੇ ਗੁਰੂ ਨਾਨਕ ਨੇ ਦਿੱਤਾ ਕਿ ਆਤਮ ਗਿਆਨ, ਭਾਈ ਸੁਧਾਰਨ ਨੂੰ ਉਹਦੀ ਆਤਮਾ ਦਾ ਗਿਆਨ ਕਰਾਤਾ ਗੁਰੂ ਨਾਨਕ ਸਾਹਿਬ ਜੀ ਨੇ। ਉਹ ਗਿਆਨ ਜਿਹਨੂੰ ਆਪਾਂ ਬ੍ਰਹਮ ਗਿਆਨ ਕਹਿੰਦੇ ਹਾਂ, ਉਹ ਗਿਆਨ ਜਿਹਦੇ ਗਿਆਨ ਹੋਣ ਕਰਕੇ ਸਾਰਾ ਪਰਮਾਤਮਾ ਹੀ ਦਿਸਦਾ ਹੈ। ਜਿਹੜੀ ਸੱਚਾਈ ਹੈ ਨਾ, ਜਿਹੜਾ ਭਰਮ ਦਾ ਪਰਦਾ ਹੈ ਉਹ ਦੂਰ ਹੋ ਜਾਂਦਾ, ਬਿਲਕੁਲ ਸਭ ਕੁਝ ਪਰਮਾਤਮਾ ਦਾ ਰੂਪ ਦਿਸਣ ਲੱਗ ਜਾਂਦਾ ਹੈ। ਐਂਡ you understand that everything that happens is because of God wants it to happen in that way। ਇਹ ਰਿਐਲਿਟੀ ਜਿਹੜੀ ਹੈ ਨਾ, ਇੱਕ ਜਿਹੜੀ ਬੰਦੇ ਨੂੰ ਜਦੋਂ ਕਿਤੇ ਸਮਝ ਆ ਜਾਵੇ ਨਾ, then you can call yourself ਤੁਸੀਂ ਪਾਣੀ ਵਿੱਚ ਹੋ, ਸਭ ਕੁਝ ਅੱਖਾਂ ਦੇ ਸਾਹਮਣੇ ਕਲੀਅਰ ਹੋ ਜਾਂਦਾ ਹੈ। So then you don't feel that you belong to anything or anything that belongs to you। ਉਹ ਗੱਲ ਜਿਹੜੀ ਬਿਲਕੁਲ ਹੀ ਮੁੱਕ ਜਾਂਦੀ ਹੈ। ਸੋ ਜੀਵਨ ਜਿਹੜਾ ਹੈ ਬੜਾ ਸੌਖਾ ਹੋ ਜਾਂਦਾ। ਸੋ ਇਸ ਕਰਕੇ ਜਿਹੜਾ ਹੈ ਇਹ ਬ੍ਰਹਮ ਗਿਆਨ ਉਹਨੂੰ ਦਿੱਤਾ ਭਾਈ ਸੁਧਾਰਨ ਨੂੰ। आए पुन चल दल की छाई। ਫੇਰ ਮਹਾਰਾਜ ਪਿੱਪਲ ਦੇ ਦਰਖਤ ਤੇ ਹੇਠ ਆ ਕੇ ਬੈਠ ਗਏ। बैठे सिखन सभा सुहाई। ਉੱਥੇ ਸਾਰੇ ਸਿੱਖ ਬੈਠੇ ਸਨ, ਮਹਾਰਾਜ ਦੀ ਉਡੀਕ ਕਰਦੇ। होत कीर्तन नाम प्रताप। ਕਹਿੰਦੇ ਨਾਮ ਦੇ ਪ੍ਰਤਾਪ ਨੂੰ ਵਧਾਉਣ ਵਾਸਤੇ ਕੀਰਤਨ ਹੋ ਰਿਹਾ ਹੈ, ਉੱਥੇ ਸ਼ਬਦਾਂ ਦਾ ਕੀਰਤਨ ਗਾਇਆ ਜਾ ਰਿਹਾ ਹੈ। जेह सुनी मिटही तीनों तापा। ਬਸ ਜਿਹਨੇ ਵੀ ਇਹ ਕੀਰਤਨ ਸੁਣ ਲਿਆ ਉਹਦੇ ਤਿੰਨ ਤਾਪ, ਆਦि ਵਿਆधि ਉਪਾਧि ਜਿਹੜੇ ਤਾਪ ਨੇ ਸਾਰੇ ਮਿਟ ਜਾਂਦੇ ਹਨ। दोहरा नित प्रत जिव व्यवहार है तैसे चलियो सो जाए। ਸੋ ਨਿਤ ਪਰਤਵੇ ਜਿਵੇਂ ਹਰ ਰੋਜ਼ ਦਾ ਰੂਟੀਨ ਹੈ ਉਵੇਂ ਹੀ ਹੋਇਆ, ਜਿਵੇਂ ਧਰਮਸ਼ਾਲ 'ਚ ਰੂਟੀਨ ਚੱਲਦਾ ਹੈ ਰਹਿ ਰਾਸ ਦਾ ਜਿਹੜਾ ਕੀਰਤਨ ਦਾ ਉਹ ਵੈਸਾ ਹੀ ਚੱਲਿਆ। सवा जाम निस रहे ते बैठ है श्री गुरु नाहे। ਉਸ ਵੇਲੇ ਜਿਹੜਾ ਸਵਾ ਜਾਮ 3 hours 45 minutes before sunrise ਗੁਰੂ ਨਾਨਕ ਸਾਹਿਬ ਜੀ ਉੱਠ ਕੇ ਰਾਵੀ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਅੰਮ੍ਰਿਤ ਵੇਲੇ। चौपे तपते होत कीर्तन भारी। ਫਿਰ ਉਦੋਂ ਤੋਂ ਜਦੋਂ ਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਜਾਂਦੇ ਨੇ ਉਦੋਂ ਕੀਰਤਨ ਸ਼ੁਰੂ ਹੋ ਜਾਂਦਾ ਹੈ ਧਰਮਸ਼ਾਲਾ ਵਿੱਚ। मृदुल मधुर तुन राग मजारी। ਰਾਗਾਂ ਦੇ ਵਿੱਚ ਬੜਾ ਸੁੰਦਰ ਮਿੱਠੀ ਆਵਾਜ਼ ਵਿੱਚ ਕੀਰਤਨ ਹੁੰਦਾ ਹੈ। पुन जप तप होया ज्ञान सो ध्याना। ਦੇਖੋ ਪੁੰਨ ਜਪ ਤਪ ਹੋਏ ਗਿਆਨ ਸੋ ਧਿਆਨਾ, ਕਹਿੰਦੇ ਸਭ ਕੁਝ ਹੀ ਉਹ ਕੀਰਤਨ ਵਿੱਚ ਹੈ। ਧਰਮਸ਼ਾਲਾ ਵਿੱਚ ਜਪ ਵੀ ਹੁੰਦਾ ਹੈ, ਤਪ ਵੀ ਹੁੰਦਾ ਹੈ, ਗਿਆਨ ਵੀ ਹੈ ਤੇ ਧਿਆਨ ਵੀ ਉੱਥੇ ਹੀ ਹੈ। ਸਿੱਖ ਜਿਹੜੇ ਹਨ ਮਹਾਰਾਜ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਹਨ। बैठ है सिख कर है भल गाना। ਸੋ ਸਿੱਖ ਬਹਿ ਕੇ ਬੜੇ ਪ੍ਰੇਮ ਨਾਲ ਜਿਹੜਾ ਹਨ ਕੀਰਤਨ ਕਰਦੇ ਹਨ। आदित तार बजाव है पाना। ਕਹਿੰਗੇ ਬਾਦਤ ਤਾਰ, ਤਾਰਾਂ ਵਾਲੇ ਮਤਲਬ ਰਬਾਬ ਜਿਹੜਾ ਹੈ ਉਹ ਵਜਾਉਂਦੇ ਹਨ, ਕੀਰਤਨ ਕਰਦੇ ਹਨ। वह आनंद उत्सव बिदनाना। ਬਹੁਤ ਆਨੰਦ ਆਉਂਦਾ ਹੈ ਉਹ ਕੀਰਤਨ ਨੂੰ ਸੁਣ ਕੇ। एक अंकार प्रीत रस पागे। ਤੇ ਅੰਦਰੋਂ ਪਰਮੇਸ਼ਰ ਦਾ ਪਿਆਰ ਜਾਗਦਾ ਹੈ। ਕੀਰਤਨ ਸੁਣ ਕੇ ਅੰਦਰੋਂ ਪਰਮੇਸ਼ਰ ਪਿਆਰਾ ਲੱਗਦਾ ਹੈ। ਦੁਨੀਆ ਫਿੱਕੀ ਲੱਗਦੀ ਹੈ, ਦੁਨੀਆ ਝੂਠੀ ਲੱਗਦੀ ਹੈ, ਪਰਮਾਤਮਾ ਸੱਤ ਲੱਗਦਾ ਹੈ। निस्बासुर हृदय अनुरागे। ਤੇ ਨਿਸਬਾਸੋ ਰਾਤ ਦਿਨ ਜਿਹੜਾ ਹੈ ਹਿਰਦੇ ਵਿੱਚ ਉਹ ਪ੍ਰੇਮ ਜਗਿਆ ਹੀ ਰਹਿੰਦਾ ਹੈ। ਉਹ ਪ੍ਰੇਮ ਕਿਤੇ ਨਹੀਂ ਮੁੱਕਦਾ। ਉਹ ਪ੍ਰੇਮ ਜਿਹੜਾ ਹੈ ਅੰਦਰੋਂ ਜਿਹੜਾ ਹੈ ਬੰਦੇ ਨੂੰ ਖੁਸ਼ ਆਨੰਦ ਵਿੱਚ ਰੱਖਦਾ ਹੈ। ਉਹ ਅਵਸਥਾ ਜਿਹੜੀ ਬੜੀ ਸੁੰਦਰ ਬਣ ਜਾਂਦੀ ਹੈ। दर्शन कर है मलिनता भागी। ਜਿਹਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੀ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਫਿਰ ਪਾਪ ਕਰਨ ਨੂੰ ਜੀ ਨਹੀਂ ਕਰਦਾ, ਪਾਪ ਦਾ ਟੁੱਟ ਲਿਆਉਣ ਨੂੰ ਜੀ ਨਹੀਂ ਕਰਦਾ।
ਕਿਸੇ ਨੂੰ ਮਾੜਾ ਆਖਣ ਦਾ ਜੀ ਨਹੀਂ ਕਰਦਾ। ਸੋ ਉਹ ਸਾਰਿਆਂ ਤੋਂ ਮਨ ਉੱਠ ਕਰਦਾ ਹੈ। ਨੌਦਾ ਭਗਤ ਹਿਰਦੇ ਅਤ ਜਾਗੀ। ਦੇਖੋ ਫਿਰ 9 ਭਗਤੀਆਂ ਜਿਹੜੀਆਂ ਹਨ ਉਹ ਵੀ ਹਿਰਦੇ ਵਿੱਚ ਜਾਗ ਜਾਂਦੀਆਂ ਨੇ। ਜਿਹੜਾ ਸਰਵਣ ਭਗਤੀ ਹੈ, ਕੀਰਤਨ ਭਗਤੀ ਹੈ, ਸਿਮਰਨ ਭਗਤੀ ਹੈ, ਪਦ ਸੇਵਨ ਭਗਤੀ ਹੈ, ਫਿਰ ਆਚਰਨ ਭਗਤੀ ਹੈ, ਫਿਰ ਬੰਦਨਾ ਭਗਤੀ ਹੈ, ਫਿਰ ਅੱਗੇ ਜਿਹੜਾ ਹਨ ਦਾਸਾ ਭਾਵ ਭਗਤੀ ਹੈ, ਫਿਰ ਮਿੱਤਰਤਾ ਭਗਤੀ ਹੈ ਤੇ ਆਤਮ ਨਿਵੇਦਨ ਦੀ ਭਗਤੀ। ਇਹ 9 ਭਗਤੀਆਂ ਹਨ ਸਾਰੀਆਂ। ਸੋ ਇਹ ਸਾਰੀਆਂ ਭਗਤੀਆਂ ਜਾਗਦੀਆਂ ਹਨ। ਏਕ ਰੰਗ ਮਹਿ ਰੰਗੇ ਸਭ ਹੀ। ਸਾਰੇ ਇੱਕ ਰੰਗ ਪਰਮੇਸ਼ਰ ਦੇ ਰੰਗ ਪਿਆਰ ਵਿੱਚ ਰੰਗੇ ਜਾਂਦੇ ਹਨ। ਦ્વੈਤ ਭਾਵ ਔਰ ਆਏ ਨਾ ਕਬਹੀ। ਦ્વੈਤ ਭਾਵ ਡਾਊਟ ਜਿਹੜਾ ਹੈ ਕਿਤੇ ਵੀ ਮਨ 'ਚ ਨਹੀਂ ਆਉਂਦਾ। ਬੰਦਾ ਦੁਖੀ ਕਿਦੋਂ ਹੁੰਦਾ? ਜਦੋਂ ਡਾਊਟ ਆਉਂਦਾ ਹੈ। ਦੇਖੋ ਨਾ, ਜਦੋਂ ਤੁਸੀਂ ਕਿਸੇ ਥਾਂ ਤੇ ਜਾਓ, ਵੈਰੀ ਸਿੰਪਲ ਐਨੋਲੋਜੀ ਲੈ ਲਈ ਆਪਾਂ ਨੂੰ ਸਮਝਣ ਵਾਸਤੇ, ਪਾਰਕਿੰਗ ਇੱਕ ਵੀ ਨਾ ਹੋਵੇ, ਤੁਸੀਂ ਕਹਿੰਦੇ ਹੋ ਇੱਕ ਪਾਰਕਿੰਗ ਮਿਲ ਜਾਵੇ ਬਸ। ਜਦੋਂ ਤੁਸੀਂ ਜਾਓ ਥਾਂ ਪਾਰਕਿੰਗ ਹੀ ਪਾਰਕਿੰਗ ਖੁੱਲਾ ਪਿਆ, ਫਿਰ ਤੁਸੀਂ ਚੂਜ਼ ਕਰਨ ਨੂੰ ਬੜਾ ਚਿਰ ਲਾ ਦਿੰਦੇ ਹੋ ਵੀ ਕਿਹੜੀ ਪਾਰਕਿੰਗ ਕਰੀਏ। ਇਹ ਨੇੜੇ ਆ, ਉਹ ਨੇੜੇ ਆ, ਇਹ ਚੰਗੀ ਆ। ਜੇ ਇੱਥੇ ਖੜਾਤੀ, ਕਿਸੇ ਨੇ ਨਾਲ ਖੜਾਤੀ, ਇਹਨੇ ਚਿੱਬ ਪਾ ਦੇਣਾ, ਬਾਹਰ ਖੋਲ ਕੇ ਦਰਵਾਜ਼ਾ ਖੋਲਦੇ ਆ, ਇਹਨੇ ਇਹ ਕਰ ਦੇਣਾ ਹੈ, ਇੱਥੇ ਡੇਂਜਰਸ ਸਪੌਟ ਹੈ, ਇੱਥੇ ਇਹ। ਫਿਰ ਬਹੁਤ ਚੋਇਸ ਹੁੰਦੇ ਨੇ, ਬੰਦਾ ਦੁਖੀ ਹੁੰਦਾ। ਇਸ ਤਰ੍ਹਾਂ ਹੀ ਆਪਾਂ ਡਾਊਟ ਹੈ। ਜਦੋਂ ਤੁਹਾਡੇ ਕੋਲ 2 ਥਿੰਗਸ ਹੋਣ ਨਾ, ਫਿਰ ਉਦੋਂ ਡਾਊਟ ਬਣਦਾ ਹੈ। ਇਹ ਕਰਾਂ, ਇਹ ਕਰਾਂ, ਇਹ ਨਾ ਕਰਾਂ, ਇਹ ਕਰਾਂ। ਇਸ ਕਰਕੇ ਜਿਹੜੀਆਂ ਮਾਈਆਂ ਕਾਫੀ ਦੁਖੀ ਹਨ। ਹਾਂਜੀ, ਡਿਨਰ ਕੀ ਬਣਾਈਏ? ਚੋਇਸ ਆ ਨਾ, ਇਹ ਬਣਾ ਲਈਏ, ਚੌਲ ਬਣਾ ਲਈਏ, ਰੋਟੀ ਪਕਾ ਲਈਏ, ਹਾਂਜੀ ਡੋਸੇ ਬਣਾ ਲਈਏ, ਹਾਂਜੀ ਮੀਂਹ ਗੋਰਿੰਗ ਕਰ ਲਈਏ, ਕੀ ਬਣਾਈਏ? ਕਿੰਨਾ ਕੁਛ ਹੈਗਾ। ਸੋ ਡਾਊਟ ਹੈ ਨਾ। ਸੋ ਇਹਦੇ ਵਿੱਚ ਬੰਦਾ ਦੁਖੀ ਹੁੰਦਾ ਹੈ। ਸੋ ਇਸ ਪ੍ਰਕਾਰ ਕਰਕੇ ਮਹਾਰਾਜ ਨੇ ਕਿਹਾ ਇੱਕ ਹਸਬੈਂਡ ਇੱਕ ਵਾਈਫ ਚੰਗੇ ਰਹਿੰਦੇ ਹਨ। ਭਏ ਬ੍ਰਿਖ ਜਿਉ ਸਿੱਖ ਉਪਕਾਰੀ। ਹਾਂ, ਕਹਿ ਲਗੇ ਇਉਂ ਕਰਕੇ ਜਿਹੜੇ ਸਿੱਖ ਨੇ, ਕਹਿੰਦੇ ਉਹ ਜਿਹੜੇ ਹਨ ਉਹ ਮਹਾਰਾਜ ਦੇ ਸਿੱਖ ਵੀ ਐਸੇ ਹਨ, ਕਹਿੰਦੇ ਜਿਨ੍ਹਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਨਾ, ਉਹ ਪਰਉਪਕਾਰੀ ਸਿੱਖ ਹੋ ਕੇ ਨਿੱਤਰਦੇ ਹਨ। ਉਹ ਪਰਉਪਕਾਰ ਕਰਦੇ ਹਨ, ਦੂਜਿਆਂ ਦਾ ਵੀ ਭਲਾ ਕਰਦੇ ਹਨ। ਜਿਵੇਂ ਇੱਕ ਬ੍ਰਿਖ ਹੁੰਦਾ ਹੈ, ਦੇਖੋ ਇੱਕ ਦਰਖਤ ਹੈ ਨਾ ਵਿਚਾਰਾ, ਉਹ ਕਿੰਨਿਆਂ ਦਾ ਭਲਾ ਕਰਦਾ। ਤੁਸੀਂ ਹੁਣ ਛਾਂ ਹੇਠ ਜਾ ਕੇ ਖੜ ਗਏ, ਬਹੁਤ ਧੁੱਪ ਲੱਗਦੀ ਹੈ, ਤੁਸੀਂ ਇੱਕ ਦਰਖਤ ਦੇ ਹੇਠ ਖੜ ਜਾਓ, ਜਾਣ ਲੱਗਿਆ ਤੁਸੀਂ ਦਰਖਤ ਨੂੰ ਕਿਤੇ ਥੈਂਕ ਯੂ ਕਿਹਾ, ਭਾਈ ਤੂੰ ਮੈਨੂੰ ਧੁੱਪ ਤੋਂ ਬਚਾਇਆ, ਮੈਨੂੰ ਛਾਂ ਦਿੱਤੀ। ਜਾਂ ਉੱਤੇ ਅੰਬ ਲੱਗਿਆ ਹੋਇਆ ਸੀ, ਤੁਸੀਂ ਅੰਬ ਤੋੜ ਕੇ ਖਾ ਲਿਆ, ਤੇ ਕਿਤੇ ਟਰੀ ਨੂੰ ਕਿਹਾ ਟਰੀ ਥੈਂਕ ਯੂ, ਥੈਂਕ ਯੂ ਵੈਰੀ ਮਚ, ਕਹਿ ਕੇ ਗਏ ਆ ਕਿਤੇ? ਨਹੀਂ ਨਾ। ਫਿਰ ਵੀ ਉਹ ਟਰੀ ਛਾਂ ਦਿੰਦਾ ਹੀ ਹੈ ਨਾ। ਯੂ ਗੋ ਬੈਕ ਟਮੋਰੋ, ਉਹ ਫਿਰ ਵੀ ਤੁਹਾਨੂੰ ਉਹੀ ਛਾਂ ਦੇਏਗਾ। ਉਹ ਤੁਹਾਨੂੰ ਕਿਤੇ ਨਾ ਨਹੀਂ ਕਰਦਾ, ਉਹ ਨਹੀਂ ਕਹਿੰਦਾ ਪਲੀਜ਼ ਗੈਟ ਆਊਟ, ਯੂ ਡਿਡਨਟ ਸੇ ਥੈਂਕ ਯੂ ਯੈਸਟਰਡੇ, ਕਿਤੇ ਨਹੀਂ ਉਹ ਕਹਿੰਦਾ ਵਿਚਾਰਾ, ਹੈ ਨਾ। ਸੋ ਇਹ ਪਰਉਪਕਾਰ, ਕਹਿੰਦੇ ਪਰਉਪਕਾਰ ਐਸਾ ਚਾਹੀਦਾ ਜਿਵੇਂ ਟਰੀ ਦਾ ਹੁੰਦਾ ਹੈ, ਜਿਵੇਂ ਉਹ ਕਰਦਾ ਹੈ। ਮੀਨ ਨੀਰ ਜਿਉ ਪ੍ਰੀਤ ਆਧਾਰੀ। ਜਿਵੇਂ ਕਹਿੰਦੇ ਮੀਨ, ਜਿਵੇਂ ਮੱਛੀ ਦੀ ਪ੍ਰੀਤੀ ਪਾਣੀ ਦੇ ਨਾਲ ਹੈ। ਨਾਮ ਜਪਤ ਚਾਤਰਿਕ ਕੀ ਭਾਂਤੀ। ਇਸ ਕਰਕੇ ਜਿਹੜਾ ਹੈ ਸਿੱਖ ਨਾਮ ਜਪਦੇ ਜਿਵੇਂ ਚਾਤਰਕ ਜਿਹੜਾ ਹੁੰਦਾ ਹੈ, ਉਹ ਸਵੰਤੀ ਬੂੰਦ ਨੂੰ ਚਾਹੁੰਦਾ ਹੈ। ਕਹਿੰਦੇ ਉਹ ਰੋ ਰੋ ਕੇ ਮੰਗਦਾ, ਕਹਿੰਦੇ ਸਵੰਤੀ ਬੂੰਦ ਆ ਜਾਵੇ। ਸਿੱਖ ਨਾਮ ਕਿਵੇਂ ਜਪਦੇ ਨੇ? ਜਿਵੇਂ ਇੱਕ ਚਾਤਰਕ ਸਵੰਤੀ ਬੂੰਦ ਨੂੰ ਡੀਕਦਾ ਹੈ। ਉਹਨਾਂ ਵਾਸਤੇ ਵਾਹਿਗੁਰੂ ਕਹਿਣਾ ਇਜ਼ ਡਨ। ਵਾਹ, ਅੱਜ ਬਹੁਤ ਵੱਡਾ ਕਾਰਜ ਹੋ ਗਿਆ। ਆਈਵ ਡਨ ਵਾਟ ਆਈ ਕੇਮ ਫॉर ਬਿਕਾਜ਼ ਆਈ ਸੇਡ ਵਾਹਿਗੁਰੂ। ਹਾਂ, ਇਹੀ ਜੀ ਫੀਲਿੰਗ, ਇਹ ਜਿਹਾ ਇੰਪੋਰਟੈਂਸ ਉਹ ਨਾਮ ਨੂੰ ਦਿੰਦੇ ਹਨ। ਦੇਖਾ ਬਨਕ ਗਿਆਨ ਦਿਨ ਰਾਤੀ। ਦੇਖੋ ਬਾਣੀਆਂ ਜਿਹੜਾ ਹੁੰਦਾ ਨਾ ਬਿਜ਼ਨਸਮੈਨ, ਉਹਦੇ ਕੋਲ ਇੱਕ ਪੈਸੇ ਦਾ ਹਿਸਾਬ ਹੁੰਦਾ ਹੈ। ਉਹਨੂੰ ਪੁੱਛ ਲਓ ਤੁਸੀਂ, ਇੱਕ ਪੈਸਾ ਕਿੱਧਰ ਇੱਧਰ ਉੱਧਰ ਗਿਆ, ਕਿੱਥੇ ਗਿਆ, ਉਹਨੂੰ ਸਾਰਾ ਪਤਾ ਹੁੰਦਾ। ਕਹਿੰਦਾ ਬਾਣੀਆ ਜਿਹੜਾ ਹੁੰਦਾ ਨਾ, ਰਿਟੇਲਰ ਹੋਇਆ, ਬਿਜ਼ਨਸਮੈਨ ਹੋਇਆ, ਉਹਨੂੰ ਸਾਰੇ ਪੈਸਾ ਦਾ ਗਿਆਨ। ਕਹਿੰਦੇ ਸਿੱਖਾਂ ਨੂੰ ਨਾਮ ਦੇ ਨਾਲ ਇੰਨਾ ਪਿਆਰ ਹੈ ਜਿਵੇਂ ਇੱਕ ਬਾਣੀਏ ਨੂੰ ਆਪਣੇ ਪੈਸੇ ਦੇ ਨਾਲ ਪਿਆਰ ਹੈ। ਉਹ ਇੰਨਾ ਪ੍ਰੇਮ ਸਿਮਰਨ ਨਾਲ ਕਰਦੇ ਹਨ। ਔਰ ਮਹਿ ਧਿਆਨ ਚਕੋਰ ਹੈ ਚੰਦੂ। ਹਾਂ, ਫਿਰ ਉਹਨਾਂ ਦਾ ਧਿਆਨ ਜਿਵੇਂ ਚਕੋਰ ਦਾ ਚੰਦਰਮਾ ਨਾਲ ਹੁੰਦਾ ਹੈ। ਲੋਚਨ ਅਲ ਗੁਰ ਪਦ ਅਰਬਿੰਦੂ। ਦੇਖੋ ਜਿਹੜਾ ਹਨ ਉਹਨਾਂ ਦੀਆਂ ਅੱਖਾਂ ਭੌਰੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਵਲ ਵਰਗੇ ਨੇ। ਆਪਣੀਆਂ ਜਿਹੜਾ ਹਨ ਅੱਖਾਂ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਕੇ ਰੱਖਦੇ ਹਨ। ਸਵੱਛ ਹਿਰਦੇ ਜਿਉ ਗੰਗਾ ਨੀਰੂ। ਉਹਨਾਂ ਦੇ ਹਿਰਦੇ ਇੰਨੇ ਸਾਫ਼ ਨੇ ਜਿਵੇਂ ਗੰਗਾ ਦਾ ਪਾਣੀ ਹੁੰਦਾ ਹੈ। ਹਰਤ ਸਹੋਦਰ ਜਿਉ ਪਰ ਪੀਰੂ। ਦੇਖੋ ਜਿਵੇਂ ਕੋਈ ਭਰਾ ਦੀ ਪੀੜਾ ਨੂੰ ਦੇਖ ਕੇ, ਭਰਾ ਦੇ ਦੁੱਖ ਨੂੰ ਦੇਖ ਕੇ ਲੋਕ ਭੱਜ ਕੇ ਜਾ ਕੇ ਕਰਦੇ ਵੀ ਮੇਰਾ ਭਰਾ ਹੈ, ਮੈਂ ਬਚਾਉਣਾ ਇਹਨੂੰ, ਮੇਰਾ ਦੁੱਖ ਨਹੀਂ ਦੇਖਣ ਦੇਣਾ। ਕਹਿੰਦੇ ਇੰਨਾ ਪਿਆਰ ਗੁਰਸਿੱਖ ਆਪਸ ਵਿੱਚ ਕਰਦੇ ਨੇ। ਇੱਕ ਕਿਸੇ ਦਾ ਵੀ ਦੁੱਖ ਹੋਵੇ, ਉਹਨੂੰ ਲੱਗਦਾ ਵੀ ਮੇਰਾ ਹੀ ਦੁੱਖ ਹੈ, ਸਾਰੇ ਜਾ ਕੇ ਉਹਦੇ ਦੁੱਖ ਤੇ ਖੜਦੇ ਨੇ, ਉਹਦੀ ਮਦਦ ਕਰਦੇ ਨੇ। ਅੱਜ ਕੱਲ੍ਹ ਤਾਂ ਲੋਕ ਕੀ ਕਰਦੇ ਨੇ, ਜੇ ਪਤਾ ਲੱਗਿਆ ਨਾ ਦੁੱਖ ਹੋ ਗਿਆ, ਪਹਿਲਾਂ ਹੀ ਉਹਦਾ ਫੋਨ ਜਿਹੜਾ ਹੈ ਉਹਨੂੰ ਉਹਦਾ ਲਾਈਨ ਪਹਿਲਾਂ ਬਲੌਕ ਕਰਦੇ ਨੇ। ਸਭ ਤੋਂ ਪਹਿਲਾਂ ਉਹੀ ਕੰਮ ਕਰਦੇ ਨੇ ਵੀ ਇਹਨੂੰ ਬਲੌਕ ਕਰ ਦਿਓ, ਇਹਨੇ ਫੋਨ ਕਰਨਾ ਹੀ ਕਰਨਾ, ਇਹਨੇ ਫੋਨ ਕੀਤਾ, ਇਹਨੇ ਪੈਸੇ ਮੰਗਣੇ ਹਨ, ਸੋ ਮੈਂ ਨਹੀਂ ਦੇਣੇ, ਸੋ ਇਹਨੂੰ ਬਲੌਕ ਕਰ ਦਿਓ ਪਹਿਲਾਂ ਹੀ। ਤੇ ਜਿਹੜਾ ਬਾਹਰ ਨੂੰ ਜਿੰਦਾ ਲਾ ਦਿਓ, ਅੰਦਰ ਬੈਠੇ ਰਹੋ, ਬਾਹਰੋਂ ਕੋਈ ਆਊਗਾ ਲੱਗੂਗਾ ਨੋਬਡੀ ਐਟ ਹੋਮ ਬਟ ਵੀ ਐਟ ਹੋਮ, ਹੈ ਨਾ। ਸੋ ਜਿਹੜਾ ਇਹ ਜਿਹੇ ਕਾਰਜ ਹੁੰਦੇ ਨੇ ਅੱਜ ਕੱਲ੍ਹ, ਪਰ ਕਹਿੰਦੇ ਉਹ ਸਮਿਆਂ ਵਿੱਚ ਤਾਂ ਇੰਨਾ ਪਿਆਰ ਸੀਗਾ।
ਕਹਿੰਦੇ ਭੱਜ ਕੇ ਇੱਕ ਦੂਜੇ ਦੀ ਮਦਦ ਕਰਦੇ ਹਨ। ਰਾਗ ਕਰਤ ਪੁਲਕਤ ਤਨ ਐਸੇ। ਕਹਿੰਦੇ ਰਾਗ ਕਹਿੰਦਾ ਇੰਨਾ ਉਹ ਪ੍ਰੇਮ ਕਰਦੇ ਹਨ ਇੱਕ ਦੂਜੇ ਨੂੰ, ਜਿਹਦੇ ਨਾਲ ਰੁਮਾਵਲੀ ਗੂਸ ਬੰਪਸ ਹੋ ਜਾਂਦੇ ਨੇ ਵੀ ਇੰਨਾ ਪਿਆਰ ਕੋਈ ਕਰਦਾ ਕਿਸੇ ਨਾਲ। ਪਰਮਾਨੰਦ ਮਹਿ ਜੋਗੀ ਜੈਸੇ। ਦੇਖੋ ਜਿਵੇਂ ਪਰਮ ਆਨੰਦ ਦੇ ਵਿੱਚ ਕੋਈ ਯੋਗੀ ਬੈਠਾ ਹੈ, ਸੇਵਾ ਕਰਹਿ ਧਰਹਿ ਔਰ ਭਾਉ। ਦੇਖੋ ਆਪਣੇ ਹਿਰਦੇ 'ਚ ਪ੍ਰੇਮ ਧਾਰ ਕੇ ਇੰਨੀ ਸੇਵਾ ਉਹ ਗੁਰੂ ਦੀ ਕਰਦੇ, ਸੱਚੇ ਮਨੋਂ ਕਰਦੇ ਨੇ। ਉਹ ਕਿਤੇ ਵੀ ਨਹੀਂ ਮੰਗਦੇ ਵੀ ਮੈਨੂੰ ਇਹ ਮਿਲ ਜਾਵੇ ਉਹ ਮਿਲ ਜਾਵੇ, ਨਿਸ਼ਕਾਮਤਾ ਵਿੱਚ ਉਹ ਪਿਆਰ ਨਾਲ ਸੇਵਾ ਕਰਦੇ ਹਨ। ਪਾਏ ਪਰਮ ਪਦ ਪ੍ਰਭੂ ਪਸਾਉ। ਪਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਸਤਿਗੁਰਾਂ ਦੇ ਅੱਗੇ ਚਰਨੀ ਪੈਂਦੇ ਨੇ। ਕਿਉਂ ਪੈਂਦੇ ਨੇ? ਮਹਾਰਾਜ ਕਿਰਪਾ ਕਰ ਦਿਓ, ਪਾਤਸ਼ਾਹ ਜੀ ਮੇਰੀ ਜਿਹੜੀ ਹਨ ਮੱਥਾ ਟੇਕਣਾ ਮੇਰਾ ਕਬੂਲ ਕਰ ਲਓ ਤੁਸੀਂ। ਦੋਹਰਾ ਤਿਨ ਕੀ ਮਹਿਮਾ ਕਿਆ ਕਹੋ, ਜੋ ਸਿੱਖ ਗੁਰੂ ਹਦੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹਨਾਂ ਦੀ ਉਸਤਤ ਕੀ ਕਰਾਂ, ਉਹ ਸਿੱਖਾਂ ਦੀ ਜਿਹੜੇ ਕਿ ਗੁਰੂ ਨਾਨਕ ਸਾਹਿਬ ਜੀ ਸੰਗਤ ਕਰਿਆ ਕਰਦੇ ਸਨ। ਉਹ ਸਿੱਖਾਂ ਦਾ ਜੀਵਨ ਵੀ ਬਹੁਤ ਉੱਚਾ ਹੈ। ਮਮ ਮਤ ਮਸਕ ਸਮਾਨ ਹੈ, ਕਸ ਚਾਵ ਹੈ ਗਿਰ ਭੂਰ। ਮਹਾਰ ਕਹਿੰਦੇ ਕਵੀ ਸੰਤੋਖ ਸਿੰਘ ਕਹਿੰਦੇ ਮੇਰੀ ਮੱਤ ਜਿਹੜੀ ਇੱਕ ਮੱਛਰ ਦੀ ਤਰ੍ਹਾਂ ਹੈ। ਇੱਕ ਮੱਛਰ ਜਿਹੜਾ ਹੈ ਨਾ ਐਵਰੈਸਟ ਦੀ ਮਾਊਂਟਨ ਕਿਵੇਂ ਚੜ੍ਹ ਕੇ ਉੱਤੇ ਜਾ ਸਕਦਾ ਵਿਚਾਰਾ, ਉਹਦੀ ਤਾਂ ਪੈਣੀ ਨਹੀਂ ਨਾ ਹਿੰਮਤ, ਉਹ ਜਾ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਮੈਂ ਉਹ ਸਿੱਖਾਂ ਦੀ ਵੀ ਜਿਹੜੀ ਹੈ ਵਡਿਆਈ ਪੂਰੀ ਨਹੀਂ ਕਰ ਸਕਦਾ। ਚੌਪੇ ਤਿਸਨਾ ਆਸਾ ਨਾਸੀ ਐਸੇ। ਦੇਖੋ ਤ੍ਰਿਸ਼ਨਾ ਭੁੱਖ ਤੇ ਆਸਾ ਹੋਪਸ ਉਹਨਾਂ ਦੀਆਂ ਸਾਰੀਆਂ ਨਾਸ ਹੋ ਗਈਆਂ। ਪੈਨ ਤੇ ਹਨ ਉਰਗਨ ਜੈਸੇ। ਦੇਖੋ ਜਿਵੇਂ ਗਰੜ ਨੂੰ ਸੱਪਾਂ ਨੂੰ ਗਰੜ ਮਾਰਦਾ ਹੈ, ਜਿਹੜਾ ਗਰੂਡਾ ਹੁੰਦਾ ਨਾ ਸੱਪ ਨੂੰ ਐਂ ਚੱਕ ਕੇ ਮਾਰ ਦਿੰਦਾ, ਉਹ ਛੱਡਦਾ ਨਹੀਂ ਕੋਈ ਸੱਪ ਨੂੰ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ ਗੁਰੂ ਮਹਾਰਾਜ ਤ੍ਰਿਸ਼ਨਾ ਤੇ ਆਸਾ ਸਿੱਖ ਦੇ ਵਿੱਚ ਰਹਿਣ ਨਹੀਂ ਦਿੰਦੇ। ਕਾਮ ਕ੍ਰੋਧ ਲੋਭ ਹੰਕਾਰੂ। ਜਿਹੜਾ ਕਾਮ ਕ੍ਰੋਧ ਤੇ ਹੰਕਾਰ ਹੈ, ਸਹਿਤ ਅਵਿਦਿਆ ਮੋਹ ਨਿਰਪਾਰੂ। ਸਹਿਤ ਜਿਹੜੀ ਅਵਿਦਿਆ ਦੇ ਮੋਹ ਨੂੰ ਵੀ ਖਤਮ ਕਰ ਦਿੰਦੇ ਹਨ। ਹਿੰਸਾ ਕੂਰ ਪਿਸੰਤਾ ਨਿੰਦਾ। ਹਿੰਸਾ ਕੂਰ ਜਿਹੜੀ ਹਿੰਸਾ ਕਰਨੀ, ਝੂਠ ਬੋਲਣਾ, ਕਿਸੇ ਨੂੰ ਮਾਰਨਾ, ਕਿਸੇ ਨਾਲ ਝੂਠ ਬੋਲਣਾ, ਧੋਖਾ ਕਰਨਾ, ਤੇ ਫਿਰ ਜਿਹੜਾ ਹਨ ਪਿਸ਼ਨਤਾ ਚੁਗਲੀ ਕਰਨੀ ਕਿਸੇ ਦੀ। ਹੁਣ ਚੁਗਲੀ ਜਿਹੜੀ ਕਿਸੇ ਦੇ ਪਿੱਠ ਪਿੱਛੇ ਕੀਤੀ ਜਾਵੇ ਉਹ ਹੁੰਦੀ ਆ ਚੁਗਲੀ। ਜਿਹੜੇ ਕਿਸੇ ਦੇ ਪਿੱਠ ਹੋ ਗਏ ਉਹਦੇ ਪਿੱਛੇ ਖੜ ਕੇ ਉਹਦੀ ਗੱਲ ਕਰ ਦੇਣੀ ਤੇ ਉਹਨੂੰ ਸੁਣ ਵੀ ਉਹਨੂੰ ਨਾ ਸੁਣੇ, ਉਹਦੇ ਪਿੱਛੋਂ ਗੱਲ ਕਰਨੀ। ਨਿੰਦਿਆ ਉਹ ਹੁੰਦੀ ਆ ਕਿਸੇ ਦਾ ਗੁਣ ਨੂੰ ਔਗਣ ਬਣਾ ਦੇਣਾ, ਕਨਵਰਟ ਕਰ ਦੇਣਾ। ਕਿਸੇ ਦਾ ਗੁਣ ਹੋਵੇ ਉਹਦਾ ਔਗਣ ਬਣਾ ਕੇ ਦੂਜਿਆਂ ਨੂੰ ਦਿਖਾ ਦੇਣਾ। ਸੋ ਇਹ ਚੁਗਲੀ ਨਿੰਦਿਆ ਵੀ ਨਹੀਂ ਹੁੰਦੀ। ਸਿੱਖੀ ਮਗ ਪਿਖ ਇਨਕੋ ਚਿੰਦਾ। ਕਹਿਣ ਲੱਗੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਭੈੜੀਆਂ ਚੀਜ਼ਾਂ ਦਸੀਆਂ ਹੈ ਨਾ ਇੱਥੇ, ਇਹਨਾਂ ਸਾਰੇ ਫਿਕਰ ਲੱਗ ਗਿਆ ਸਿੱਖੀ ਵੱਲ ਦੇਖ ਕੇ, ਉਹ ਵੀ ਸਾਡਾ ਨਹੀਂ ਕੰਮ ਚੱਲਣਾ। ਹੁਣ ਨਿੰਦਿਆ ਚੁਗਲੀ ਨੂੰ ਵੀ ਡਰ ਪੈ ਗਿਆ, ਕਾਮ ਕ੍ਰੋਧ ਹੰਕਾਰ ਨੂੰ ਵੀ ਡਰ ਪੈ ਗਿਆ ਵੀ ਇਹ ਥਾਂ ਦੇ ਉੱਤੇ ਅਸੀਂ ਨਹੀਂ ਜਾ ਸਕਦੇ। ਵੀ ਕੈਨੋਟ ਇਨਫਲੂਐਂਸ ਦਿਸ ਪੀਪਲ। ਇਹਨਾਂ ਦਾ ਹੋ ਗਿਆ ਕੰਮ ਵੀ ਇਹਨਾਂ ਨੇ ਸਾਡੇ ਵੱਲ ਦੇਖਣਾ ਵੀ ਨਹੀਂ। ਹੁਣ ਦੇਖੋ ਇਹ ਚੀਜ਼ਾਂ ਜਿਹੜੀਆਂ ਹਨ ਗੁਰੂ ਘਰ ਤੋਂ, ਗੁਰੂ ਦੀ ਮੱਤ ਤੋਂ ਦੂਰ ਰਹਿੰਦੀਆਂ ਨੇ। ਜੇ ਤੁਸੀਂ ਗੁਰੂ ਨਾਨਕ ਨੂੰ ਮੰਨੋਗੇ ਨਾ ਇਹ ਚੀਜ਼ਾਂ ਤੁਹਾਤੋਂ ਆਪਣੇ ਆਪ ਭੱਜਣਗੀਆਂ ਪਾਸੇ, ਇਹ ਤੁਹਾਡੇ ਨੇੜੇ ਨਹੀਂ ਲੱਗਣਗੀਆਂ। ਕੇਹਰ ਗਰਜਨ ਤੇ ਜਿਉ ਕਰੀ। ਜਿਵੇਂ ਕਹਿੰਦੇ ਜਿਹੜਾ ਹਾਥੀ ਆ ਨਾ ਕਿੱਡਾ ਵੱਡਾ ਉਹਦਾ ਸਰੀਰ ਹੈ, ਪਰ ਜੇ ਕਹਿੰਦੇ ਇੱਕ ਵੀ ਜਿਹੜਾ ਹੈ ਲਾਇਨ ਜਿਹੜਾ ਹੈ ਗਰਜ ਪਵੇ ਨਾ, ਕਹਿੰਦੇ ਉਹ ਹਾਥੀਆਂ ਦੀਆਂ ਡਾਰਾਂ ਨੂੰ ਭੱਜਣਾ ਪੈ ਜਾਂਦੀਆਂ। ਭਾਵੇਂ ਉਹਨਾਂ ਦੇ ਸਰੀਰ ਵੱਡੇ ਨੇ, ਸ਼ੇਰ ਛੋਟੇ ਨੇ, ਪਰ ਉਹ ਗਰਜ ਜਿਹੜੀ ਕਰਦਾ ਹੈ ਨਾ ਉਹ ਸੁਣ ਕੇ ਭੱਜ ਜਾਂਦੇ ਨੇ ਡਰਦੇ ਹਾਥੀ। ਹੋਏ ਪੁੰਜ ਤਦੇ ਪਖਰ ਭਰੀ। ਇਸ ਕਰਕੇ ਜਿਵੇਂ ਹਾਥੀਆਂ ਦੀਆਂ ਡਾਰਾਂ ਨੂੰ ਭੱਜਣਾ ਪੈ ਜਾਂਦੇ, ਇਸ ਤਰ੍ਹਾਂ ਔਗਣਾਂ ਨੂੰ ਭੱਜਣਾ ਪੈ ਗਈਆਂ। ਹੁਣ ਗੁਰ ਪ੍ਰਤਾਪ ਪਿਖ ਕਰ ਕਲ ਕਾਲਾ। ਦੇਖੋ ਇਹ ਕਲਯੁਗ ਦਾ ਸਮਾਂ ਵੀ ਗੁਰੂ ਨਾਨਕ ਦਾ ਪ੍ਰਤਾਪ, ਗੁਰੂ ਨਾਨਕ ਦੀ ਗਲੋਰੀ ਨੂੰ ਦੇਖ ਕੇ ਦੁਰਬਲ ਹੋਏ ਨਿਰਬਲ ਹੈ ਬਿਹਾਲਾ। ਕਲਯੁਗ ਦਾ ਵੀ ਜਿਹੜਾ ਹੈ ਉਹਦਾ ਸਟਰੈਂਥ ਚਲਿਆ ਗਿਆ। ਹੁਣ ਕਲਯੁਗ ਦਾ ਵੀ ਜ਼ੋਰ ਨਹੀਂ ਪੈਂਦਾ। ਹੁਣ ਕਲਯੁਗ ਵੀ ਹੁਣ ਕਮਜ਼ੋਰ ਹੋ ਗਿਆ ਵੀ ਇਹ ਥਾਂ ਤੇ ਨਹੀਂ ਮੇਰੀ ਚੱਲਣੀ। ਬਿਕੋਜ਼ ਇੱਥੇ ਤਾਂ ਉਹ ਬੰਦੇ ਨੇ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਨੇ। ਹੁਣ ਇੱਥੋਂ ਆਪਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ, ਕਾਮ ਕ੍ਰੋਧ ਲੋਭ, ਇਹ ਜਿਹੜਾ ਹਿੰਦ ਤ੍ਰਿਸ਼ਨਾ ਆਸਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਕਮਜ਼ੋਰ ਹਨ, ਬੰਦੇ ਨੂੰ ਕਮਜ਼ੋਰ ਕਰਨ ਵਾਲੀਆਂ ਨੇ। ਪਰ ਜਿੱਦਣ ਤੁਸੀਂ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਓ ਨਾ, ਕਹਿੰਦੇ ਇਹ ਚੀਜ਼ਾਂ ਜਿਹੜਾ ਕਲਯੁਗ ਦੀਆਂ ਜਿਹੜੀਆਂ ਖਾਮੀਆਂ ਹੈ ਨਾ, ਜਿਹੜੀਆਂ ਤੁਹਾਨੂੰ ਪੁੱਲ ਡਾਊਨ ਕਰਨ ਵਾਲੀਆਂ ਚੀਜ਼ਾਂ, ਇਹ ਸਾਰੀਆਂ ਛੁੱਟ ਜਾਂਦੀਆਂ ਨੇ। ਇਹਨਾਂ ਦਾ ਫਿਰ ਅਸਰ ਤੁਹਾਡੇ ਤੇ ਨਹੀਂ ਪੈਂਦਾ। ਯੂ ਬਿਕਮ ਅ ਪਰਸਨ ਹੂ ਵਿਲ ਰੂਲ ਦ ਵਰਲਡ। ਤੁਸੀਂ ਸਾਰਿਆਂ ਦੇ ਉੱਤੇ ਹੋ ਜਾਂਦੇ, ਬਿਕੋਜ਼ ਸਾਰੇ ਬੰਦੇ ਇਹ ਚੀਜ਼ਾਂ 'ਚ ਫਸੇ ਹੋਏ ਨੇ। ਸੀ ਯੂ ਵਾਂਟ ਟੂ ਬਿਕਮ ਅ ਰੂਲਰ, ਯੂ ਵਾਂਟ ਟੂ ਬਿਕਮ ਅ ਸੁਪਰੀਮ ਸੋਲ। ਹੈ ਭਾਈ ਗੁਰੂ ਨਾਨਕ ਦੀ ਮੱਤ ਲੈ ਕੇ ਯੂ ਆਰ ਅਬਵ ਆਲ ਦਿਸ। ਤੁਹਾਨੂੰ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਆ ਸਕਦੀਆਂ, ਕਿਤੇ ਵੀ ਤੁਹਾਡੇ ਤੋਂ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹੀ ਤਾਂ ਚੀਜ਼ਾਂ ਗਲਤੀ ਕਰਾਉਂਦੀਆਂ ਹੈ ਨਾ। ਵੀ ਆਲਵੇਸ ਮੇਕ ਮਿਸਟੇਕਸ ਵੈਨ ਦ ਡਿਜ਼ਾਇਰਸ ਆਰ। ਡਿਜ਼ਾਇਰ ਸੇ ਖਤਮ ਹੋ ਜਾਂਦੇ ਹਨ। ਗਿਆਨ ਵਿਰੋਧੀ ਜੇ ਜਗ ਮਾਹੀ। ਜਿੰਨੇ ਵੀ ਗਿਆਨ ਦੇ ਵਿਰੋਧੀ ਨੇ, ਜਿਹੜੇ ਨਹੀਂ ਚਾਹੁੰਦੇ ਲੋਕਾਂ ਨੂੰ ਗਿਆਨ ਹੋਵੇ, ਲੋਕਾਂ ਨੂੰ ਨੌਲੇਜ ਹੋਵੇ, ਇਹ ਜਿਹੜੇ ਸ਼ੈਤਾਨੀ ਸੋਚਣੀ ਹੈ, ਸਭ ਹਿਨ ਕੋ ਚਿੰਤਾ ਅਵਗਾਹੀ। ਉਹ ਸਾਰੀ ਚਿੰਤਾ 'ਚ ਫਸ ਗਏ ਜੀ। ਕਹਿੰਦੇ ਵਾਹ ਵਾਹ ਇੱਥੇ ਨਹੀਂ ਹੁਣ ਕੰਮ ਚੱਲਣਾ। ਦੇਖੋ ਵੱਡੀ ਗੱਲ ਆ ਨਾ, ਲੋਕ ਕਹਿੰਦੇ ਇੱਕ ਨੇਸ਼ਨ ਨੂੰ ਤੁਸੀਂ ਡਿਵੈਲਪ ਕਰਨਾ, ਨੌਲੇਜ ਇਜ਼ ਦ ਵੇ ਟੂ ਗੋ। ਇੱਕ ਨੇਸ਼ਨ ਨੂੰ ਖਤਮ ਕਰਨਾ ਹੈ, ਟੇਕ ਆਊਟ ਦ ਨੌਲੇਜ ਆਵੇ।
ਉਹ ਸਾਰਾ ਕੁਝ ਖਤਮ ਹੋ ਜਾ। I can give you 10 million but if I don't give you knowledge, the 10 million means nothing to you। ਕੀ ਕਰੋਗੇ ਤੁਸੀਂ ਉਹ 10 ਮਿਲੀਅਨ ਦਾ? 2 ਦਿਨਾਂ 'ਚ ਥੋੜਾ ਖਤਮ ਹੋ ਜਾਣਾ ਉਹ, ਹਾਂਜੀ, ਉਹਦਾ ਵੈਲਿਊ ਨਹੀਂ ਰਹਿਣਾ। ਬਿਕਾਜ਼ ਨੌਲੇਜ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਮਨੀ ਇੰਪੋਰਟੈਂਟ ਨਹੀਂ, ਨੌਲੇਜ ਇੰਪੋਰਟੈਂਟ ਹੈ। ਸੋ ਕਹਿੰਦੇ ਇਸ ਕਰਕੇ ਮਹਾਰਾਜ ਨੇ ਨੌਲੇਜ ਦਿੱਤਾ, ਆਤਮ ਦਾ ਗਿਆਨ ਦਿੱਤਾ। ਦੋਹਰਾ ਸ੍ਰੀ ਨਾਨਕ ਦਰਸ਼ਨ ਉਦਦ ਭਗਤ ਤਰੰਗ ਗੰਭੀਰ। ਹੁਣ ਦੇਖੋ ਇੱਕ ਐਗਜ਼ਾਮਪਲ ਦਿੰਦੇ ਨੇ, ਬੜਾ ਸੋਹਣਾ ਐਗਜ਼ਾਮਪਲ ਆ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਆ ਨਾ, ਉਹ ਇੱਕ ਸਮੁੰਦਰ ਹੈ, ਉਹਦੇ ਉੱਤੇ ਲਹਿਰਾਂ ਉੱਠਦੀਆਂ ਨੇ, ਉਹ ਭਗਤੀ ਹੈ, ਉਹ ਭਗਤੀ ਹੈ। ਗੁਰੂ ਨਾਨਕ ਸਾਹਿਬ ਜੀ ਸਮੁੰਦਰ ਨੇ, ਉਹਦੇ ਉੱਤੇ ਭਗਤੀ ਦੀਆਂ ਲਹਿਰਾਂ ਉੱਠਦੀਆਂ ਹਨ। ਗਿਆਨ ਇੰਦ ਪ੍ਰਦਰਿਤ ਵਿਖੈ ਕਾਮ ਮੋਹ ਗਤ ਪੀਰ। ਗਿਆਨ ਇੰਦਰ ਕਹਿੰਦੇ, ਗਿਆਨ ਇੰਦਰ ਰੂਪ, ਕਿਉਂਕਿ ਜਦੋਂ ਜਿਹੜਾ ਹੈ ਚੰਦਰਮਾ ਚੜ੍ਹਦਾ ਹੈ ਨਾ, ਉਹਦੀ ਜਿਹੜੀ ਗ੍ਰੈਵਿਟੀ ਕਰਕੇ ਜਿਹੜਾ ਹੈ, ਉਹਦੀ ਪੁੱਲ ਕਰਕੇ ਕੀ ਹੈ, ਸਮੁੰਦਰ ਉੱਠਦਾ ਹੈ, ਤਾਂ ਹੀ ਛੱਲਾਂ ਜ਼ਿਆਦੇ ਹੁੰਦੀਆਂ। ਜੇ ਫੁੱਲ ਮੂਨ ਹੁੰਦਾ ਉਦੋਂ ਛੱਲਾਂ ਵੀ ਜ਼ਿਆਦੇ ਹੁੰਦੀਆਂ ਨੇ। ਸੋ ਕਹਿੰਦੇ ਉਹ ਛੱਲਾਂ ਉੱਠਦੀਆਂ ਨੇ। ਕਹਿੰਦੇ ਉਹ ਕੀ ਆ, ਗਿਆਨ। ਗਿਆਨ ਰੂਪੀ ਜਿਹੜਾ ਚੰਦਰਮਾ ਹੈ, ਫਿਰ ਕਹਿੰਦੇ ਰਿੱਧ ਵਿਖੇ ਹਿਰਦੇ ਵਿੱਚ ਹੋਵੇ ਕਾਮ, ਜਿਹੜੀ ਧੁੱਪ ਦੀ ਜਿਹੜੀ ਹਨ ਧੁੱਪ ਦੀ ਗਰਮੈਸ਼ ਹੀਟ ਹੈ ਨਾ, ਫਿਰ ਉਹ ਨਹੀਂ ਕਿਤੇ ਲੱਗਦੀ, ਮੋਹ ਨਹੀਂ ਕਿਤੇ ਨੇੜੇ ਲੱਗਦਾ। ਜੇ ਅੰਦਰੋਂ ਚੰਦਰਮਾ ਰੂਪੀ ਜਿਹੜਾ ਹੈ ਗੁਰੂ ਦਾ ਗਿਆਨ ਹੋਵੇ, ਤੇ ਸਮੁੰਦਰ ਜਿਹੜਾ ਗੁਰੂ ਨਾਨਕ ਰੂਪ ਹੈ, ਤੇ ਉਹਦੇ ਵਿੱਚ ਲਹਿਰਾਂ ਭਗਤੀ ਦੀਆਂ ਹਨ, ਫਿਰ ਮੋਹ ਦੀ ਧੁੱਪ ਨੇੜੇ ਨਹੀਂ ਲੱਗਦੀ। ਚੌਪੇ ਚਿੱਤ ਚਕੋਰ ਚਿਤਵਤ ਚੁਖ ਸਾਰੇ। ਦੇਖੋ ਚਿੱਤ ਚਕੋਰ, ਜਿਹੜਾ ਚਕੋਰ ਹੁੰਦਾ ਹੈ ਨਾ, ਕਹਿੰਦੇ ਉਹ ਜਿਹੜਾ ਹੈ ਹਮੇਸ਼ਾ ਚੰਦਰਮਾ ਵੱਲ ਦੇਖਦਾ ਹੀ ਰਹਿੰਦਾ ਹੈ। ਵੇਖੈ ਮਨੋਰਥ ਕੋਕ ਦੁਖਾਰੇ। ਜਿਹਨੂੰ ਦੇਖ ਕਰਕੇ ਕੋਕ ਜਿਹੜਾ ਹੁੰਦਾ ਹੈ ਨਾ, ਇੱਕ ਹੋਰ ਚੱਕਵਾ, ਕਹਿੰਦੇ ਉਹਨੂੰ ਦੁੱਖ ਹੁੰਦਾ, ਕਿਉਂਕਿ ਜਦੋਂ ਤੱਕ ਰਾਤ ਹੋਵੇ ਉਹਦੀ ਚੱਕਵੀ ਨਾਲੋਂ ਉਹਦੇ ਜਿਹੜਾ ਪਾਰਟਨਰ ਨਾਲ ਉਹਦਾ ਵਿਛੋੜਾ ਪੈ ਜਾਂਦਾ ਵਿਚਾਰੇ ਦਾ। ਜਦੋਂ ਧੁੱਪ ਚੜ੍ਹਦੀ ਉਦੋਂ ਮਿਲਦੇ ਨੇ ਵਿਚਾਰੇ, ਸੋ ਉਹਦੇ ਵਾਸਤੇ ਦੁਖਦਾਈ ਹੈ। ਉਹ ਦੂਜੇ ਵਾਸਤੇ ਸੁੱਖ ਆ, ਇਹਦੇ ਵਾਸਤੇ ਦੁੱਖ ਹੈ। ਸੋ ਕਹਿੰਦੇ ਜਿਹੜੇ ਅਗਿਆਨੀ ਲੋਕ ਨੇ, ਭੈੜੇ ਲੋਕ ਨੇ, ਉਹਨਾਂ ਵਾਸਤੇ ਗੁਰੂ ਨਾਨਕ ਵਾਸ ਨਾਟ ਅ ਗੁੱਡ ਥਿੰਗ ਟੂ ਦ ਵਰਲਡ, ਬਿਕੋਜ਼ ਉਹਨਾਂ ਨੇ ਆਪਣਾ ਰਾਜ ਕਰਨਾ ਨਾ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ। ਗੁਰੂ ਨਾਨਕ ਨੇ ਤਾਂ ਲੋਕਾਂ ਨੂੰ ਚੁੱਕਣਾ ਹੈ ਭਰਮਾਂ ਵਿੱਚੋਂ। ਸੋ ਦੈਟਸ ਹਾਊ ਇਟ ਵਰਕਸ। ਹਾਂਜੀ, ਦੁੱਖ ਸੁਖ ਸਮਤਾ ਜੋ ਨ ਸੁਹਾਈ। ਦੇਖੋ ਇਹ ਚਾਂਦਨੀ ਵਾਂਗੂ ਦੁੱਖ ਤੇ ਸੁੱਖ ਇੱਕ ਜੈਸੇ ਹਨ। ਤੇ ਦੁਹਾਗਣ ਕੋ ਦੁਖਦਾਈ। ਪਰ ਇਹ ਦੁਹਾਗਣ ਜਿਹੜੀ ਹੁੰਦੀ ਹੈ ਨਾ, ਸੁਹਾਗਣ ਵਾਸਤੇ ਤਾਂ ਚੰਗੀ ਗੱਲ ਹੈ, ਚੰਦਰਮਾ ਰਾਤ ਸੁਹਾਵਣੀ ਲੱਗਦੀ ਹੈ। ਪਰ ਦੁਹਾਗਣ ਜਿਹੜੀ ਹੁੰਦੀ ਹੈ, ਭੈੜੀ ਇਸਤਰੀ ਜਿਹਦਾ ਪਤੀ ਨਹੀਂ ਹੁੰਦਾ, ਉਹਨੂੰ ਦੁਖਦਾਈ ਹੈ ਰਾਤ, ਉਹਦੀ ਰਾਤ ਨਹੀਂ ਬੀਤਦੀ। ਸੁਮਤ ਸੁਹਾਗਣ ਕੋ ਸੁਖਕਾਰੀ। ਦੇਖੋ ਇਹ ਸੁਹਾਗਣ ਵਾਸਤੇ ਤਾਂ ਚੰਗੀ ਹੈ, ਪਰਮੇਸ਼ਰ ਦੇ ਭਗਤਾਂ ਵਾਸਤੇ ਤਾਂ ਵੈਰੀ ਗੁੱਡ ਹੈ, ਪਰ ਦੂਜੇ ਪਾਸੇ ਦੁਸ਼ਟ ਲੋਕਾਂ ਵਾਸਤੇ ਤਾਂ ਮਾੜਾ ਹੀ ਹੈ। ਉਹਨਾਂ ਦੀਆਂ ਦੁਕਾਨਾਂ ਮਹਾਰਾਜ ਨੇ ਬੰਦ ਕਰਤੀਆਂ, ਹਿਪੋਕ੍ਰੀਸੀ ਬੰਦ ਕਰਤੀ, ਪਖੰਡ ਬੰਦ ਕਰਤੇ ਉਹਨਾਂ ਦੇ। ਸੁਭ ਗੁਣ ਖੀਰੇ ਕਮੁਦ ਨਹੀਂ ਬਾਰੀ। ਦੇਖੋ ਕਮੀਆਂ ਜਿਹੜੀਆਂ ਹੁੰਦੀਆਂ, ਜਾਂ ਇਹਨੂੰ ਵਾਟਰ ਲਿਲੀ ਕਹਿੰਦੇ ਹਾਂ, ਜਿਹੜੀ ਵਾਟਰ ਲਿਲੀ ਹੁੰਦੀ ਹੈ, ਇਹ ਜਿਹੜਾ ਚੰਦਰਮਾ ਨੂੰ ਦੇਖ ਕੇ ਖਿੜਦੀ ਹੈ ਰਾਤ ਨੂੰ। ਇਸ ਵਿੱਚ ਸਤਜੁਗ ਪੁਰ ਕਰਤਾਰ। ਦੇਖੋ ਜਿਹੜਾ ਕਰਤਾਰਪੁਰ ਦੇ ਵਿੱਚ ਸਤਜੁਗ ਵਰਤਿਆ ਹੈ, ਕਲਯੁਗ ਦੇ ਵਿੱਚ ਸਤਜੁਗ ਆ ਗਿਆ, ਉੱਥੇ ਵਰਤਾਰਾ ਸਤਜੁਗ ਦਾ ਹੈ। ਵਰਤਾਇਓ ਤੇ ਕਾਲ ਉਦਾਰਾ। ਦੇਖੋ ਕਾਲ ਉਦਾਰਾ, ਇਸ ਸਮੇਂ ਦਾ ਮੁਕਤੀਦਾਰ ਪਰਮੇਸ਼ਰ ਨੇ ਸਤਜੁਗ ਬਣਾਤਾ ਕਲਯੁਗ ਵਿੱਚ। ਇਸ ਨੇ ਸਗੁਰ ਜਾਗੇ ਕਿ ਮੱਜਨ। ਹੁਣ ਦੇਖੋ ਜਿਹੜਾ ਹਨ ਤਿਸ ਨਿਸ ਕਹਿਣਗੇ ਰਾਤ ਨੂੰ ਜਿਹੜਾ ਹਨ ਗੁਰੂ ਜਾਗੇ ਕੀ ਮੱਜਨ, ਮਹਾਰਾਜ ਜੀ ਇਸ਼ਨਾਨ ਕਰਦੇ ਹਨ ਅੰਮ੍ਰਿਤ ਵੇਲੇ ਉੱਠ ਕੇ। ਮਿਲੇ ਆਨ ਸਭ ਹੀ ਤਬ ਸੱਜਣ। ਫਿਰ ਸਾਰੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਹਨ। ਬਹੁਤ ਕੀਰਤਨ ਕੀ ਤੁਨ ਭੂਰੀ। ਫਿਰ ਬਹੁਤ ਮਿੱਠੀ ਆਵਾਜ਼ ਵਿੱਚ ਕੀਰਤਨ ਹੁੰਦਾ ਧਰਮਸ਼ਾਲਾ ਵਿੱਚ। ਸੋ ਭਗਤ ਗਿਆਨ ਕੀ ਪੂਰੀ। ਭਾਉ ਪ੍ਰੇਮਾ ਭਗਤੀ ਜਿਹੜੀ ਜਾਗਦੀ ਹੈ, ਤੇ ਗਿਆਨ ਕੀ ਪੂਰੀ, ਗਿਆਨ ਦੇ ਵਿੱਚ, ਗਿਆਨ ਦੀ ਅਵਸਥਾ ਵਿੱਚ ਪ੍ਰੇਮਾ ਭਗਤੀ ਹੁੰਦੀ ਹੈ। ਹੁਣ ਇੱਥੇ ਗਿਆਨ ਦੀ ਅਵਸਥਾ ਦੀ ਕੀ ਲੋੜ ਹੈ? ਕਿਉਂਕਿ ਆਪਾਂ ਵੀ ਇੱਕ ਵਾਰੀ ਸਿਮਰਨ ਕਰਦੇ ਹਾਂ, ਆਪਾਂ ਸਿਮਰਨ ਕੀਤਾ ਜੀ, ਵਾਹਿਗੁਰੂ ਵਾਹਿਗੁਰੂ ਕੀਤਾ, ਸਿਰ ਦੁਖਣ ਲੱਗ ਗਿਆ, ਹੋ ਆਈ ਡਿਡ ਟੂ ਮਚ ਆਫ ਸਿਮਰਨ ਦੈਨ। ਹਾਂਜੀ ਵਾਹਿਗੁਰੂ 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 ਕੀਤਾ, ਯੂ ਟੁਕ ਦ ਫੋਨ, ਬੈਡ ਨਿਊਜ਼, ਸੋ ਨੈਕਸਟ ਡੇ ਡੋਂਟ ਡੂ ਸਿਮਰਨ। ਹਾਂਜੀ ਆਪਾਂ ਨੂੰ ਤਾਂ ਇਹ ਹੈ ਨਾ, ਕਿਉਂਕਿ ਅਗਿਆਨ ਦੀ ਅਵਸਥਾ ਨਹੀਂ ਹੈ। ਜਦੋਂ ਗਿਆਨ ਦੀ ਅਵਸਥਾ ਹੋਵੇ ਫਿਰ ਆਪਣੀ ਥਿੰਕਿੰਗ ਹੋਰ ਹੁੰਦੀ ਹੈ। ਫਿਰ ਆਪਾਂ ਕਹਿੰਦੇ ਹਾਂ ਕੋਈ ਨਹੀਂ, ਇਹ ਦੁੱਖ ਆਇਆ ਹੈ, ਦੈਟ ਮੀਨਸ ਆਈ ਮਸਟ ਡੂ more ਸਿਮਰਨ। ਸੀ ਯੂ ਥਿੰਕ ਦ ਅਦਰ ਵੇ ਅਰਾਊਂਡ, ਯੂ ਆਰ ਮੋਰ ਪੋਜ਼ਿਟਿਵ, ਯੂ ਆਰ ਨਾਟ ਨੈਗੇਟਿਵ। ਸੋ ਉਹ ਜਿਹੜੇ ਇਹਦੇ 'ਚ ਫਰਕ ਪੈ ਜਾਂਦਾ ਹੈ। ਭਰੇ ਪ੍ਰੇਮ ਔਰ ਮੋਦ ਵਡਾਈ। ਦੇਖੋ ਹਿਰਦੇ ਵਿੱਚ ਪ੍ਰੇਮ ਵੱਧਦਾ ਹੈ ਤੇ ਬੜਾ ਆਨੰਦ ਆਉਂਦਾ ਹੈ। ਦਿਸ ਇਜ਼ ਸਮਥਿੰਗ ਯੂ ਕੈਨੋਟ ਬਾਏ, ਯੂ ਕੈਨੋਟ ਬਾਏ ਦਿਸ। ਆਨੰਦ ਤੁਹਾਨੂੰ ਕਿਤੇ ਵੀ ਤੁਸੀਂ ਮੁੱਲ ਨਹੀਂ ਲੈ ਸਕਦੇ, ਤੁਹਾਨੂੰ ਮਿਲੇਗਾ ਤਾਂ ਗੁਰੂ ਨਾਨਕ ਤੋਂ ਹੀ ਮਿਲਣਾ। ਦੈਟਸ ਨੋ ਅਦਰ ਵੇ ਯੂ ਕੈਨ ਗੈਟ ਇਟ। ਲੋਕੀ ਤੁਹਾਨੂੰ ਜਿਹੜਾ ਹਨ ਡਰੱਗਸ ਦੇ ਸਕਦੇ ਨੇ, ਪਰ ਡਰੱਗਸ ਦੇ ਵਿੱਚ ਕੀ ਪਤਾ ਤੁਹਾਨੂੰ ਆਨੰਦ ਮਿਲੂਗਾ ਜਾਂ ਉੱਥੇ ਭੂਤਾਂ ਨੇ ਚਿਬੜ ਜਾਣਾ ਤੁਹਾਨੂੰ ਆ ਕੇ, ਕੀ ਪਤਾ ਹੁੰਦਾ ਹੈ। ਹੁਣ ਜੇ ਬੰਦਾ ਤਾਂ ਹਾਏ ਆਇਆ ਬੈਠਾ, ਪਤਾ ਨਹੀਂ ਉਹਨੂੰ ਕਿ ਕੀ ਤੁਰਿਆ ਫਿਰਦਾ, ਉਸ ਸਟੋਨ ਤਾਂ ਹੋਏ ਰਹਿੰਦੇ ਨੇ ਵਿਚਾਰੇ, ਪਰ ਕਿੱਥੇ ਤੁਰੇ ਫਿਰਦੇ ਨੇ ਵਿਚਾਰੇ, ਕੀ ਪਤਾ ਆਪਾਂ ਨੂੰ ਉਹ ਕੀ ਫੀਲ ਕਰ ਰਹੇ ਨੇ। ਉਹ ਫੀਲ ਗੁੱਡ ਤਾਂ ਕਰ ਰਹੇ ਨੇ, ਨਸ਼ਾ ਚੜਿਆ ਹੋਇਆ ਵਿਚਾਰਿਆਂ ਨੂੰ। ਹਾਂਜੀ ਪਰ ਦੇਖੋ ਨਾ, ਅਸਲੀ ਆਨੰਦ ਜਿਹੜਾ ਹੈ ਨਾ, ਉਹ ਤਾਂ ਪਰਮਾਤਮਾ ਹੀ ਦੇ ਸਕਦਾ, ਉਹ ਕੋਈ ਚੀਜ਼ ਨਹੀਂ ਤੁਹਾਡੇ ਕੋਲ ਬਿਲੀਅਨਸ ਟ੍ਰਿਲੀਅਨਸ ਵੀ ਹੋਣਾ, ਜੇ ਆਨੰਦ ਹੈ ਨਹੀਂ ਨਾ, what have you earned in your life?
ਕੀ ਮਿਲਿਆ ਤੁਹਾਨੂੰ ਲਾਈਫ ਦੇ ਵਿੱਚੋਂ? ਤੁਸੀਂ ਤਾਂ ਉਹ ਆਨੰਦ ਨੂੰ ਕਿਤੇ ਫੀਲ ਹੀ ਨਹੀਂ ਕਰਕੇ ਦੇਖਿਆ, ਹੈ ਨਾ। ਸੋ ਇਹ ਚੀਜ਼ ਹੈ, ਦਿਸ ਇਜ਼ ਮੋਸਟ ਇੰਪੋਰਟੈਂਟ ਥਿੰਗ ਇਨ ਲਾਈਫ। ਫਿਰ ਕਿਤਕ ਸੁਣ ਹੈ ਕਿਤਕ ਮੁਖ ਗਾਈ, ਸੋ ਕਿੰਨੇ ਹੀ ਜਿਹੜੇ ਹਨ ਸੁਣਦੇ ਹਨ ਕੀਰਤਨ, ਮੂੰਹ ਤੋਂ ਗਾਉਂਦੇ ਹਨ। ਤੇ ਛਨ ਬੈਠੇ ਸੋਚ ਵਿਮੋਚਨ, ਉੱਥੇ ਮਹਾਰਾਜ ਜੀ ਬੈਠੇ ਹਨ ਇੱਕ ਦਿਨ ਧਰਮਸ਼ਾਲਾ ਦੇ ਵਿੱਚ। ਸੁਣਤਿਓ ਮੁੰਦੇ ਕਮਲ ਦਲ ਲੋਚਨ, ਸੁਣਤ ਜੋ ਮੁੰਦੇ, ਮਹਾਰਾਜ ਨੇ ਅੱਖਾਂ ਮਿਟੀਆਂ ਹੋਈਆਂ ਨੇ। ਮਹਾਰਾਜ ਸਮਾਧੀ ਰੂਪ ਹੋ ਕੇ ਧਰਮਸ਼ਾਲਾ 'ਚ ਬੈਠੇ ਹਨ। ਲਖੀ ਸਮਾਦ ਅਖੰਡ ਸਰੂਪਾ, ਕਹਿੰਦੇ ਅਖੰਡ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਲੀਨ ਕਰ ਲਿਆ, ਆਪਣੇ ਆਪ ਨੂੰ ਮਿਲਾ ਲਿਆ। ਜਿਹਤੇ ਜਾਣੇ ਆਨੰਦ ਅਨੂਪਾ, ਜਿਹਤੇ ਕਹਿੰਦੇ ਜਿਨ੍ਹਾਂ ਤੋਂ ਜਾਣਦੇ ਹਨ ਆਨੰਦ ਸਰੂਪ, ਜਿਨ੍ਹਾਂ ਦੇ ਦਰਸ਼ਨ ਕਰਕੇ ਆਨੰਦ ਮਿਲਦਾ ਹੈ। ਪਰ ਗੁਰੂ ਨਾਨਕ ਉਹ ਆਨੰਦ ਦਾ ਸਰੂਪ ਨੇ। ਹੁਣ ਦੇਖੋ ਨਾ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਨੰਦ ਦੇ ਸਰੂਪ ਨੇ ਨਾ, ਜਸਟ ਲਾਈਕ ਜਿੱਥੇ ਠੰਡ ਹੋਵੇ ਤੁਸੀਂ ਜਾਓ, ਤੁਹਾਨੂੰ ਠੰਡ ਮਹਿਸੂਸ ਹੁੰਦੀ ਹੈ। ਇਨ ਦ ਸੇਮ ਵੇ ਜਦੋਂ ਤੁਸੀਂ ਗੁਰੂ ਨਾਨਕ ਦਾ ਨਾਮ ਜਪੋਗੇ ਨਾ, ਜੋ ਗੁਰੂ ਨਾਨਕ ਦਾ ਆਨੰਦ ਹੈ ਤੁਹਾਨੂੰ ਵੀ ਫੀਲ ਹੋਵੇਗਾ। ਇਟਸ ਦ ਸੇਮ, ਇਹ ਇੱਕ ਕੈਮਿਸਟਰੀ ਹੈ, ਇੱਕ ਸਿੰਪਲ ਕੈਮਿਸਟਰੀ ਹੈ। ਹੁਣ ਜੇ ਗੁਰੂ ਨਾਨਕ ਨੇ ਪਰਮੇਸ਼ਰ ਦਾ ਸਰੂਪ ਨੇ, ਤੁਸੀਂ ਗੁਰੂ ਨਾਨਕ ਦਾ ਨਾਮ ਲਓਗੇ, ਤੁਸੀਂ ਪਰਮੇਸ਼ਰ ਦੇ ਆਪਣੇ ਆਪ ਨੇੜੇ ਹੋਗੇ। ਦਿਸ ਇਜ਼ ਦ ਓਨਲੀ ਵੇ। ਕਿਉਂਕਿ ਜੇ ਗੁਰੂ ਨਾਨਕ ਨੇ ਪਰਮੇਸ਼ਰ ਦਾ ਨਾਮ 10,000 ਵਾਰੀ ਕਿਹਾ, ਤੁਸੀਂ ਇੱਕ ਵਾਰੀ ਗੁਰੂ ਨਾਨਕ ਕਹੋ, that means you get the return of 10,000 times ਵਾਹਿਗੁਰੂ ਦਾ ਨਾਮ। this is the chemistry, because ਜੋ ਗੁਰੂ ਨਾਨਕ ਨੇ ਕੀਤਾ ਉਹ ਇੱਥੇ ਹੀ ਹੈ, ਦੁਨੀਆ ਵਿੱਚ ਕਿਤੇ ਨਹੀਂ ਗਿਆ। ਮਹਾਰਾਜ ਦੀ ਕਮਾਈ ਵੀ ਇੱਥੇ ਹੀ ਹੈ ਸਾਰੀ। so you have to just tap। ਹੁਣ ਜਿਵੇਂ ਪਾਵਰ ਹੈ ਨਾ, ਸਾਰੇ ਕਿਤੇ ਨੇ, but you need a plug to tap the power out and to use the power। ਉਹੀ ਗੱਲ ਹੈ ਬਸ ਸਾਰੀ। ਗੁਰੂ ਨਾਨਕ ਦਾ ਪਾਵਰ ਤਾਂ ਸਾਰੇ ਕਿਤੇ ਹੈ। ਸਗਰੇ ਅੰਗ ਅਡੋਲ ਰਹਾਏ, ਸੋ ਮਹਾਰਾਜ ਦੇ ਸਾਰੇ ਅੰਗ ਅਡੋਲ ਨੇ, ਹਿਲਦਾ ਨਹੀਂ ਕੁਝ ਵੀ। ਚਤੁਰ ਮਹੂਰਤ ਜਬੈ ਬਿਤਾਏ, 4 ਮੁਹੂਰਤਾਂ ਜਿਹੜਾ ਹਨ ਬੀਤ ਗਿਆ। ਮੁਹੂਰਤ ਹੁੰਦਾ ਹੈ ਜਿਹੜਾ ਹਨ 2 ਘੜੀਆਂ, 48 ਮਿੰਟਸ ਹੁੰਦੇ। 48 ਮਿੰਟਸ ਜਿਹੜੇ ਹਨ ਟਾਈਮਸ ਜਿਹੜੇ ਹਨ 2 ਮੁਹੂਰਤਾਂ, ਚਤੁਰ ਮੁਹੂਰਤਾਂ ਨਾ 4, ਦੈਟ ਮੀਨਸ ਟਾਈਮਸ 4 ਕਰ ਲਓ। 48 ਮਿੰਟਸ ਟਾਈਮਸ 4, ਇੰਨਾ ਸਮਾਂ ਸਤਿਗੁਰੂ ਜੀ ਬੈਠੇ। ਬਿਕਸੇ ਤਬੈ ਰੁਚਰ ਜਗ ਲੋਚਨ, ਫੇਰ ਮਹਾਰਾਜ ਦੀਆਂ ਅੱਖਾਂ ਖੁੱਲੀਆਂ ਹੁਣ ਗੁਰੂ ਨਾਨਕ ਸਾਹਿਬ ਜੀ ਦੀਆਂ। ਬੋਲੇ ਬਾਣੀ ਬੰਦ ਵਿਮੋਚਨ, ਉਸ ਵੇਲੇ ਬੰਦਰਾਂ ਨੂੰ ਨਾਸ਼ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਬੋਲੇ। ਕੀ ਕਿਹਾ? ਆਜ ਸਮਾਵਨ ਭਇਆ ਸੁਭਾਏ। ਮਹਾਰਾਜ ਕਹਿੰਦੇ ਅੱਜ ਅਸੀਂ ਜੋਤੀ ਜੋ ਸਮਾਉਣਾ ਹੈ। ਅੱਜ ਅਸੀਂ ਇਹ ਸਰੀਰ ਨੂੰ ਜਿਹੜਾ ਹੈ ਇਸ ਧਰਤੀ ਤੇ ਛੱਡਣਾ ਹੈ। ਅੱਜ ਅਸੀਂ ਆਪਣੀ ਜੋਤ ਦੇ ਵਿੱਚ ਜੋਤ ਰੂਪ ਨਿਰਗੁਣ ਸਰੂਪ ਹੋ ਜਾਣਾ। ਅਸੀਂ ਆਪਣਾ ਜਿਹੜਾ ਸਰਗੁਣ ਸਰੂਪ ਨੂੰ ਸਕੋਚ ਕੇ ਨਿਰਗੁਣ ਰੂਪ 'ਚ ਚਲੇ ਜਾਣਾ ਹੈ। ਅਨਹੋ ਸੌਜ ਬਿਲੰਬ ਗਵਾਏ, ਕਹਿਣਗੇ ਇਸ ਕਰਕੇ ਗੁਰਸਿੱਖੋ ਸੌਜ ਸਮਗਰੀ ਲੈ ਕੇ ਆਓ, ਸਾਰੀ ਇਕੱਠੀ ਕਰ ਲਓ। ਹੁਣ ਪੁਸਪ ਕਪੂਰ ਪਟੀਰ ਕਨੇਰਾ, ਦੇਖੋ ਕੀ ਲਿਆਓ, ਜਿਹੜੇ ਹਨ ਫਲਾਵਰਸ ਲੈ ਕੇ ਆਓ, ਕਪੂਰ ਲੈ ਕੇ ਆਓ, ਚੰਦਨ ਲੈ ਕੇ ਆਓ, ਬਹੁਤ ਸਾਰਾ। ਉਸਾ ਗੁਲਾਬ ਸੁਗੰਧ ਬਧੇਰਾ, ਤੇ ਜਿਹੜਾ ਹਨ ਡੱਬ ਲੈ ਕੇ ਆਓ, ਖੁਸ਼ਬੂਦਾਰ ਫੁੱਲ, ਹੋਰ ਵਸਤੂਆਂ ਜਿਹੜੀਆਂ ਹਨ ਵਾਸ਼ਨਾ ਵਾਲੀਆਂ, ਉਹ ਲੈ ਕੇ ਆਓ ਸਾਰੀਆਂ। ਇਤਿਆਤਿਕ ਪਾਵਨ ਸਭ ਅਨਹੋ, ਕਹਿੰਦੇ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ ਘਰ ਦੇ ਵਿੱਚ। ਕਰਹੋ ਹਰਖ ਕਛ ਸੋਕ ਨਾ ਠਾਨੋ, ਕਹਿਣਗੇ ਇਹ ਖੁਸ਼ੀ ਨਾਲ ਕਰੋ, ਕੋਈ ਦੁੱਖ ਨਾ ਮਨਾਓ। ਅਸੀਂ ਹੁਣ ਇਸ ਸੰਸਾਰ ਦੇ ਉੱਤੇ ਆਪਣਾ ਜਿਹੜਾ ਫਿਜ਼ੀਕਲ ਰੂਪ ਨੂੰ ਸੰਕੋਚ ਕਰਨਾ ਹੈ, ਤੇ ਤੁਸੀਂ ਦੁੱਖ ਨਾ ਮਨਾਇਓ, ਖੁਸ਼ੀ ਨਾਲ ਕਰੋ ਸਾਰਾ। ਸੁਨ ਅਸ ਬਚਨ ਅੰਮ੍ਰਿਤੋ ਜਗ ਗੁਰ ਕੇ, ਜਦੋਂ ਐਸੇ ਮਿੱਠੇ ਬਚਨ ਗੁਰੂ ਨਾਨਕ ਸਾਹਿਬ ਦੇ ਸੁਣੇ ਸਾਰਿਆਂ ਨੇ, ਸਿੱਖਣ ਕੇ ਲੋਚਨ ਜਲ ਢਰ ਕੇ, ਉਸੇ ਵੇਲੇ ਸਿੱਖਾਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ। ਸਿੱਖ ਰੋਣ ਲੱਗ ਪਏ ਸੁਣ ਕੇ ਵੀ ਗੁਰੂ ਨਾਨਕ ਤਾਂ ਚੱਲੇ ਸਾਨੂੰ ਛੱਡ ਕੇ। ਹੁਣ ਮਹਾਰਾਜ ਦੇ ਦਰਸ਼ਨ ਜਿਵੇਂ ਅੱਜ ਰੋਜ਼ ਹੁੰਦੇ ਨੇ, ਹੁਣ ਨਹੀਂ ਹੋਇਆ ਕਰਨਗੇ। ਸਗਰੇ ਪੁਰ ਮਹਿ ਪਰਿਓ ਸੋ ਰੌਰਾ, ਸਾਰੇ ਪੁਰ ਦੇ ਵਿੱਚ ਕਰਤਾਰਪੁਰ ਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਜੋਤੀ ਜੋ ਸਮਾਉਣ ਲੱਗੇ ਹਨ। ਰੋਦਨ ਕਰਤ ਪਏ ਜਿਤ ਕਿਤ ਠੌਰਾ, ਸਾਰੇ ਕਿਤੇ ਜਰਾ ਹਨ ਕਰਤਾਰਪੁਰ, ਜਿੱਥੇ ਕਿਤੇ ਵੀ ਬੈਠੇ ਸਾਰੇ ਅਥਰੂਆਂ ਹੀ ਗੇਰ ਰਹੇ ਹਨ। ਸਾਰਾ ਪਿੰਡ ਜਿਹੜਾ ਨਗਰ ਰੋ ਰਿਹਾ ਹੈ। ਅਸੂ ਬਦੀ ਸਪਤਮੀ ਬਾਸੁਰ, ਹੁਣ ਉਹ ਟਾਈਮ ਜਿਹੜਾ ਸੀਗਾ ਅਸੂ ਬੱਦੀ ਸਤਮੀ, ਜਿਹੜਾ ਅਸੂ ਬੱਦੀ ਸਤਮੀ ਵਾਲਾ ਦਿਨ ਸੀ, ਜਿੱਦਣ ਗੁਰੂ ਨਾਨਕ ਸਾਹਿਬ ਨੇ ਇਹ ਅਨਾਉਂਸ ਕੀਤਾ। ਤਾਹੀ ਸਮੇਂ ਪ੍ਰਭੂ ਜੀ ਜਗ ਕਰ, ਉਸ ਵੇਲੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਇਹ ਜਗਤ ਦੇ ਕਾਰਨ ਹਨ, ਤਜਨ ਸਰੀਰ ਹੈ ਕੀ ਬਿਦ ਠਾਨੀ, ਮਹਾਰਾਜ ਨੇ ਫੈਸਲਾ ਕਰ ਲਿਆ ਸੀ ਆਪਣਾ ਸਰੀਰ ਛੱਡ ਦੇਣਾ ਅੱਜ। ਪ੍ਰਗਟੀ ਬਾਤ ਗ੍ਰਾਮ ਬਹੁ ਜਾਨੀ, ਸਾਰੇ ਕਿਤੇ ਜਦੋਂ ਇਹ ਗੱਲ ਫੈਲੀ, ਸੁਨ ਸੁਨ ਬਾਨਵ ਆਵਹਿ ਧਾਈ, ਬਹੁਤ ਲੋਕ ਸੁਣ ਕੇ ਆਉਣ ਲੱਗ ਪਏ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ। ਦਰਸ਼ਨ ਕਰ ਹੈ ਜਨਮ ਫਲ ਪਾਈ, ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਉਹਨਾਂ ਨੇ ਆਪਣੇ ਜਨਮ ਦਾ ਫਲ ਪਾ ਲਿਆ, ਉਹਨਾਂ ਨੇ ਗੋਲ ਅਚੀਵ ਕਰ ਲਿਆ ਆਪਣੇ ਲਾਈਫ ਦਾ। ਖੇਤਕ ਅਸਪਰ ਹੋਇਆ ਅਸਵਾਰਾ, ਇਸ ਕਰਕੇ ਕਈ ਘੋੜਿਆਂ ਤੇ ਚੜ ਕੇ ਆਏ ਵੀ ਛੱਤੀ ਚੱਲੀਏ, ਕਿਤੇ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਨਾਲ ਸਮਾ ਜਾਣ, ਪਹਿਲਾਂ ਚਲੇ ਜਾਈਏ। ਆਏ ਤਵਾਏ ਬਹੀਨ ਅਵਾਰਾ, ਬਹੁਤ ਜਿਹੜਾ ਹਨ ਦੂਰੋਂ ਘੋੜੇ ਭਜਾ ਕੇ ਆ ਰਹੇ ਹਨ ਬਿਨਾਂ ਦੇਰ ਤੋਂ। ਚਾਰ ਵਰਨ ਹਿੰਦੂ ਅਰ ਤੁਰਕਾ, ਦੇਖੋ 4 ਵਰਨ ਦੇ ਜਿਹੜੇ ਹਿੰਦੂ ਲੋਕ ਹਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਤੇ ਉਧਰ ਦੂਜੇ ਪਾਸੇ ਮੁਸਲਮਾਨ, ਸੈਯਦ, ਸੇਖ, ਮੁਗਲ, ਪਠਾਨ, ਸਾਰੇ ਆ ਗਏ ਜੀ। ਜਿੰਨੇ ਜਿਹੜੇ ਹਨ ਮਹਾਰਾਜ ਦੇ ਸੇਵਕ ਸਨ, ਹਿੰਦੂ ਮੁਸਲਮਾਨਾਂ ਦੀਆਂ ਗਿਣਤੀਆਂ ਬਹੁਤੀਆਂ ਜ਼ਿਆਦਾ ਸਨ। ਬਹੁਤ ਸਾਰੇ ਜਿਹੜੇ ਹਨ ਮੁਸਲਮਾਨ ਸਿੱਖ ਬਣੇ, ਜਿਹੜੇ ਹਨ ਹਿੰਦੂ ਲੋਕ ਸਨ ਜਿਹੜੇ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਿਆ। ਬਿਕਾਜ਼
ਗੁਰੂ ਨਾਨਕ ਸਾਹਿਬ ਜੀ ਦਾ ਮਤ ਜਿਹੜਾ ਹੈ ਨਾ, ਇਹ ਜਿਹੜਾ ਇਨਕਲੂਸਿਵ ਹੈ, ਇਹਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਇਹਦੇ 'ਚ ਕੋਈ ਐਸੀ ਚੀਜ਼ ਨਹੀਂ ਜਿਹੜਾ ਬੰਦਾ ਕਵੇ ਜਿਵੇਂ ਇਹ ਹੋ ਗਿਆ ਮੈਨੂੰ ਇਹ ਤੋਂ ਮੈਂ ਦੂਰ ਹੋ ਜਾਊਂਗਾ, ਨਹੀਂ। ਜਿਵੇਂ ਕਹਿੰਦੇ ਆ ਨਾ, ਇਫ ਯੂ ਪਲੀਜ਼ ਦ ਬੌਸ ਯੂ ਪਲੀਜ਼ ਐਵਰੀਬੋਡੀ, ਇਹ ਗੱਲ ਸੀ ਨਾ ਸਾਰੀ। ਹੁਣ ਗੁਰੂ ਨਾਨਕ ਦਾ ਬੌਸ ਆ ਸਾਰਿਆਂ ਦਾ, ਹੁਣ ਜੇ ਗੁਰੂ ਨਾਨਕ ਨੂੰ ਖੁਸ਼ ਕਰ ਲਿਆ ਤਾਂ ਬਾਕੀ ਤਾਂ ਸਾਰਿਆਂ ਨੇ ਖੁਸ਼ ਹੀ ਹੋ ਜਾਣਾ ਹੈ ਨਾ। ਤੇ ਮੁਹੰਮਦ ਸਾਹਿਬ ਵਰਗੇ ਵੀ ਦੇਖੋ, ਜਦੋਂ ਮਹਾਰਾਜ ਜੀ ਗਏ ਮਦੀਨੇ ਤੇ ਉਹਨਾਂ ਦੀ ਗ੍ਰੇਫ ਨੇ ਵੀ ਗੁਰੂ ਨਾਨਕ ਨੂੰ ਮੱਥਾ ਟੇਕਿਆ, ਸੋ ਉਹ ਵੀ ਜਿਹੜਾ ਝੁਕਿਆ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਸੋ ਦੇਖੋ ਮਹਾਰਾਜ ਤਾਂ ਸਾਰੇ ਦੀ ਬੌਸ ਨੇ, ਸੋ ਉਲਟੇ ਹਨ, ਜੇ ਉਹਨੂੰ ਖੁਸ਼ ਕਰ ਲਿਆ ਤਾਂ ਸਾਰੇ ਖੁਸ਼ ਹੋ ਗਏ। ਆਵਹਿ ਚਲੇ ਕਰਤ ਜਸ ਗੁਰ ਕਾ, ਸੋ ਆਉਂਦੇ ਹਨ, ਚੱਲ ਕੇ ਆਉਂਦੇ ਹਨ, ਗੁਰੂ ਨਾਨਕ ਸਾਹਿਬ ਦੇ ਜਸ ਕਰਦੇ ਹਨ। ਧਾਏ ਧਾਏ ਪਹੁੰਚੈ ਨਰ ਨਾਰੀ, ਬਹੁਤ ਲੋਕ ਭੱਜ ਭੱਜ ਕੇ ਪਹੁੰਚਦੇ ਹਨ ਹੁਣ ਕਰਤਾਰਪੁਰ ਵਿੱਚ। ਕਹੈ ਦਰਸ ਤੇ ਰਹਿ ਨਾ ਪਿਛਾਰੀ, ਕੋਈ ਵੀ ਪਿੱਛੇ ਨਹੀਂ ਰਿਹਾ, ਸਾਰੇ ਕਿਤੇ ਜਸ ਹੋ ਰਿਹਾ ਤੇ ਸਾਰੇ ਹੀ ਪਹੁੰਚ ਰਹੇ ਹਨ। ਦੁਰਲਭ ਦਰਸ਼ਨ ਹੋਇਆ ਇੱਕ ਬਾਰ, ਬਸ ਦੁਰਲਭ ਦਰਸ਼ਨ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਜਿਨ੍ਹਾਂ ਨੂੰ ਹੋ ਜਾਂਦੇ ਹਨ, ਜਿਵੇਂ ਦਰਸੇ ਅਗ ਮਿਟੈ ਅਪਾਰ, ਸਾਰੇ ਪਾਪ ਮਿਟ ਜਾਂਦੇ ਨੇ। ਇੱਕ ਵਾਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਲੋੜ ਹੈ। ਆਟੋਮੈਟਿਕਲੀ ਜਿਨ੍ਹਾਂ ਨੇ ਨਹੀਂ ਵੀ ਭਗਤੀ ਕੀਤੀ, ਨਹੀਂ ਵੀ ਨਾਮ ਜਪਿਆ, ਉਹਨਾਂ ਦੇ ਵੀ ਪਾਪ ਕੱਟੇ ਜਾਂਦੇ ਹਨ। ਜਹਾਂ ਜਹਾਂ ਲਗ ਸੁਧ ਤਬ ਹੋਈ, ਜਿੱਥੇ ਕਿਤੇ ਵੀ ਇਹ ਸੁਧ ਖਬਰ ਹੋਈ, ਕਾਜ ਵਿਸਾਰ ਚਲੇ ਸਭ ਸਾਰੇ ਆਪਣੇ ਕੰਮਕਾਰ ਛੱਡ ਕੇ ਪ੍ਰਾਇੋਰਟੀ ਦੇ ਕੇ ਕਰਤਾਰਪੁਰ ਪਹੁੰਚਦੇ ਹਨ। ਦੋਹਰਾ ਬ੍ਰਹਮਚਾਰੀ ਜੋਗੀ ਜਤੀ, ਦੇਖੋ ਬ੍ਰਹਮਚਾਰੀ ਵੀ ਆਏ, ਜੋਗੀ ਵੀ ਆਏ, ਜਤੀ ਵੀ ਆਏ, ਤਬੀ ਬਖਾਨ ਸਕੋਏ, ਤਪੀ ਵੀ ਆਉਂਦੇ ਹਨ, ਤੇ ਜਿਹੜੇ ਹਨ ਬ੍ਰਹਮਪਸਤੀ ਜਿਹੜੇ ਬੰਦੇ ਜੰਗਲਾਂ ਵਿੱਚ ਰਹਿਣ ਵਾਲੇ ਨੇ, ਨੰਗੇ ਰਹਿਣ ਵਾਲੇ, ਉਹ ਵੀ ਆਉਂਦੇ ਹਨ। ਜੇ ਸੁਧ ਪਾਈ ਜਬ ਹੈ, ਜਿੰਨੇ ਵੀ ਕੋਈ ਖਬਰ ਪਾਈ ਗੁਰੂ ਨਾਨਕ ਸਾਹਿਬ ਜੀ ਦੀ, ਭਾਵਤ ਆਵਤ ਸੋਏ, ਭੱਜੇ ਆਉਂਦੇ ਹਨ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਚੌਪੇ ਧਰਮਸਾਲ ਬੈਠੇ ਗੁਰਪੂਰਨ, ਹੁਣ ਗੁਰੂ ਨਾਨਕ ਸਾਹਿਬ ਜੀ ਧਰਮਸਾਲਾਂ ਵਿੱਚ ਬੈਠੇ ਹਨ। ਭਵ ਜੋ ਆਮ ਕੋ ਨਾਮ ਸੋ ਚੂਰਨ, ਭਵ ਜੋ ਆਮ ਕਹਿੰਦੇ ਸੰਸਾਰ ਰੋਗਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਸਾਰੇ ਸਰੀਰ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਭਈ ਆਨ ਕਰ ਭੀੜ ਅਪਾਰ ਹੈ, ਬਹੁਤ ਸਾਰੀ ਭੀੜ ਇਕੱਠੀ ਹੋ ਗਈ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਧਰਮਸਾਲਾ ਵਿੱਚ, ਕਰਤਾਰਪੁਰ ਵਿੱਚ। ਧੰਨ ਧੰਨ ਸਭ ਬੈਨ ਉਚਾਰ, ਸਾਰੇ ਧੰਨ 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 ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦੇ ਹਨ। ਗੁਰ ਆਨਨ ਆਰੁਣਤਾ ਆਈ, ਮਹਾਰਾਜ ਦੇ ਚਿਹਰੇ ਤੇ ਅੱਜ ਲਾਲੀ ਹੈ। ਮਹਾਰਾਜ ਦਾ ਗਲੋ ਅੱਜ ਜਿਹੜਾ ਇੰਨਾ ਸਟਰੋਂਗ ਹੈ ਕਿ ਦੇਖਿਆ ਨਹੀਂ ਜਾਂਦਾ। ਰੇਡਿਸ਼ ਆ ਰਹੀ ਹੈ ਮਹਾਰਾਜ ਦੇ ਗਲੋ ਦੇ ਵਿੱਚੋਂ, ਜਿਉ ਅਰੁਣਦਾ ਚਿਰ ਚਿਰ ਸੁਹਾਈ। ਮਹਾਰਾਜ ਦਾ ਮੂੰਹ ਇੰਨਾ ਲਾਲ ਹੈ ਜਿਵੇਂ ਜਿਹੜਾ ਹਨ ਜਦੋਂ ਸੂਰਜ ਚੜ੍ਹਦਾ ਲਾਲੀ ਨਾਲ ਚੜ੍ਹਦਾ ਹੈ ਨਾ, ਕਹਿੰਦੇ ਉਸ ਤਰ੍ਹਾਂ ਦੀ ਲਾਲੀ ਮਹਾਰਾਜ ਦੇ ਚਿਹਰੇ ਤੇ ਹੈ। ਸਿੱਖ ਸੇਵਕ ਚੌਹਦਿਸ ਪਰਿਵਾਰ, ਸਾਰੇ ਮਹਾਰਾਜ ਨੂੰ ਸਿੱਖਾਂ ਨੇ ਘੇਰਿਆ ਹੋਇਆ ਹੈ। ਬਦਨ ਕਮਲ ਜਿਨ ਕੇਰ ਆਧਾਰਾ, ਬਦਨ ਕਮਲ ਜਿਨ੍ਹਾਂ ਦਾ ਬਦਨ, ਜਿਨ੍ਹਾਂ ਦਾ ਸਰੀਰ, ਜਿਨ੍ਹਾਂ ਦੇ ਚਰਨ ਸਿੱਖਾਂ ਦਾ ਆਸਰਾ ਹੈ, ਮਹਾਰਾਜ ਦੇ ਭਗਤਾਂ ਦਾ ਆਸਰਾ ਹੈ ਇਹ ਸਾਰਾ। ਬੇਮੁਖਤਾ ਰਜਨੀ ਜਹਨਾਸੀ, ਜਿੱਥੇ ਬੇਮੁਖਤਾ ਦੀ ਰਾਤ ਬੀਤ ਗਈ ਹੈ, ਮਹਾਰਾਜ ਨੇ ਰਾਤ ਨਹੀਂ ਆਉਣ ਦਿੱਤੀ, ਉਹ ਰਾਤ ਦੂਰ ਕਰਤੀ। ਮਹਾਰਾਜ ਐਸਾ ਸੂਰਜ ਚੜਿਆ ਜਿਹੜਾ ਬੇਮੁਖਤਾ ਭੈੜਾ ਪਾਪੀਆਂ ਨੂੰ ਖਤਮੇ ਕਰਤਾ। ਛਪ ਗਏ ਉੱਡਗਨ ਕਲਮਲ ਰਾਸੀ, ਦੇਖੋ ਜਿਹੜੇ ਪਾਪ ਰੂਪੀ ਤਾਰੇ ਸਨ ਉਹ ਵੀ ਛਿਪ ਗਏ ਸਾਰੇ। ਇਸ ਬਿਦ ਵਹਿਰ ਨਰਨ ਕੀ ਕਥਾ, ਸੋ ਇਸ ਬਿਦ ਇਸ ਤਰ੍ਹਾਂ ਦੀ ਤਾਂ ਇਹ ਕਥਾ ਹੋਈ। ਜਿਹੜੇ ਹਨ ਸਾਰੇ ਜਿਹੜੇ ਵਹਿਰ, ਜਿਹੜੇ ਨਰ, ਜਿਹੜੇ ਹਨ, ਜਿਹੜੇ ਲੋਕ ਆਉਂਦੇ ਹਨ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਆਪ ਸੁਣੀਏ ਘਰ ਕੀ ਭੀ ਜਥਾ, ਹੁਣ ਘਰ ਦੀ ਕਥਾ ਸੁਣੋ। ਹੁਣ ਗੁਰੂ ਨਾਨਕ ਦੇ ਘਰ ਦੀ ਫੈਮਿਲੀ ਦੀ ਕੀ ਗੱਲ ਹੋਈ। ਦੋਹਰਾ ਬੈਠੇ ਪ੍ਰਭੂ ਬਿਰਾਜ ਹੀ, ਜਿਉ ਰਸ ਸ਼ਾਂਤ ਸਦੀ। ਮਹਾਰਾਜ ਜੀ ਬੜੇ ਸ਼ਾਂਤ, ਜਿਵੇਂ ਸ਼ਾਂਤੀ ਨੇ ਸਰੀਰ ਧਾਰਨ ਕੀਤਾ, ਮਹਾਰਾਜ ਬੜੇ ਸ਼ਾਂਤੀ ਵਿੱਚ ਬੈਠੇ ਸਨ ਧਰਮਸਾਲਾ ਵਿੱਚ। ਸਿੱਖ ਸੇਵਕ ਕਰੁਣਾ ਮਨੋ ਧਾਰੇ ਪੁੰਜ ਸਰੀਰ, ਕਰਨਾ ਰਸ ਜੋ ਵਿਰਾਗ ਵਿੱਚ ਸਾਰੇ ਸਿੱਖ ਬੈਠੇ ਹਨ, ਸਾਰਿਆਂ ਦੇ ਅੱਖਾਂ ਸੱਜਲ ਹਨ, ਰੋ ਰਹੇ ਹਨ ਕਿ ਮਹਾਰਾਜ ਨੇ ਅੱਜ ਸਾਨੂੰ ਛੱਡ ਜਾਣਾ ਹੈ। ਮਾਨੋ ਕਹਿੰਦੇ ਉਹਨਾਂ ਨੂੰ ਤਾਂ ਇਹ ਹੈ ਕਿ ਉਹਨਾਂ ਦਾ ਸਰੀਰ ਹੀ ਇੱਕ ਵਿਰਾਗ ਬਣ ਗਿਆ ਵਿਚਾਰਿਆਂ ਦਾ। ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਅੱਜ ਕੋਈ ਵੀ ਨਹੀਂ ਖਾ ਰਿਹਾ, ਕੋਈ ਵੀ ਨਹੀਂ ਹੱਸ ਰਿਹਾ, ਕੋਈ ਨਹੀਂ ਇੱਕ ਦੂਜੇ ਨਾਲ ਗੱਲ ਕਰ ਰਿਹਾ, ਸਾਰੇ ਦੁਖੀ ਹਨ। ਚੌਪੇ ਕਿਰਪਾ ਨਿਧਾਨ ਕਹਿਓ ਤਹਿ ਕਾਲੇ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਬੈਠੇ ਨਾ ਮਹਾਰਾਜ ਨੇ ਇੱਕ ਸਿੱਖ ਨੂੰ ਸੱਦ ਕੇ ਕਿਹਾ, ਉਹ ਸਧਾਰਨ ਜਾਏ ਉਤਾਲੇ। ਕਹਿਣ ਲੱਗੇ ਹੇ ਸਧਾਰਨ ਤੂੰ ਆ। ਕਹਿੰਦਾ ਇੱਕ ਕੰਮ ਕਰ ਹੁਣ ਉੱਠ ਕੇ। ਸ੍ਰੀ ਚੰਦ ਅਰ ਲਖਮੀ ਦਾਸ, ਕਹਿਣ ਲੱਗੇ ਸਾਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਗੁਰੂ ਨਾਨਕ ਸਾਹਿਬ ਜੀ ਦੋ ਸਾਹਿਬਜ਼ਾਦੇ ਆ ਨਾ, ਕਹਿੰਦੇ ਵੱਡੇ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਜਾ ਕੇ ਤਾਹੇ ਹਕਾਰ ਆਨੀਏ ਪਾਸ, ਕਹਿਣਗੇ ਉਹਨਾਂ ਨੂੰ ਸੱਦ ਕੇ ਲਿਆ ਸਾਡੇ ਕੋਲ। ਕਹਿਣਗੇ ਉਹਨਾਂ ਨੂੰ ਕਿਹਾ ਵੀ ਸਾਨੂੰ ਆ ਕੇ ਮਿਲੇ, ਇਹ ਧਰਮਸ਼ਾਲਾ ਵਿੱਚ ਆ ਜਾਣ। ਹੁਣ ਸੁਨਤ ਰਚਾਏ ਸਧਾਰਨ ਗਇਓ, ਭਾਈ ਸਧਾਰਨ ਜੀ ਗੁਰੂ ਨਾਨਕ ਦੀ ਆਗਿਆ ਨੂੰ ਲੈ ਕੇ ਚਲੇ ਗਏ ਹੁਣ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਕੋਲ। ਗੁਰੂ ਸੁਤਨ ਆਗੇ ਤਿਸ ਦਇਓ, ਉਹ ਜਾ ਕੇ ਖੜਾ ਹੋ ਗਿਆ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦੇ ਅੱਗੇ। ਭਾਈ ਸਧਾਰਨ ਨੇ ਹੱਥ ਜੋੜ ਕੇ ਦੋਨੋਂ ਸਾਹਿਬਜ਼ਾਦਿਆਂ ਨੂੰ ਕਿਹਾ, ਹੱਥ ਬੰਦ ਕੇ ਗਿਰਾ ਉਚਾਰੀ, ਹੱਥ ਬੰਨ ਕੇ ਬੜੀ ਨਿਮਰਤਾ ਚ ਭਾਈ ਸਧਾਰਨ ਨੇ ਕਿਹਾ ਬੇਨਤੀ ਵਿੱਚ, ਸ੍ਰੀ ਪ੍ਰਭ ਕੀ ਭੀ ਆਜ ਤਿਆਰੀ। ਕਹਿਣਗੇ ਦੇਖੋ ਸਾਹਿਬਜ਼ਾਦਿਓ, ਕਹਿੰਦੇ ਅੱਜ ਗੁਰੂ ਨਾਨਕ ਸਾਹਿਬ ਦੀ ਤਿਆਰੀ ਹੈ।
ਮਹਾਰਾਜ ਨੇ ਅੱਜ ਆਪਣਾ ਸਰੀਰ ਛੱਡ ਜਾਣਾ ਹੈ। तुमको अपने निकट हकारा। ਤੁਹਾਨੂੰ ਆਪਣੇ ਕੋਲ ਸੱਦ ਰਹੇ ਨੇ। ਦੇਖੋ ਬਾਕੀ ਦੁਨੀਆ ਚੱਲ ਕੇ ਗੁਰੂ ਨਾਨਕ ਕੋਲ ਆ ਰਹੀ ਹੈ। ਗੁਰੂ ਨਾਨਕ ਆਪਣੇ ਸਾਹਿਬਜ਼ਾਦਿਆਂ ਨੂੰ ਸੱਦਿਆ ਹੈ, ਸੁਨੇਹਾ ਭੇਜਿਆ ਵੀ ਸੱਦ ਕੇ ਲਿਆਓ ਉਹਨਾਂ ਨੂੰ। चलो हदूर ना करहो अवारा। ਕਹਿੰਦੇ ਚਲੋ ਤੁਸੀਂ ਹੁਣੇ ਚਲੋ, ਉੱਠ ਕੇ ਚਲੋ, ਬਹੁਤਾ ਸਮਾਂ ਨਹੀਂ ਹੈਗਾ, ਜਾ ਕੇ ਆਪਣੇ ਪਿਤਾ ਨੂੰ ਮਿਲੋ। मेरा सधारण जल की न्यायी। ਜਦੋਂ ਭਾਈ ਸਧਾਰਨ ਦੀ ਗੱਲ ਇੱਕ ਪਾਣੀ ਦੀ ਤਰ੍ਹਾਂ ਸੀਗੀ, ਤੇ ਮਤਲਬ ਬੜੀ ਸਪਸ਼ਟ ਗੱਲ ਕੀਤੀ, ਸਟ੍ਰੇਟ ਫਾਰਵਰਡ। ਹਾਂਜੀ, मैन समान ना तिन्ह छुआई। ਪਰ ਕਹਿੰਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦਾ ਮਨ ਜਿਹੜਾ ਸੀ ਨਾ ਮੋਮ ਦੀ ਤਰ੍ਹਾਂ ਤੇ ਸੀਗਾ। ਵੈਕਸ ਜਿਵੇਂ ਹੁੰਦਾ ਨਾ, ਵੈਕਸ ਤੇ ਤੁਸੀਂ ਪਾਣੀ ਪਾਓ, ਉਹ ਪਾਣੀ ਪਾਸੇ ਦੀ ਲੰਘ ਜਾਂਦਾ ਹੈ, ਉਹਦੇ ਅੰਦਰ ਸਿਮਦਾ ਨਹੀਂ ਵੈਕਸ ਦੇ, ਜਿਹੜਾ ਮੋਮ ਹੁੰਦਾ ਹੈ। ਕਹਿੰਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਤੇ ਕੋਈ ਅਸਰ ਨਹੀਂ ਪਿਆ। ਸਿੱਖ ਤਾਂ ਵਿਚਾਰੇ ਰੋ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਚੱਲੇ ਨੇ, ਪਰ ਇਹਨਾਂ ਜਿਹੜਾ ਹਨ ਦੋਵੇਂ ਸਾਹਿਬਜ਼ਾਦਿਆਂ ਤੇ ਕੋਈ ਅਸਰ ਨਹੀਂ ਪਿਆ। हृदय असरदा जिनके भारी। ਕਹਿਣਗੇ ਉਹਨਾਂ ਦੇ ਮਨ ਤੇ ਬਹੁਤ ਅਸ਼ਰਦਰਤਾ ਹੈ। ਉਹ ਸਿਰਫ ਗੁਰੂ ਨਾਨਕ ਨੂੰ ਆਪਣਾ ਪਿਤਾ ਜਾਣਦੇ ਨੇ, ਗੁਰੂ ਨਹੀਂ ਉਹਨਾਂ ਨੇ ਜਾਣਿਆ ਗੁਰੂ ਨਾਨਕ ਨੂੰ। ਸੋ ਦੇਖੋ ਬਾਕੀ ਸਾਰੀ ਦੁਨੀਆ ਗੁਰੂ ਨਾਨਕ ਨੂੰ ਮੰਨਦੀ ਹੈ, ਪਰ ਸਾਹਿਬਜ਼ਾਦੇ ਨਹੀਂ ਮੰਨਦੇ। ਸੋ ਇਸ ਪ੍ਰਕਾਰ ਕਰਕੇ इस प्रकार मख गिरा उचारी। ਉਸ ਵੇਲੇ ਬਾਬਾ ਸ੍ਰੀ ਚੰਦ ਨੇ ਕਿਹਾ ਜਿਹੜਾ ਹਨ ਭਾਈ ਸਧਾਰਨ ਜੀ ਨੂੰ, कैसे होत अचानक ऐसे। ਕਹਿੰਦੇ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਸਡਨਲੀ ਆ, ਸਡਨਲੀ ਲੈ ਦੈਟ ਕੈਨੋਟ ਬੀ ਲਾ। ਕਹਿੰਦਾ ਨਹੀਂ ਹੋ ਸਕਦਾ। सुख आनंद में बैसे जैसे। ਕਹਿੰਦੇ ਚੰਗੇ ਭਲੇ ਬੈਠੇ ਆ, ਸਵੇਰੇ ਇਸ਼ਨਾਨ ਕਰਕੇ ਆਏ, ਬੜੇ ਸੋਹਣੇ ਬੈਠੇ, ਤੰਦਰੁਸਤ ਬੈਠੇ ਨੇ। ਉਹ ਜਿਹੜਾ ਹੁਣ ਜਿਵੇਂ ਆਮ ਲੋਕ ਕਹਿੰਦੇ ਆ ਨਾ ਵੀ ਜਿਹੜਾ ਟਾਈਮ ਆ ਗਿਆ ਉਹ ਬਿਮਾਰ ਹੋ ਜਾਂਦਾ ਜਾਂ ਹੋਰ, ਕਹਿੰਦੇ ਉਹ ਤਾਂ ਚੰਗੇ ਭਲੇ ਬੈਠੇ ਨੇ, ਸਵੇਰੇ ਵੀ ਦੇਖੇ ਨੇ, ਆਲ ਗੁੱਡ ਆ ਜੀ, ਉਹ ਤਾਂ ਚੜ੍ਹਦੀਆਂ ਕਲਾਂ ਵਿੱਚ ਹਨ। हमको आवत नह प्रतीतम। ਹਾਂ, ਇਸ ਕਰਕੇ ਕਹਿੰਦਾ ਸਾਨੂੰ ਨਹੀਂ ਮੰਨਣ ਚਾਹੁੰਦਾ, ਹੀ ਇਜ਼ ਗੋਇੰਗ ਟੂਡੇ, ਵੀ ਡੋਂਟ ਬਿਲੀਵ, ਵੀ ਡੋਂਟ ਟਰਸਟ। ਹਾਂਜੀ, गैन प्रसून गंध हेरी तम। ਕਹਿਣ ਲੱਗੇ ਇਉਂ ਕਰਕੇ ਜਿਵੇਂ ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਕੋਈ ਕਵੇ ਨਾ ਬੈਠਾ, ਹੋ ਆਈ ਐਮ ਗੈਟਿੰਗ ਦ ਫ੍ਰੈਗਨੈਂਸ ਆਫ ਦ ਫਲਾਵਰਸ ਆਫ ਦੀ ਸਕਾਈ। ਹੁਣ ਫਲਾਵਰਸ ਕਿੱਥੇ ਹੈਗੇ ਸਕਾਈ ਦੇ ਵਿੱਚ? ਜੇ ਫਲਾਵਰਸ ਹੀ ਨਹੀਂ ਹੈਗੇ ਸਕਾਈ 'ਚ, ਉਹਦੀ ਵਾਸ਼ਨਾ ਕੀ ਆਉਣੀ ਆ? ਬਾਬਾ ਸ੍ਰੀ ਚੰਦ ਇਹ ਐਗਜ਼ਾਮਪਲ ਦੇ ਕੇ ਕਹਿੰਦੇ ਸਧਾਰਨ ਤੂੰ ਤਾਂ ਉਹ ਗੱਲ ਕਰ ਰਿਹਾ ਹੈ ਜਿਵੇਂ ਕੋਈ ਫਲਾਵਰਸ ਲੱਗੇ ਹੁੰਦੇ ਆਕਾਸ਼ ਦੇ ਵਿੱਚ। ਸੋ ਇਟਸ ਲਾਈਕ ਇੰਪੋਸੀਬਲ ਗੱਲ ਹੈ, ਤੂੰ ਜਿਹੜੀ ਗੱਲ ਕਰ ਰਿਹਾ ਝੂਠੀ ਕਰ ਰਿਹਾ। ਹਾਂ, सुनते हो तब सधारण आयो। ਸੋ ਭਾਈ ਸਧਾਰਨ ਵਿਚਾਰਾ ਜਿਹੜਾ ਹੈ ਵਿਚਾਰਾ ਹੈਂਡਲ ਨਹੀਂ ਕਰ ਸਕਿਆ। ਉਹ ਕਹਿੰਦਾ ਸਾਰੇ ਤਾਂ ਰੋ ਰਹੇ ਤੇ ਇਹ ਕੀ ਗੱਲਾਂ ਕਰ ਰਹੇ ਨੇ। ਉਹ ਵਿਚਾਰਾ ਚੱਲ ਕੇ ਆਇਆ ਵਾਪਸ ਗੁਰੂ ਨਾਨਕ ਕੋਲ। ਜਿਉ ਤਿਨ ਕਹਿਓ ਸੋ ਗੁਰੂ ਸੁਨਾਇਓ। ਉਹਨੇ ਜਾ ਕੇ ਜਿਹੜਾ ਭਾਈ ਸਧਾਰਨ ਨੇ ਜਿਵੇਂ ਉਹਨਾਂ ਨੇ ਕਿਹਾ ਸੀ ਨਾ ਬਾਬਾ ਸ੍ਰੀ ਚੰਦ, ਉਵੇਂ ਜਾ ਕੇ ਗੁਰੂ ਨਾਨਕ ਨੂੰ ਦੱਸ ਦਿੱਤਾ। ਸੇਵਕ ਸਿੱਖ ਬਿਲੋਚਨ ਬਾਰੀ। ਹੁਣ ਜਿਹੜੇ ਸੇਵਕ ਨੇ ਉਹ ਤਾਂ ਰੋ ਰਹੇ ਨੇ ਮਹਾਰਾਜ ਵੱਲ ਦੇਖ ਦੇਖ ਕੇ। ਭਇਓ ਜਾਤ ਪ੍ਰਭ ਦਰਸ ਨਿਹਾਰੀ। ਵਹਿਓ ਜਾਤ ਕਹਿੰਦੇ ਕਿ ਅੱਖਾਂ ਵਿੱਚੋਂ ਅਥਰੂ ਆਪਣੇ ਆਪ ਚੱਲੀ ਜਾਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਕੇ। ਧੁਨ ਸੋ ਕੀਰਤਨ ਕੀ ਤਹਿਕਾਲਾ। ਤੇ ਬਹੁਤ ਸੋਹਣੀ ਕੀਰਤਨ ਦੀ ਧੁਨੀ ਕੀਰਤਨ ਜਿਹੜਾ ਹਨ ਹੋ ਰਿਹਾ ਹੈ। ਸੁਨ ਪਵਤ ਰਵਤ ਕਠੋਰ ਵਿਸਾਲਾ। ਦੇਖੋ ਡਾਢਾ ਜਿਹੜਾ ਹੈ ਜਿਵੇਂ ਕਹਿੰਦੇ ਹਨ ਨਾ ਕਿ ਜਿਵੇਂ ਕਰੜਾ ਪੱਥਰ ਹੁੰਦਾ ਨਾ, ਉਹ ਕਿਤੇ ਵੀ ਪੰਗਰਦਾ ਨਹੀਂ ਨਾ। ਕਹਿੰਦੇ ਪਰ ਐਸਾ ਕੀਰਤਨ ਹੋ ਰਿਹਾ ਹੈ, ਵੱਡੇ ਤੋਂ ਵੱਡਾ ਪੱਥਰ ਵੀ ਲਿਆ ਕੇ ਰੱਖ ਦੋ ਨਾ, ਉਹਨੇ ਵੀ ਪੰਗਰ ਜਾਣਾ। ਵੱਡੇ ਤੋਂ ਵੱਡਾ ਕਠੋਰ ਹਿਰਦਾ ਵੀ ਉਹ ਕੀਰਤਨ ਨੂੰ ਸੁਣ ਲਵੇ ਨਾ, ਉਹ ਵੀ ਮੰਨ ਜਾਏਗਾ। ਕਹਿੰਦੀ ਐਸਾ ਜਿਹੜਾ ਵਾਤਾਵਰਨ এনवायरमेंट ਬਣਿਆ ਹੋਇਆ ਹੈ। ਦੋਹਰਾ ਤਬੈ ਸਥਲ ਲਿਪਵਾਏ ਕੈ ਬਹੁਰੋ ਕੁਸਾ ਡਸਾਏ। ਫਿਰ ਮਹਾਰਾਜ ਨੇ ਜਿਹੜਾ ਹਨ ਡੰਬ ਵਿਛਾ ਦਿੱਤੀ। ਡੰਬ ਹੁੰਦਾ ਨਾ ਜਿਵੇਂ ਉਹ ਸਟ੍ਰੋ ਗ੍ਰਾਸ ਜਿਹੜੇ ਸੁੱਕੇ ਹੁੰਦੇ ਨੇ, ਪਿਛਲੇ ਸਮਿਆਂ 'ਚ ਉਹ ਵਿਛਾਏ ਜਾਂਦੇ, ਕੋਈ ਗਦੈਲੇ ਨਹੀਂ ਹੁੰਦੇ ਸਨ ਉਸ ਵੇਲੇ, ਤੇ ਜਿਹੜੀਆਂ ਸਫਾ ਹੁੰਦੀਆਂ ਸਨ ਉਹ ਯੂਜ਼ ਹੁੰਦੀਆਂ ਸਨ। ਇਸ ਕਰਕੇ ਡੰਬ ਵਿਛਾਇਆ ਜਾਂਦਾ ਸੀ ਕਿਉਂਕਿ ਪਵਿੱਤਰ ਅਨਯੂਜ਼ ਹੈ, ਉਹਨੂੰ ਤਾਂ ਕਰਕੇ ਧਰਤੀ ਤੇ ਵਿਛਾਇਆ ਜਾਂਦਾ ਸੀ। ਜੈ ਜੈਕਾਰ ਚੁਫੇਰ ਹੋਇ ਕਹੈ ਧਨ ਬਿਸਮਾਏ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਲੰਮੇ ਪੈਣ ਲੱਗੇ ਨੇ, ਮਹਾਰਾਜ ਨੇ ਤਿਆਰੀ ਕਰ ਲਈ ਆਪਣੀ, ਕੁਸ਼ਾ ਵਿਛਾ ਦਿੱਤੀ। ਜੈ ਜੈਕਾਰ ਸਾਰੇ ਪਾਸੇ ਹੋ ਰਿਹਾ ਹੈ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੀਆਂ ਚਾਦਰਾਂ ਲੈ ਕੇ ਤਿਆਰ ਹੋ ਗਏ, ਹੁਣ ਬਸ ਵੀ ਸਰੀਰ ਛੱਡ ਜਾਣਾ ਹੈ ਹੁਣ। ਚੌਪੇ ਗਈ ਸੁਲਖਣੀ ਢਿਗ ਸੁਤ ਸੋ। ਉਸ ਵੇਲੇ ਕੀ ਹੋਇਆ, ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗ ਗਿਆ। ਦੇਖੋ ਮਹਾਰਾਜ ਨੇ ਮਾਤਾ ਸੁਲੱਖਣੀ ਨੂੰ ਦੱਸਿਆ ਹੀ ਨਹੀਂ ਹਜੇ ਆਪਣੀ ਵਾਈਫ ਨੂੰ, ਤੇ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਿਆ ਵੀ ਇਹ ਗੱਲ ਹੋ ਰਹੀ ਹੈ। ਤਾਂ ਉਸ ਵੇਲੇ ਬਚਨ ਨਾ ਮਾਨਿਓ ਪੁੱਤਰਨ ਦੋ। ਫਿਰ ਇਹ ਵੀ ਪਤਾ ਲੱਗਿਆ ਵੀ ਪੁੱਤਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਬਚਨ ਉਹ ਨਹੀਂ ਮੰਨਿਆ, ਜਾ ਕੇ ਮਿਲੇ ਵੀ ਨਹੀਂ। ਉਹਨਾਂ ਨੂੰ ਸੱਦਿਆ ਵੀ ਆ ਕੇ ਮਿਲ ਪੋ, ਹੁਣ ਉਹ ਮਿਲਣ ਵਾਸਤੇ ਨਹੀਂ ਗਏ, ਇਹ ਵੀ ਸੁਣਿਆ। ਨਿਸਕੇ ਲਗੇ ਸਮਾਵਨ ਸਾਈ। ਕਹਿਣਗੇ ਨਿਸਕੇ ਲੱਗੇ, ਕਹਿਣਗੇ ਹੁਣ ਤਾਂ ਬਸ ਮਹਾਰਾਜ ਜੀ ਸਮਾਉਣ ਲੱਗੇ ਨੇ, ਜੋਤੀ ਜੋ ਸਮਾਉਣ ਲੱਗੇ ਹਨ। ਹਾਏ ਨੇ ਪਾਏ ਕੁਸਾ ਵਿਛਵਾਈ। ਵੀ ਮਹਾਰਾਜ ਨੇ ਸਫਾਈ ਵੀ ਕਰ ਲਈ, ਤਿਆਰੀ ਵੀ ਕਰ ਲਈ, ਕੁਸਾ ਵੀ ਵਿਛਾ ਦਿੱਤੀ ਸਾਰੀ। ਉੱਠੀ ਗਮਨ ਕੀਨੋ ਤਿਨ ਉਸ ਵੇਲੇ ਮਾਤਾ ਸੁਲਖਣੀ ਜੀ ਭੱਜੀ ਆਪਣੇ ਘਰੋਂ ਵੀ ਇਹ ਕੀ ਹੋ ਗਿਆ ਜੀ ਹੁਣ। ਆਈ ਜਹ ਬੈਠੇ ਪ੍ਰਭ ਪੂਰਨ। ਆ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਮਾਤਾ ਜੀ ਚੱਲ ਕੇ। ਭੀੜ ਬਿਲੋਕਤ ਬਿਸਮੈ ਹੋਈ। ਭੀੜ ਦੇਖ ਕੇ ਮਾਤਾ ਸੁਲਖਣੀ ਜੀ ਹੈਰਾਨ ਹੋ ਗਈ ਵੀ ਇੰਨੀ ਭੀੜ ਲੱਗੀ ਹੋਈ ਅੱਜ। ਬਾਰ ਬਿਲੋਚਨ ਭਰ ਘਰ ਰੋਈ। ਉਸ ਵੇਲੇ ਮਾਤਾ ਸੁਲਖਣੀ ਜੀ ਦੇ ਅੱਖਾਂ 'ਚੋਂ ਅਥਰੂ ਆ ਗਏ। ਮਾਤਾ ਸੁਲਖਣੀ ਜੀ ਰੋਣ ਲੱਗ ਪਏ, ਰੋਂਦਿਆਂ ਹੋਇਆਂ। ਸਰਦਾ ਉਪਜੀ ਹਿਰਦੇ ਵਿਸਾਲਾ। ਉਹਨਾਂ ਦੇ ਹਿਰਦੇ 'ਚ ਬਹੁਤ ਸ਼ਰਧਾ ਜਾਗੀ ਅੱਜ ਗੁਰੂ ਨਾਨਕ ਸਾਹਿਬ ਜੀ ਵਾਸਤੇ, ਕਿਉਂਕਿ ਸਾਰੀ ਉਮਰ ਤਾਂ ਇਹੀ ਸੋਚਦੇ ਰਹੇ ਨਾ ਮਾਤਾ ਸੁਲਖਣੀ ਜੀ ਵੀ ਗੁਰੂ ਨਾਨਕ ਸਾਡੇ ਨਾਲ ਰਹੇ ਨਹੀਂ,
ਹੀ ਡਿਡਨਟ ਸਟੇ ਵਿਥ ਮੀ। ਇਹ ਘਰ 'ਚ ਨਹੀਂ ਰਹੇ, ਇਹ ਬਾਹਰ ਹੀ ਰਹੇ ਹਨ ਤੇ ਸਾਡਾ ਖਿਆਲ ਨਹੀਂ ਇਹਨਾਂ ਨੇ ਰੱਖਿਆ। ਪਰ ਅੱਜ ਮਾਤਾ ਸੁਲੱਖਣੀ ਦੇ ਮਨ 'ਚ ਬਹੁਤ ਪਿਆਰ ਆਇਆ, ਅੱਜ ਉਹਨੂੰ ਵਿਰਾਗ ਆ ਗਿਆ ਉਹਨਾਂ ਦੇ ਮਨ 'ਚ। ਮਸਤਕ ਟੇਕਣ ਕਿਆ ਤੇ ਕਾਲਾ, ਤੇ ਉਸ ਵੇਲੇ ਮੱਥਾ ਟੇਕਿਆ ਆ ਕੇ ਬੜੇ ਪ੍ਰੇਮ ਨਾਲ। ਅੱਜ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਸ੍ਰੀ ਗੁਰ ਅਵਲੋਕਤ ਜਬ ਆਏ, ਜਦੋਂ ਗੁਰੂ ਨਾਨਕ ਸਾਹਿਬ ਨੇ ਦੇਖਿਆ ਨਾ ਮਾਤਾ ਸੁਲੱਖਣੀ ਜੀ ਆਉਂਦੇ, ਆਪਣੀ ਵਾਈਫ ਨੂੰ ਆਉਂਦਿਆਂ ਦੇਖਿਆ, ਬੋਲੇ ਗਿਰਾ ਸਰਲ ਸੁਖਦਾਈ। ਉਸ ਵੇਲੇ ਮਹਾਰਾਜ ਨੇ ਬੜੇ ਮਿੱਠੇ ਬਚਨਾਂ ਵਿੱਚ ਕਿਹਾ, ਦੋਹਰਾ ਜੇ ਤੁਝ ਔਰ ਅਭਿਲਾਖ ਹੈ ਕਰ ਲੀਜੈ ਸੋ ਬਾਤ। ਦੇਖੋ ਗੁਰੂ ਨਾਨਕ ਕੀ ਕਹਿੰਦੇ ਮਾਤਾ ਸੁਲੱਖਣੀ ਜੀ ਨੂੰ, ਕਹਿੰਦੇ ਜੇ ਤੇਰੇ ਮਨ ਵਿੱਚ ਕੋਈ ਇੱਛਾ ਹੈ ਦੱਸ ਦੇ, ਅੱਜ ਤੈਨੂੰ ਕੀ ਚਾਹੀਦਾ, ਮੰਗ ਲੈ ਅੱਜ ਤੂੰ ਕੀ ਮੰਗਣਾ ਹੈ। ਤੂੰ ਅੱਜ ਤੇਰੀ ਦਇਆ ਹਨ, ਤੈਨੂੰ ਜਿਹੜਾ ਪਦਾਰਥ ਚਾਹੀਦਾ, ਜੋ ਕੁਝ ਚਾਹੀਦਾ ਹੈ ਤੂੰ ਮੰਗ ਲੈ ਅੱਜ, ਕਹਿ ਦੇ ਆਪਣੇ ਮੂੰਹ ਤੋਂ ਹੁਣ। ਮਿਲ ਕਰ ਹਾਂ ਬੋਲੀ ਨਹੀਂ ਬਹੁਰ ਨਾ ਕਹਿ ਪਛਤਾਤ। ਪਰ ਕਹਿੰਦੇ ਫਿਰ ਪਿੱਛੋਂ ਬਾਅਦ ਚ ਪਛਤਾਈ ਨਾ ਵੀ ਤੂੰ ਕਿਹਾ ਨਹੀਂ, ਜੋ ਕਹਿਣਾ ਅੱਜ ਤੂੰ ਕਹਿ ਦੇ। ਹਾਂਜੀ, ਪਰ ਪਿੱਛੋਂ ਨਾ ਪਛਤਾਈ ਵੀ ਜੇ ਮੈਂ ਕਹਿ ਦਿੰਦੀ ਮੈਂ ਇਹ ਕਰ ਲੈਣਾ ਸੀ, ਮੈਂ ਉਹ ਕਰ ਲੈਣਾ ਸੀ, ਨਹੀਂ ਹੁਣ ਕਹਿ ਦੇ ਜੋ ਕਹਿਣਾ ਹੈ। ਚੌਪੇ ਸੁਨ ਕਰ ਦੀਨ ਭਈ ਇਹ ਬਾਨੀ। ਉਸ ਵੇਲੇ ਬੜੇ ਦੀਨ ਹੋ ਕੇ ਬੜੇ ਵਿਰਾਗ ਵਿੱਚ ਆ ਕੇ ਮਾਤਾ ਜੀ ਨੇ ਲਤਾ ਬਾਤ ਤੇ ਜਿਉ ਕੁਮਲਾਨੀ, ਜਿਵੇਂ ਵੇਲ ਜਿਹੜੀ ਹੈ ਹਵਾ ਲੱਗਣ ਕਰਕੇ ਨਾ ਉਹ ਆਪਣੇ ਜਿਹੜਾ ਹਨ ਜਿੱਥੇ ਉਹ ਵੇਲ ਫੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਤੇ ਸੁੱਕ ਜਾਂਦੀ ਹੈ ਨਾ, ਇਸ ਤਰ੍ਹਾਂ ਦੀ ਹਾਲਤ ਹੈ ਮਾਤਾ ਸੁਲੱਖਣੀ ਜੀ ਦੀ। ਹੱਥ ਬੰਦ ਹੋਏ ਨਿਮਰ ਬਿਸਾਲਾ, ਹੱਥ ਜੋੜ ਕੇ ਨਿਮਰਤਾ ਵਿੱਚ ਮਾਤਾ ਸੁਲੱਖਣੀ ਜੀ ਬੋਲੇ, ਬੋਲੀ ਬਚਨ ਸੁਨੋ ਪ੍ਰਭ ਦਿਆਲਾ। ਕਹਿੰਦੇ ਹੇ ਦਇਆ ਦੇ ਘਰ ਪਤੀ ਦੇਵ ਮੇਰੀ ਗੱਲ ਸੁਣੋ ਹੁਣ। ਭਲਕੇ ਹੈ ਸਰਾਧ ਤੋਹਿ ਤਾਤਾ। ਦੇਖੋ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੀ ਵੀ ਭਲਕੇ ਤਾਂ ਤੁਹਾਡੇ ਮਾਤਾ ਪਿਤਾ ਦਾ ਜਿਹੜੀ ਬਰਸੀ ਹੈ, 1 ਸਾਲ ਹੋ ਗਿਆ ਤੁਹਾਡੇ ਮਾਤਾ ਪਿਤਾ ਜੀ ਨੂੰ ਜਿਹੜਾ ਹੈ, ਜਾਂ ਕਿੰਨੇ ਸਾਲ ਹੋ ਗਏ ਹੋਣੇ ਆ ਉਹ ਦਿਨ ਨੂੰ ਜਿਹੜਾ ਮਨਾਈ ਦੀ ਆ। ਉਸ ਟਾਈਮ ਤੇ ਲੋਕ ਜਿਹੜਾ ਹਨ ਇਹ ਗੱਲ ਜਿਹੜੀ ਹੈ ਬੜੀ ਮਨਾਈ ਜਾਂਦੀ ਸੀ ਵੀ ਹਰ ਸਾਲ ਮਾਪਿਆਂ ਨੂੰ ਚੇਤੇ ਕਰਨਾ, ਕਿਉਂਕਿ ਉਹ ਐਸਾ ਜਿਹੜਾ ਸਿਸਟਮ ਕਿਉਂ ਚੱਲਿਆ ਸੀਗਾ ਉਸ ਸਮਿਆਂ ਦੇ ਵਿੱਚ। ਲੋਕ ਕਹਿੰਦੇ ਸਨ ਵੀ ਆਉਂਦੀਆਂ ਪੀੜ੍ਹੀਆਂ ਜਿਹੜੀਆਂ ਨਾ ਉਹ ਹਮੇਸ਼ਾ ਆਪਣੇ ਵੱਡਿਆਂ ਨੂੰ ਚੇਤੇ ਰੱਖਣ। ਜੇ ਉਹਨਾਂ ਨੂੰ ਚੇਤੇ ਨਹੀਂ ਰੱਖੋਗੇ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡਾ ਪੜਦਾਦਾ ਪੜਦਾਦੇ ਦਾ ਪੜਦਾਦਾ ਕੌਣ ਸੀਗਾ। ਇਸ ਕਰਕੇ ਅੱਜ ਆਪਣਾ ਫੈਮਿਲੀ ਟਰੀ ਜਿਹੜਾ ਟੁੱਟ ਰਿਹਾ ਨਾ, ਕਿਉਂਕਿ ਆਪਾਂ ਗੱਲਾਂ ਨੂੰ ਛੱਡ ਗਏ ਹਾਂ। ਸੋ ਉਸ ਵੇਲੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਸੀ ਇਸ ਗੱਲੋਂ। ਕਹਿੰਦੇ ਵੀ ਭਲਕੇ ਜਿਹੜਾ ਹੈ ਉਹ ਜਿਹੜਾ ਸਾਲ ਬੱਧੀ ਐਨੂਅਲੀ ਆਪਾਂ ਮਨਾਉਂਦੇ ਹਾਂ ਬਰਸੀ, ਉਹ ਦਿਨ ਆ ਰਿਹਾ ਹੈ ਬਾਬਾ ਮਹਿਤਾ ਕਾਲੂ ਜੀ ਦਾ ਤੇ ਮਾਤਾ ਤ੍ਰਿਪਤਾ ਜੀ ਦਾ। ਜਿਉ ਭਾਵ ਹੈ ਤਿਉ ਕਰ ਸੁਖਦਾਤਾ। ਕਹਿਣਗੇ ਹੇ ਸੁਖਦਾਤਾ ਜਿਵੇਂ ਤੁਹਾਨੂੰ ਭਾਉਂਦਾ ਤੁਸੀਂ ਕਰ ਲਓ ਹੁਣ। ਭਲੀ ਬਾਤ ਜੋ ਕਰੋ ਸਰਾਧੂ। ਉਸ ਵੇਲੇ ਕਹਿੰਦੇ ਭਲੀ ਬਾਤ, ਕਹਿੰਦੇ ਮੇਰੀ ਗੱਲ ਸੁਣਦੇ। ਅੱਜ ਮਹਾਰਾਜ ਨੇ ਆਪਸ਼ਨ ਦਿੱਤਾ ਨਾ ਮਾਤਾ ਜੀ ਨੂੰ ਵੀ ਤੂੰ ਮੰਗ ਲੈ ਜੋ ਮੰਗਦੀ ਹੈ। ਮਾਤਾ ਜੀ ਨੇ ਕੀ ਮੰਗਿਆ, ਕਹਿੰਦੀ ਭਲਕੇ ਆਪਣਾ ਪ੍ਰੋਗਰਾਮ ਤੁਸੀਂ ਅੱਜ ਨਾ ਜਾਓ, ਸਿੰਪਲ। ਮੈਂ ਦੇਖੋ ਮਾਤਾ ਜੀ ਨੇ ਕੀ ਮੰਗਿਆ, ਗੁਰੂ ਨਾਨਕ ਨੂੰ ਮੰਗਿਆ, ਕਹਿੰਦੇ ਤੁਸੀਂ ਨਾ ਜਾਓ, ਆਪਾਂ ਇਹ ਕੰਮ ਕਰ ਲਈਏ। ਕੀ ਪਤਾ ਉਹ ਤਾਂ ਬਹਾਨਾ ਵੀ ਹੋ ਸਕਦਾ ਹੈ ਨਾ, ਕੋਈ ਬਹਾਨਾ ਤਾਂ ਲਾਉਣਾ ਹੀ ਪੈਣਾ ਸੀ। ਸੋ ਇਸ ਕਰਕੇ ਕਹਿੰਦੀ ਭਲੀ ਬਾਤ ਜੇ ਕਰੋ ਸਰਾਧੂ, ਜੇ ਤੁਸੀਂ ਆਪ ਹੋ ਕੇ ਇੱਥੇ ਉਹ ਬਰਸੀ ਦਾ ਕੰਮ ਕਰ ਲਓ ਤਾਂ ਚੰਗੀ ਗੱਲ ਹੈ। ਬਹੁਰ ਸਮਾਵਹੁ ਬਾਧਾ ਬਾਧ। ਮਹਾਰਾਜ ਫੇਰ ਤੁਸੀਂ ਪੀੜਾ ਦੇ ਨਾਸਕ ਹੋ, ਜਦੋਂ ਸਮਾਉਣਾ ਸਮਾ ਜਿਓ, ਪਰ ਇਹ ਕਾਰਜ ਕਰ ਜਿਓ, ਹੁਣ ਥੋੜਾ ਚਿਰ ਹੋਰ ਟੀਕ ਲੋ। ਕਰੁਣਾ ਨਿਧ ਤੁਮਰੇ ਕਰ ਮਾਹੀ। ਕਹਿਣ ਲਗੇ ਹੇ ਕਰਨਾ ਨਿਧ, ਹੇ ਬਖਸ਼ਿਸ਼ ਦੇ ਖਜ਼ਾਨੇ ਤੁਹਾਡੇ ਹੱਥ ਵਿੱਚ, ਜਮਣਾ ਮਰਨਾ ਤਾਂ ਤੁਹਾਡੇ ਹੱਥ ਵਿੱਚ ਆ। ਇਸ ਯੋਰ ਚੋਇਸ, ਇਹ ਕਿਹੜੇ ਆਪਣੇ ਵਾਂਗੂ ਜੇ ਮੌਤ ਆ ਕੇ ਜਾਣਾ ਹੀ ਪੈਣਾ। ਹੁਣ ਗੁਰੂ ਨਾਨਕ ਹੈ, ਉਹਨਾਂ ਦੀ ਮਰਜ਼ੀ ਹੈ ਜਦੋਂ ਜਾਣ ਨਾ ਜਾਣ। ਮੇਟਨ ਰਚਨ ਤ੍ਰਿਲੋਕ ਜੇ ਆਹੀ। ਕਹਿਣਗੇ ਮੇਟਨ ਰਚਨ, ਸਾਰੇ ਸੰਸਾਰ ਨੂੰ ਖਤਮ ਕਰਨ ਵਾਲੇ ਤੁਸੀਂ ਹੋ, ਬਣਾਉਣ ਵਾਲੇ ਤੁਸੀਂ ਹੋ, ਤੁਹਾਡੇ ਅਗੇਂਸਟ ਕੌਣ ਜਾ ਸਕਦਾ ਹੈ। ਦੇਹ ਤਜਨ ਅਰ ਜੀਵਨ ਸੋਈ। ਕਹਿਣਗੇ ਦੇਹ ਮੌਤ ਤੇ ਜੀਵਨ ਤਾਂ ਤੁਹਾਡੇ ਹੱਥ ਵਿੱਚ ਹੈ। ਰਾਵਰ ਕੇ ਅਨੁਸਾਰੀ ਮਹਾਰਾਜ ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਜਨਮ ਵੀ ਤੁਹਾਡੇ ਹੱਥ ਵਿੱਚ, ਮਰਨ ਵੀ ਤੁਹਾਡੇ ਹੱਥ ਵਿੱਚ ਆ, ਜੋ ਮਰਜ਼ੀ ਕਰੋ ਪਾਤਸ਼ਾਹ ਜੀ। ਦੋਹਰਾ ਦੇਖ ਦੀਨਤਾ ਤਾਹੇ ਕੀ ਬੈਨ ਸੁਨੇ ਸੁਭਰੀਤ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅੱਜ ਤਰਸ ਆਇਆ। ਮਾਤਾ ਸੁਲੱਖਣੀ ਤੇ ਅੱਜ ਪਹਿਲੀ ਵਾਰੀ ਮਾਤਾ ਸੁਲੱਖਣੀ ਨੇ ਮੰਗਿਆ, ਤੇ ਮੰਗਿਆ ਵੀ ਕੀ ਮੰਗਿਆ, ਗੁਰੂ ਨਾਨਕ ਨੂੰ ਮੰਗਿਆ। ਤੇ ਕਹਿੰਦੇ ਇਹ ਗੱਲ ਸੁਣ ਕੇ ਬੋਲੇ ਗਿਰਾ ਸੁਹਾਵਨੀ ਸਿੱਖ ਸੇਵਕ ਕੇ ਮੀਤ। ਸਿੱਖਾਂ ਦੇ ਮਿੱਤਰ, ਸਿੱਖਾਂ ਦੇ ਜਿਹੜੇ ਹਨ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਹੁਤ ਮਿੱਠੀ ਆਵਾਜ਼ ਵਿੱਚ ਮਹਾਰਾਜ ਜੀ ਬੋਲੇ। ਚੌਪੇ ਚੋਣੀ ਬਚਨ ਰੁਚਰ ਤੈ ਕਹੇ। ਹੁਣ ਮਾਤਾ ਸੁਲੱਖਣੀ ਨੂੰ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ, ਚੌਣੀ। ਚੌਣੀ ਜਿਹੜਾ ਹੈ ਉਹਨਾਂ ਦਾ ਕੀ ਸੀਗਾ, ਗੋਤ। ਕਹਿੰਦੇ ਹੇ ਚੌਣੀ ਬਚਨ ਰੁਚਰ ਤੈ ਕਹੈ। ਕਹਿੰਦੇ ਕਿ ਤੂੰ ਤਾਂ ਬੜੇ ਸੋਹਣੇ ਬਚਨ ਕਹੇ ਆ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ। ਸੌਜ ਤਿਆਰ ਕਰੋ ਹਮ ਰਹੇ। ਕਹਿਣਗੇ ਕੋਈ ਨਹੀਂ, ਸਾਡਾ ਸਮਾਨ ਸਾਰਾ ਤਿਆਰ ਹੈ, ਜੋ ਤੀਜੋ ਸਮਾਉਣ ਦਾ ਨੋ ਪ੍ਰੋਬਲਮ, ਤਿਆਰ ਹੋ ਗਿਆ। ਕਰਹਿ ਸਰਾਧ ਅਸ਼ਟਮੀ ਬਾਸ। ਹਾਂ ਕਹਿੰਦੇ ਹੁਣ 7ਵਾਂ ਦਿਨ ਸੀ ਨਾ, ਕਹਿੰਦਾ 8ਵੀਂ ਨੂੰ ਜਿਹੜੀ ਬਰਸੀ ਆ ਰਹੀ ਹੈ, ਕਹਿੰਦੇ ਕੋਈ ਨਹੀਂ ਆਪਾਂ ਇੱਕ ਦਿਨ ਹੋਰ ਦੇਖ ਲੈਂਦੇ ਕੀ ਵੱਡੀ ਗੱਲ ਹੈ, ਚਲੋ ਆਪਾਂ ਆ ਕੰਮ ਕਰ ਜਾਂਦੇ ਹਾਂ ਹੁਣ। ਹੁਣ 9ਵੇਂ ਦਿਨ ਸਗਰੋ ਰਹਿ। ਹਾਂ ਕਹਿਣਗੇ 9ਵੇਂ ਦਿਨ ਅਸੀਂ ਰਹਾਂਗੇ ਤੇ ਸਾਰਾ ਕੰਮ ਜਿਹੜਾ ਸੰਪੂਰਨ ਕਰਾਂਗੇ। 9ਵੇਂ ਦਿਨ ਹੈ,
ਇੱਕ ਦਿਨ ਹੋਰ। ਦਸਵੀਂ ਕੇ ਦਿਨ ਹੋਏ ਹਾਂ, ਤਿਆਰੀ। ਕਹਿੰਦੇ ਕੋਈ ਨਹੀਂ 10ਵੇਂ ਦਿਨ ਚਲੇ ਜਾਵਾਂਗੇ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਅੱਜ 7ਵੀਂ ਨੂੰ ਨੇਵਰ ਵਿਲ ਗੋ ਔਨ ਦ 10th ਨੋ ਪ੍ਰੋਬਲਮ। ਸੋ ਅਸੂ ਬਦੀ 10ਵੀਂ ਨੂੰ ਜਾਵਾਂਗੇ, ਫਿਰ ਜੋਤੀ ਜੋ ਸਮਾਵਾਂਗੇ। ਰੱਖੋ ਸੋਜ ਉਠਾਵੋ ਸਾਰੀ। ਸਿੱਖਾਂ ਨੂੰ ਕਿਹਾ ਸਾਰੇ ਆਹ ਚੀਜ਼ਾਂ ਚੱਕ ਕੇ ਲੈ ਜਾਓ ਜੀ, ਸੰਭਲਾ ਕੇ ਰੱਖੋ, ਸਟੋਰ ਕਰ ਲਓ। ਹੁਣ ਆਪਾਂ ਹਜੇ 3 ਦਿਨ ਹੋਰ ਆਪਣੇ ਹਨ। ਕੁਸਾ ਗੁਲਾਬ ਪਟੀਰ ਉਚਾਏ। ਸੋ ਉਸ ਇਹਦੇ ਜਿਹੜਾ ਹਨ ਕੁਸਾ ਗੁਲਾਬ ਪਟੀਰ ਉਚਾਏ, ਕਹਿੰਦੇ ਚੰਦਨ ਜਿੰਨਾ ਵੀ ਸਾਰਾ ਸੀ ਸਾਰੀਆਂ ਚੀਜ਼ਾਂ ਚੁਕਵਾ ਕੇ ਇੱਕ ਥਾਂ ਤੇ ਰੱਖ ਦਿੱਤੀਆਂ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਹਨ। ਤੇ ਇਹ ਗੱਲ ਸਿਰਫ ਗੁਰੂ ਨਾਨਕ ਦੀ ਨਹੀਂ, ਕਹਿੰਦੇ ਹੁਣ ਜਦੋਂ ਭਾਈ ਦਇਆ ਸਿੰਘ ਜੀ ਨਾ, ਜਦੋਂ ਉਹਨਾਂ ਨੇ ਜੋਤੀ ਜੋ ਸਮਾਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 5 ਪਿਆਰਿਆਂ ਚੋਂ ਦਇਆ ਸਿੰਘ ਹੈ ਨਾ, ਉਹਨਾਂ ਨੇ ਜਦੋਂ ਆਪਣਾ ਸਰੀਰ ਜਿਹੜਾ 5 ਭੂਤਕ ਸਰੀਰ ਛੱਡਿਆ ਨਾ, ਸਿੱਖ ਆਏ ਗੁਰੂ ਗੋਬਿੰਦ ਸਿੰਘ ਕੋਲ। ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਜੀ ਭਾਈ ਦਇਆ ਸਿੰਘ ਜੀ ਚਲੇ ਗਏ, ਉਹ ਜੋਤੀ ਵਿੱਚ ਉਹ ਜੋਤ ਸਮਾ ਗਏ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਉਂ ਚਲੇ ਗਏ? ਅਸੀਂ ਤਾਂ ਉਹਨਾਂ ਨੂੰ ਸੁਨੇਹਾ ਦੇਣਾ ਸੀ, ਪਰਮਾਤਮਾ ਵੱਲ ਸੁਨੇਹਾ ਦੇਣਾ ਸੀਗਾ, ਕੋਈ ਜਿਹੜਾ ਮੈਸੇਜ ਭੇਜਣਾ ਸੀਗਾ। ਗੁਰੂ ਨਾਨਕ ਚਲੇ ਗਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹੁੰਚੇ, ਭਾਈ ਦਇਆ ਸਿੰਘ ਨੇ ਉੱਠ ਕੇ ਖੜੇ ਹੋ ਗਏ, ਕਹਿੰਦੇ ਪਾਤਸ਼ਾਹ ਜੀ ਮੈਂ ਚੱਲਿਆ ਹੀ ਸੀਗਾ, ਤੁਸੀਂ ਆ ਗਏ। ਤੇ ਮਹਾਰਾਜ ਦੱਸੋ ਜੀ ਕੀ ਦੱਸਣਾ ਹੈ? ਫਿਰ ਕਹਿੰਦੇ ਉਸ ਵੇਲੇ ਮਹਾਰਾਜ ਨੇ ਫਿਰ ਪੜਿਆ ਜਿਹੜਾ ਹੈ ਹਾਲ ਮੁਰੀਦਾਂ ਦਾ ਕਹਿਣਾ, ਸੋ ਉਹ ਸ਼ਬਦ ਜਿਹੜਾ ਹੈ ਮਹਾਰਾਜ ਨੇ ਪੜਿਆ। ਹਾਂਜੀ, ਸੋ ਉਹ ਪੜ੍ਹ ਕੇ ਕਹਿੰਦਾ ਇਹ ਸਾਡਾ ਸੁਨੇਹਾ ਜਿਹੜਾ ਹੈ ਨਾ ਪਰਮਾਤਮਾ ਵੱਲ ਦੇ ਦੇ। ਭਾਈ ਦਇਆ ਸਿੰਘ ਕਹਿੰਦੇ ਚੰਗਾ ਜੀ। ਦੇਖੋ ਇਹ ਹਾਲ ਹੈ, ਜਦੋਂ ਆਪਾਂ ਗੁਰੂ ਦੇ ਨੇੜੇ ਹੋ ਜਾਈਏ ਨਾ, ਮੌਤ ਤੇ ਜੀਵਨ ਤੁਹਾਡੇ ਹੱਥ ਵਿੱਚ, ਕੋਈ ਵੱਡੀ ਗੱਲ ਨਹੀਂ। ਇਟਸ ਨਾਟ ਸਮਥਿੰਗ ਦੈਟ ਕੈਨੋਟ ਬੀ ਕੰਟਰੋਲਡ। ਸਭ ਮਹਾਰਾਜ ਦੇ ਹੱਥ ਵਿੱਚ ਨੇ। ਸੋ ਇਹ ਜਿਹੜਾ ਹੈ ਮੌਤ ਦਾ ਡਰ, ਮੌਤ ਦਾ ਜਿਹੜਾ ਇਹ ਸਾਰਾ ਤਾਂ ਜਦੋਂ ਆਪਾਂ ਗੁਰੂ ਤੋਂ ਪਰਮਾਤਮਾ ਤੋਂ ਦੂਰ ਹੁੰਦੇ ਉਦੋਂ ਹੀ ਹੁੰਦਾ। ਨਹੀਂ ਤਾਂ ਇਹ ਤਾਂ ਇੱਕ ਗੇਮ ਹੈ। ਜਿਵੇਂ ਆਪਾਂ ਰਾਤ ਨੂੰ ਸੌਂਦੇ ਆ ਨਾ, ਆਪਾਂ ਕਹਿ ਦਈਏ ਮੈਂ 10 ਵਜੇ ਸੌਣਾ ਹੈ, ਨਹੀਂ ਮੈਂ 11 ਵਜੇ ਸੌ ਜਾਂਦਾ ਹੈ, ਮੈਂ 12 ਵਜੇ। ਉਹ ਇਹ ਹਾਲ ਹੈ ਜੀ ਉਹਨਾਂ ਵਾਸਤੇ। ਵੈਰੀ ਸਿੰਪਲ ਹੈ। ਫਿਰ ਰਖਵਾਏ ਸਭ ਹੀ ਇੱਕ ਥਾਂ। ਸਾਰਾ ਮਹਾਰਾਜ ਨੇ ਇੱਕ ਥਾਂ ਤੇ ਰਖਵਾ ਲਿਆ। ਇਸ ਬਿਦ ਸੁਣ ਕੇ ਸਭ ਨਰ ਨਾਰੀ। ਸੋ ਇਹ ਸੁਣ ਕੇ ਸਾਰਿਆਂ ਨੂੰ ਖੁਸ਼ੀਆਂ ਚੜ ਗਿਆ। ਓ ਵੀ ਗੋਟ ਅਨਦਰ 3 days। ਗੁਰੂ ਨਾਨਕ ਦੇ ਨਾਲ ਹੁਣ ਸਾਡੇ ਕੋਲ 3 ਦਿਨ ਹੋਰ ਹੈਗੇ ਹਨ। ਹਰਖੇ ਹਿਰਦੇ ਭਇਓ ਸੁਖ ਭਾਰੀ। ਸਾਰੇ ਹਰਕੇ ਬੜੇ ਖੁਸ਼ ਹੋਏ ਹਿਰਦੇ ਵਿੱਚ। ਮਾਤਾ ਸੁਲਖ ਨੂੰ ਤਾਂ ਡਬਲ ਵਾਰੀ ਮੱਥਾ ਟੇਕਦੇ ਨੇ, ਮਾਤਾ ਜੀ ਬਹੁਤ ਚੰਗਾ ਕੀਤਾ ਤੁਸੀਂ। ਧੰਨ ਧੰਨ ਅਰ ਜੈ ਜੈਕਾਰ। ਧੰਨ ਧੰਨ ਜੈ ਜੈਕਾਰ ਹੋ ਰਹੀ ਹੈ ਸਾਰੇ ਪਾਸੇ। ਬਹੁਤ ਭਇਓ ਤੇ ਕਾਲ ਅਪਾਰ। ਬਹੁਤ ਹੀ ਵੱਡਾ ਜਿਹੜਾ ਕੜਾਹਾ ਚੜਾ ਕੇ ਕੜਾ ਪ੍ਰਸ਼ਾਦ ਕਰਾਇਆ ਸਿੱਖਾਂ ਨੇ ਸ਼ੁਕਰਾਨੇ ਵਿੱਚ, ਵੀ ਮਹਾਰਾਜ ਸਾਡੇ ਨਾਲ ਰਹਿ ਪਏ। ਹੁਣ ਦੋਹਰਾ ਸੋਖ ਬਾਰ ਬਾਰਜ ਦੁਖੀ ਬਰਖਿਓ ਮਨ ਹੋ ਬਾਰ। ਜਿਵੇਂ ਜਲ ਦਾ ਸੁੱਕੀ ਹੋਈ ਧਰਤੀ ਹੁੰਦੀ ਹੈ ਨਾ, ਜਦੋਂ ਇੱਕ ਵਾਰੀ ਮੀਂਹ ਪੈਂਦਾ ਨਾ, ਉਹ ਹਰੀ ਭਰੀ ਹੋ ਜਾਂਦੀ ਹੈ। ਹੈ ਪਰਸ ਪਰ ਮਿਲ ਤਬ ਹੈ ਦਰਸ ਕਰ ਹੈ ਦਿਨ ਚਾਰ। ਉਹ ਕਹਿੰਦੇ 4 ਦਿਨ ਹੈਗੇ ਨੇ, ਆਪਾਂ ਰੱਜ ਕੇ ਦਰਸ਼ਨ ਕਰੀਏ, ਇੱਕ ਸੈਕਿੰਡ ਵੀ ਨਾ ਲੰਘਾਈਏ, ਦੇਖੀ ਜਾਈਏ ਗੁਰੂ ਨਾਨਕ ਨੂੰ ਰੱਜ ਕੇ ਦੇਖੀਏ। 4 ਦਿਨ ਹੈਗੇ ਆਪਣੇ ਕੋਲ ਹੋਰ, ਦੇ ਆਰ 4 days ਨਾਓ। ਫਿਰ ਹਾਂਜੀ, ਚੌਪੇ ਰਹਿਤ ਪਏ ਸਭ ਪੁਰ ਕਰਤਾਰਾ। ਸਾਰੇ ਕਰਤਾਰਪੁਰ ਚ ਰਹਿ ਪਏ ਜੀ, ਕੋਈ ਨਹੀਂ ਮੁੜਿਆ ਜੀ, ਸਾਰੇ ਰਹਿੰਦੇ ਹਨ ਉੱਥੇ। ਸ਼ਬਦ ਪੜ੍ਹੈ ਪੁਨ ਕਰਤ ਵਿਚਾਰ। ਸਾਰੇ ਸ਼ਬਦ ਪੜ੍ਹਦੇ ਨੇ, ਵਿਚਾਰ ਕਰਦੇ ਨੇ। ਦੇਖਤ ਸਫਲ ਕਰ ਹੈ ਨਿਜ ਲੋਚਨ। ਮਹਾਰਾਜ ਨੂੰ ਦੇਖ ਕੇ ਆਪਣੇ ਅੱਖਾਂ ਸਫਲ ਕਰ ਰਹੇ ਹਨ। ਭਾਵ ਹੈ ਸੁਖ ਭੇ ਸੰਕਟ ਮੋਚਨ। ਸਾਰੇ ਦੁੱਖ ਨਾਸ ਹੋ ਗਏ ਸਿੱਖਾਂ ਦੇ। ਮਹਾਰਾਜ ਨੇ ਇਹਨੂੰ ਦਰਸ਼ਨ ਹੋਰ 4 ਦਿਨ ਦਿੱਤੇ। ਤੋਂ ਇੱਥੇ ਹੁਣ ਕਥਾ ਦੀ ਸਮਾਪਤੀ ਹੈ। ਅਗਲੀ ਕਥਾ ਵਿੱਚ ਫੇਰ ਸੁਣਿਓ ਕਿ ਮਹਾਰਾਜ ਜੀ ਹੁਣ ਸਰਾਧ ਕਿਵੇਂ ਕਰਨਗੇ, ਕਿਵੇਂ ਸਾਰਾ ਫੇਰ ਮਹਾਰਾਜ ਜੀ ਤਿਆਰੀਆਂ ਕਰਨਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਹਨ। ਦੇਖੋ ਨਾ, ਇਹ ਸਾਰੀ ਕਥਾ ਜਿਹੜਾ ਲਿਖਣ ਦਾ ਹੈ ਆਪਣਾ, ਜੇ ਭਾਵੇਂ ਆਪਾਂ ਜਨਮ ਸਾਖੀਆਂ ਵਿੱਚ ਪੜ੍ਹ ਲਈਏ, ਭਾਵੇਂ ਮਹਿਮਾ ਪ੍ਰਕਾਸ਼ 'ਚ ਪੜ੍ਹ ਲਈਏ, ਭਾਵੇਂ ਗਿਆਨ ਰਤਨਾਵਲੀ ਵਿੱਚ ਪੜ੍ਹ ਲਈਏ, ਭਾਵੇਂ ਇਹ ਨਾਨਕ ਪ੍ਰਕਾਸ਼ ਵਿੱਚ ਪੜ੍ਹ ਲਈਏ, ਸਾਰੀਆਂ ਕਥਾ ਦੇ ਵਿੱਚ ਇੱਕ ਹੀ ਗੱਲ ਸਿੱਧ ਹੁੰਦੀ ਹੈ, ਦੈਟ ਗੁਰੂ ਨਾਨਕ ਹੀ ਰੱਬ ਹੈ। ਇਹੀ ਗੱਲ ਸਿੱਧ ਹੈ ਸੀ ਜਿਹੜਾ ਹਨ। ਕਿਉਂਕਿ ਇਹ ਕਥਾਵਾਂ ਜਿਹੜੀਆਂ ਨਾ, ਆਪਾਂ ਉਦੋਂ ਇਹਨਾਂ ਨੂੰ ਸਮਝਾਂਗੇ ਜੋ ਆਪਾਂ ਕੰਪੇਅਰ ਕਰਾਂਗੇ ਦੁਨੀਆ ਦੀਆਂ ਹੋਰ ਪ੍ਰੋਫਿਟਸ ਦੀਆਂ ਕਥਾ ਕਹਾਣੀਆਂ ਨਾਲ ਕੰਪੇਅਰ ਕਰੋ, ਉਦੋਂ ਪਤਾ ਲੱਗਦਾ ਹੈ ਵੀ ਗੁਰੂ ਨਾਨਕ ਵਾਸ ਗੋਡ ਹਿਮਸੈਲਫ। ਕਿਤੇ ਨਹੀਂ ਹੈ ਹੋ ਸਕਦਾ ਵੀ ਪਰਮਾਤਮਾ ਨਹੀਂ ਹੈ, ਇਹ ਪਰਮਾਤਮਾ ਆਪੇ ਸੀ। ਇਹ ਭਾਵਨਾ ਆਪ ਨੂੰ ਰੱਖਣੀ ਚਾਹੀਦੀ ਹੈ। ਇਹ ਭਾਵਨਾ ਨਹੀਂ ਨਾ ਆਪਾਂ ਨੂੰ ਉਤਾਰਨਾ ਹੈ। ਇਸ ਪ੍ਰਕਾਰ ਕਰਕੇ ਤਾਂ ਇਹ ਕਥਾ ਕਹਾਣੀਆਂ ਸੁਣਨੀਆਂ ਬਹੁਤ ਜ਼ਰੂਰੀ ਨੇ, ਬਿਕੋਜ਼ ਅੰਦਰੋਂ ਸ਼ਰਧਾ ਜਾਗਦੀ ਹੈ। ਬਿਕੋਜ਼ ਨਾ ਸ਼ਰਧਾ ਹੋਵੇ ਨਾ, ਬੰਦਾ ਕੀ ਕਰੂਗਾ। ਦੇਖੋ, ਇੱਕ ਬੱਚੇ ਨੂੰ ਆਪਣੇ ਮਾਪਿਆਂ ਨਾਲ ਉਹਨੂੰ ਪਿਆਰ ਹੈ, ਪਰ ਮਾਪਿਆਂ ਤੇ ਸ਼ਰਧਾ ਨਹੀਂ। ਮਿਕਸ ਅ ਲੋਟ ਆਫ ਡਿਫਰੈਂਸ। ਪਿਆਰ ਤਾਂ ਉਹ ਹੁੰਦਾ ਹੈ, ਕਹਿਣ ਮਾਤਰ ਵੀ ਪਿਆਰ ਹੈ। ਸ਼ਰਧਾ ਉਹ ਹੁੰਦੀ ਹੈ ਜਿਹੜਾ ਫੇਥ ਰੱਖਣਾ ਹੈ, ਮੇਰਾ ਮਾਂ ਪਿਓ ਜੋ ਮੈਨੂੰ ਕਹਿ ਰਿਹਾ ਉਹ ਠੀਕ ਕਹਿ ਰਿਹਾ ਹੈ, ਉਹ ਮੇਰਾ ਭਲਾ ਲੋਚ ਰਿਹਾ ਹੈ, ਉਹ ਮੇਰਾ ਭਲਾ ਚਾਹੁੰਦਾ ਹੈ। ਦੈਟ ਇਜ਼ ਸ਼ਰਧਾ, ਦੈਟ ਇਜ਼ ਨੋਟ ਪਿਆਰ। ਪਿਆਰ ਤਾਂ ਹਰ ਕੋਈ ਕਹਿੰਦਾ ਮੈਂ ਪਿਆਰ ਕਰਦਾ, ਸੋ ਵਟ, ਕੀ ਵੱਡੀ ਗੱਲ ਹੈ। ਸ਼ਰਧਾ ਹੋਣੀ ਜ਼ਰੂਰੀ ਹੈ। ਗੁਰੂ ਤੇ ਵੀ ਸ਼ਰਧਾ ਰੱਖੋ, ਤਾਂ ਹੀ ਆਪਣਾ ਪਾਰ ਉਤਾਰਾ ਹੋਵੇਗਾ।
ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਦੇਖਤ ਸਫਲ ਕਰਹਿ ਨਿਜ ਲੋਚਨ, ਪਾਵਹਿ ਸੁਖ ਭੇ ਸੰਕਟ ਮੋਚਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧੇ ਸਮਾਵਨ ਕੋ ਪ੍ਰਸੰਗ ਵਰਣਨ ਨਾਮ ਚਤੁਰ ਪੰਚਾਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।